कर जोड़ मांगू एक दाना। साहिब तुठे पावा सास सास नानक आराधे। आठ पहर गुण गावा कृपा करो दीन के दाते। मेरा गुण अवगण नाम विचारो कोई। माटी का क्या धोपै स्वामी मानस की गत एही। दंडोत बंदन अनेक बार सर्व कला समरथ। डोलन ते राखो प्रभु नानक दे कर हथ। डोलन ते राखो प्रभु नानक दे कर हथ। सतनाम धन वाहे गुरु साहिब जियो। निरभउ निरंकार सच नाम जाका किया सगल जहान। सेवक सेवह कर्म चढ़ाओ भिन्नी रैण जिन्ना मन चाओ। सिखी सिखिया गुर विचार नदरी कर्म लंघाए पार। कोल्हू चरखा चक्की चक थल वारोले बहुत अनंत। लाटू माधानिया अनगाह पंखी पौंदियां लैन ना साह। सूवै चाड़ पवाइयह जंत नानक पौंदियां गणत ना अंत। बंधन बंध पवाए सोए पैया किरत नचै सब कोय। नाच नाच हसह चलह से रोए उड ना जाही सिद्ध ना होए। नचण कुदण मन का चाओ नानक जिन मन पाओ तिना मन भाव। नचण कुदण मन का चाओ नानक जिन मन भाओ तिना मन भाव। वाहिगुरु जी का खालसा वाहिगुरु जी की फतेह। परम सन्मान योग साहिब श्री गुरु
ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਆਪ ਜੀ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਰਚਨਾ ਆਸਾ ਕੀ ਵਾਰ ਦੀ 5ਵੀਂ ਪੌੜੀ ਦੇ ਨਾਲ ਜੋ ਹਜ਼ੂਰ ਨੇ 2 ਸ਼ਲੋਕ ਦਰਜ ਕੀਤੇ ਨੇ, ਇਸ ਦੀ ਵਿਚਾਰ ਅਸੀਂ ਪਿਛਲੇ 2 ਨਿਦਾਨ ਤੋਂ ਕਰ ਰਹੇ ਹਾਂ। ਪਹਿਲੇ ਸ਼ਲੋਕ ਵਿੱਚ ਸਤਿਗੁਰਾਂ ਨੇ ਜੋ ਰੱਬੀ ਰਾਸ ਹੈ, ਜੋ ਪਰਮਾਤਮਾ ਨੇ ਰਾਸ ਮੰਡਲ ਅਖਾੜਾ ਰਚਿਆ ਹੈ, ਉਸ ਵਿੱਚ ਗੋਪੀਆਂ, ਗੋਪੇ, ਕਾਨ, ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਫਿਰ ਸਤਿਗੁਰਾਂ ਦੇ ਕੱਲ ਦੇ ਦੂਸਰੇ ਸ਼ਲੋਕ ਵਿੱਚ ਜਿਸ ਦੀਆਂ ਕੁਝ ਤੁਕਾਂ ਅਸੀਂ ਵਿਚਾਰੀਆਂ ਸਨ ਕਿ ਇੱਥੇ ਨਾਮ ਦੇ ਨਾਮ, ਪਰਮਾਤਮਾ ਦੇ ਨਾਮ ਤੇ ਅਵਤਾਰਾਂ ਨੂੰ ਪੂਜ ਰਹੇ ਨੇ ਤੇ ਆਪਣੇ ਆਪਣੇ ਢੰਗ ਨਾਲ ਉਹ ਰਾਸਤਾਰੀ ਰਾਸ ਪੈ ਪਾਉਂਦੇ ਨੇ। ਉਸ ਵਿੱਚ ਹਜ਼ੂਰ ਨੇ ਕੁਰਾਸ ਸ਼ਬਦ ਵਰਤਾਂ, ਕੁਰਸ ਸ਼ਬਦ ਵਰਤਾਂ ਕਿ ਉਹਨਾਂ ਦੀ ਰਾਸ ਵਿੱਚ ਕੋਈ ਰਸ ਨਹੀਂ। ਹਜ਼ੂਰ ਕਹਿੰਦੇ ਨੇ ਸਿਰਫ ਆਪਣੇ ਪੇਟ ਦੀ ਖਾਤਰ, ਆਪਣੀ ਰੋਜ਼ੀ ਰੋਟੀ ਦੀ ਖਾਤਰ, ਆਪਣੀਆਂ ਸਰੀਰਕ ਸਹੂਲਤਾਂ ਦੀ ਪੂਰਤੀ ਦੀ ਖਾਤਰ ਚੇਲੇ ਜਿਹੜੇ ਨੇ ਉਹ ਸਜਿੰਦੇ ਬਣ ਕੇ ਸਾਜ਼ ਵਜਾਉਂਦੇ ਪਏ ਨੇ ਤੇ ਗੁਰੂ ਉਹਨਾਂ ਚੇਲਿਆਂ ਦੇ ਵਜਾਏ ਹੋਏ ਸਾਜ਼ਾਂ ਤੇ ਨਾਚ ਪੈ ਕਰਦੇ ਨੇ। ਜ਼ਮੀਨ ਦੇ ਉੱਪਰ ਪੈਰਾਂ 'ਚ ਘੁੰਗਰੂ ਬੰਨ੍ਹ ਕੇ ਜ਼ਮੀਨ ਉੱਪਰ ਪੈਰ ਪਟਕਾ ਪਟਕਾ ਕੇ ਮਾਰਦੇ ਨੇ ਤੇ ਜ਼ਮੀਨ ਤੋਂ ਉੱਡਿਆ ਹੋਇਆ ਮਿੱਟੀ, ਰੇਤਾ, ਖਾਕ ਉਹਨਾਂ ਦੇ ਸਿਰ ਦੇ ਵਿੱਚ ਪੈਂਦੀ ਹੈ। ਉਹ ਰਾਸਧਾਰੀਆਂ ਦੇ ਇਹੋ ਜਿਹੇ ਹਰਕਤਾਂ ਦੇਖ ਕੇ ਜਿਹੜੇ ਲੋਕ ਵੇਖਣ ਆਏ ਨੇ ਉਹ ਹੱਸਦੇ ਨੇ, ਹੱਸਦੇ ਮਜ਼ਾਕ ਕਰਦੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਰਾਸਧਾਰੀ ਦੇ ਅੰਦਰ ਵੀ ਪਰਮਾਤਮਾ ਦਾ ਭੈ ਨਹੀਂ ਤੇ ਉਹਨਾਂ ਦੀ ਪਾਈ ਕੋਈ ਰਾਸ ਨੂੰ ਲੋਕ ਦੇਖਣ ਆਏ ਤਮਾਸ਼ਬੀਨ ਬਣ ਕੇ ਤਮਾਸ਼ਾ ਦੇਖ ਕੇ ਹੱਸਦੇ, ਮਖੌਲ ਠੱਠਾ ਕਰਦੇ ਆਪਣੇ ਘਰ ਨੂੰ ਚਲੇ ਗਏ। ਸਤਿਗੁਰਾਂ ਨੇ ਇਸ ਸ਼ਲੋਕ ਦੇ ਆਰੰਭ ਵਿੱਚ ਵਾਇਨ ਚੇਲੇ, ਨੱਚਨ ਗੁਰ, ਪੈਰ ਹਲਾਇਨ, ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਕਰ ਜਾਏ, ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ। ਹਜ਼ੂਰ ਨੇ ਫਿਰ ਜ਼ਿਕਰ ਕੀਤਾ ਕ੍ਰਿਸ਼ਨ ਨੂੰ ਗਾਉਂਦੇ ਨੇ, ਰਾਮ ਜੀ ਨੂੰ ਗਾਉਂਦੇ ਨੇ, ਪਰ ਸਤਿਗੁਰਾਂ ਨੇ ਇੰਨੀਆਂ ਤੁਕਾਂ ਦੇਣ ਤੋਂ ਬਾਅਦ ਇਸੇ ਸ਼ਲੋਕ ਦੇ ਵਿੱਚ ਇੱਕ ਰੱਬ ਦੇ ਭੈ ਵਿੱਚ ਤੇ ਪਰਮਾਤਮਾ ਦੀ ਸ਼ਰਧਾ ਵਿੱਚ ਭਿੱਜੇ ਹੋਏ ਉਹਨਾਂ ਗੁਰਮੁਖਾਂ ਦਾ ਜ਼ਿਕਰ ਕੀਤਾ ਜਿਹੜੇ ਸੱਚਮੁੱਚ ਅੰਦਰੋਂ ਚਾਅ ਲੈ ਕੇ ਪਰਮਾਤਮਾ ਦੇ ਨਾਮ ਵੀ ਜੁੜ ਜਾਂਦੇ। ਕਿਉਂ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਇਸ ਸ਼ਲੋਕ ਨੂੰ 3 ਪੜਾਵਾਂ ਵਿੱਚ ਖਾਸ ਕਰਕੇ ਅਸੀਂ ਵਾਜ ਸਕਨੇ। ਇੱਕ ਤਾਂ ਉਹ ਪਖੰਡੀ ਰਾਸ ਜਿਹੜੇ ਪਾ ਰਹੇ ਨੇ, ਦੂਸਰਾ ਅੱਜ ਸਤਿਗੁਰੂ ਸ਼ਲੋਕ ਦੇ ਕੁਝ ਤੁਕਾਂ 'ਚ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਬੰਦਗੀ ਕਰਨ ਵਾਲੇ ਉਹਨਾਂ ਦਾ ਜ਼ਿਕਰ ਕਰਦੇ ਨੇ, ਤੀਸਰਾ ਇਸ ਸ਼ਲੋਕ ਵਿੱਚ ਜਿਵੇਂ ਰਾਸਧਾਰੀ ਫੇਰੀਆਂ ਪਾਉਂਦੇ ਨੇ, ਗੋਲ ਦਾਇਰੇ ਦੇ ਵਿੱਚ ਘੁੰਮਦੇ ਪਏ ਨੇ ਤੇ ਕਈ ਵਾਰੀ ਰਾਸ ਪਾਉਂਦਿਆਂ ਪਾਉਂਦਿਆਂ ਇਸ ਤਰ੍ਹਾਂ 4 ਚੁਫੇਰੇ ਘੁੰਮਦੇ ਨੇ ਕਿ ਸਤਿਗੁਰੂ ਕਹਿੰਦੇ ਨੇ ਜਿਉਂ-ਜਿਉਂ ਉਹ ਤੇਜ਼ੀ ਨਾਲ ਘੁੰਮਦੇ ਨੇ ਤੇ ਵੇਖਣ ਵਾਲੇ ਲੋਕ ਕਹਿੰਦੇ ਨੇ ਕਮਾਲ ਕਰ ਦਿੱਤੀ। ਪਰ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਘੁੰਮਣਾ ਤਾਂ ਇੱਕ ਮਸ਼ੀਨ ਦੀ ਤਰ੍ਹਾਂ ਹੈ। ਫਿਰ ਸਤਿਗੁਰਾਂ ਨੇ ਕੁਝ ਉਦਾਹਰਨਾਂ ਸਾਡੇ ਪਰਿਵਾਰਾਂ ਵਿੱਚ, ਘਰਾਂ ਵਿੱਚ ਵਰਦੀਆਂ ਹੋਈਆਂ ਜਿਹੜੀਆਂ ਸਿਰਫ ਘੁੰਮਣ ਨਾਲ ਸੰਬੰਧਿਤ ਨੇ। ਉਹਨਾਂ ਵਿੱਚ ਚੱਕੀ ਹੈ, ਉਹਨਾਂ ਵਿੱਚ ਵਾਹ ਵਰੋਲੇ ਨੇ,
ਉਹਨਾਂ ਦੇ ਵਿੱਚ ਸਤਿਗੁਰਾਂ ਨੇ ਉੱਡਦੀਆਂ ਹੋਈਆਂ ਇੱਲਾਂ ਅਸਮਾਨ 'ਚ ਘੁੰਮਦੀਆਂ ਪਈਆਂ ਨੇ, ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ ਸਿਰਫ ਇਸ ਗੱਲ ਨੂੰ ਸਮਝਾਉਣ ਲਈ ਕਿ ਭਲੇ ਲੋਕੋ ਕਿਸੇ ਪਖੰਡੀ ਰਾਸਧਾਰੀ ਦੀਆਂ ਤੇਜ਼ੀ ਨਾਲ ਪਾਈਆਂ ਹੋਈਆਂ ਫੇਰੀਆਂ ਨੂੰ ਰੂਹਾਨੀਅਤ ਨਾਲ ਮਤ ਜੋੜੋ, ਕਿਉਂਕਿ ਇੱਥੇ ਘੁੰਮਣ ਵਾਲੀਆਂ ਤੇ ਰੱਬ ਨੇ ਬਹੁਤ ਜ਼ਿਆਦਾ ਚੀਜ਼ਾਂ ਪੈਦਾ ਕੀਤੀਆਂ। ਫਿਰ ਉਸ ਤੋਂ ਬਾਅਦ ਇਸ ਸ਼ਲੋਕ ਦੇ ਵਿੱਚ ਅੰਤ ਤੇ 2 ਬਚਨ ਕਹੇ ਨੇ, ਕਹਿੰਦੇ ਨੇ ਜਿਹੜੇ ਲੋਕ ਕਿ ਨੱਚ ਰਹੇ ਨੇ, ਕੁੱਦ ਰਹੇ ਨੇ, ਚਾਹੇ ਸੰਸਾਰੀ ਤੌਰ ਤੇ, ਸਿਰਫ ਇਹਨਾਂ ਦਾ ਮਨ ਪਰਚਾਵਾ ਹੈ, ਇਹ ਰੱਬ ਦੇ ਪਰਚਾਉਣ ਵਾਸਤੇ ਨਹੀਂ। ਅਖੀਰ ਤੇ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭੈ ਹੈ, ਭੈ ਵਾਲੇ ਹੀ ਪਰਮਾਤਮਾ ਨੂੰ ਪ੍ਰੇਮ ਕਰਦੇ ਨੇ। ਜਿਨ੍ਹਾਂ ਅੰਦਰ ਭਾਉ ਨਹੀਂ, ਸੱਚ ਇਹ ਉਹਨਾਂ ਦੇ ਅੰਦਰ ਭਾਉ ਵੀ ਨਹੀਂ। ਬਸ ਇਹ 3 ਬਚਨ ਨੇ। ਅੱਜ ਮੈਂ ਅਰਜ਼ ਕਰਨ ਲੱਗਾ ਜੋ ਸਤਿਗੁਰਾਂ ਨੇ ਇਸ ਰਾਸ ਦੇ ਵਿੱਚ ਫਿਰ ਅਸਲੀਅਤ ਨੂੰ ਬਿਆਨ ਕੀਤਾ, ਕਿਉਂਕਿ ਜਦੋਂ ਆਪ ਜੀ ਆਸਾ ਕੀ ਵਾਰ ਦਾ ਪਾਠ ਕਰੋਗੇ, ਵਿਚਾਰ ਕਰੋਗੇ, ਸਤਿਗੁਰੂ ਇੱਕ ਪਾਸੇ ਉਸ ਵਕਤ ਹੋ ਰਹੇ ਪਖੰਡ ਦੀ ਚਰਚਾ ਕਰਨਗੇ ਤੇ ਪਖੰਡ ਦੇ ਨਾਲ ਨਾਲ ਉਸ ਚਰਚਾ ਤੋਂ ਸਾਡੀ ਸੁਰਤ ਨੂੰ ਚੁੱਕ ਕੇ ਅਸਲੀਅਤ ਕੀ ਹੈ ਉਸ ਪਾਸੇ ਨੂੰ ਲੈ ਜਾਣ। ਮੈਂ ਉਦਾਹਰਨ ਦੇ ਤੌਰ ਤੇ ਸਿਰਫ 2-3 ਬੇਨਤੀਆਂ ਕਰ ਦੇਣਾ, ਇਹ ਆਸਾ ਕੀ ਵਾਰ ਵਿੱਚ ਆਉਣਗੀਆਂ। ਜਿਵੇਂ ਅਸੀਂ ਨਿੰਨੂ ਵਾਲਾ ਸ਼ਬਦ ਪੜ੍ਹਾਂਗੇ, ਉਹਦੇ ਵਿੱਚ ਹਜ਼ੂਰ ਨੇ ਜਿਹੜਾ ਸ਼ਬਦ ਕੀਤਾ ਕਿ ਚੌਕੜ ਮੁੱਲ ਅਨਾਇਆ ਬਹਿ ਚੌਕਾ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। 4 ਕੌਡੀਆਂ ਦਾ ਜਨੇਊ ਆਂਦਾ, ਬ੍ਰਾਹਮਣ ਨੇ ਆ ਕੇ ਤਨ ਤੇ ਪਹਿਰਾ ਦਿੱਤਾ ਜਨੇਊ, ਪਰ ਜਦੋਂ ਇਨਸਾਨ ਦੀ ਮੌਤ ਹੋਈ ਉਹ ਜਨੇਊ ਨਾਲ ਸੜ ਗਿਆ। ਜਿੱਥੇ ਸਿਰਫ ਵਿਖਾਵੇ ਦਾ ਜੰਨੂ ਦਾ ਜ਼ਿਕਰ ਕੀਤਾ ਗਿਆ, ਉੱਥੇ ਹਜ਼ੂਰ ਨੇ ਆਤਮਿਕ ਜੰਨੂ ਕੀ ਹੈ ਉਹਦੇ ਬਾਰੇ ਖੁੱਲ੍ਹ ਕੇ ਵਿਚਾਰ ਕੀਤੀਆਂ ਤੇ 4 ਗੱਲਾਂ ਕਹੀਆਂ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਕਤਮ। ਉਸ ਦਿਨ ਕਥਾ ਦੀ ਆਰੰਭਤਾ 'ਚ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਖੰਡਨ ਕਰਨਾ, ਗੁਰੂ ਨਾਨਕ ਸਾਹਿਬ ਦਾ ਕਿਸੇ ਗੱਲ ਦੇ ਸਬੰਧ ਵਿੱਚ ਤਰਕ ਕਰਨਾ, ਕਿਸੇ ਸਬੰਧ ਦੇ ਵਿੱਚ ਉਹਦੇ ਪਰਪੰਚ ਪਖੰਡ ਨੂੰ ਉਘੇੜਨਾ, ਇਹ ਚੇਤੇ ਰੱਖਿਓ ਮਜ਼ਾਕ ਵਾਲਾ ਨਹੀਂ ਸੀ, ਇਲਤਬਾਜੀ ਨਹੀਂ ਸੀ, ਕਿਸੇ ਦੀ ਖੇਠੀ ਕਰਨਾ ਨਹੀਂ ਸੀ, ਕਿਸੇ ਧਰਮ ਦੇ ਕਰਮਾਂ ਨੂੰ ਨੀਵਾਂ ਦਿਖਾਣਾ ਨਹੀਂ ਸੀ। ਸੱਚ ਐਵੇਂ ਕਿ ਪਰਪੰਚ ਦੇ ਪਾਜ ਨੂੰ ਉਘੇੜਦੇ ਹੋਏ ਗੁਰੂ ਨਾਨਕ ਸਾਹਿਬ ਉਸ ਨਾਮ ਵਿਸ਼ੁੰਨੇ ਨੂੰ ਰੱਬ ਦੇ ਨਾਲ ਜੋੜ ਦਿੰਦੇ ਸਨ। ਫਿਰ ਬੇਨਤੀ ਸੁਣਿਓ, ਮਜ਼ਾਕ ਵਾਲੇ ਨਹੀਂ ਸਨ। ਹੁਣ ਦਇਆ ਕਪਾ ਸੰਤੋਖ ਸੂਤ, ਇਹ ਤੁਹਾਨੂੰ ਹਿੰਦੂ ਗ੍ਰੰਥਾਂ 'ਚ ਵੀ ਨਹੀਂ ਮਿਲੇਗਾ। ਜਨੇਊ ਦੀ ਪਰਿਭਾਸ਼ਾ ਕੀ, ਆਤਮਿਕ ਜਨੇਊ ਕੀ। ਜਿਵੇਂ ਅਸੀਂ ਹਜ਼ੂਰ ਦਾ ਇੱਕ ਸ਼ਲੋਕ ਪੜ੍ਹਨੇ, ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਆ ਸੂਤਕ ਪਵੈ ਰਸੋਏ। ਹੁਣ ਉਹਦਾ ਜ਼ਿਕਰ ਕਰਦੇ ਹਾਂ, ਕਿਉਂਕਿ ਸੂਤਕ ਤੇ ਪਾਤਕ 2 ਸ਼ਬਦ ਨੇ। ਸੂਤਕ ਦਾ ਸੰਬੰਧ ਬੱਚੇ ਦੇ ਜਨਮ ਨਾਲ ਹੈ ਤੇ ਪਾਤਕ ਦਾ ਸੰਬੰਧ ਪਰਿਵਾਰ ਵਿੱਚ ਹੋਈ ਮੌਤ ਦੇ ਨਾਲ ਹੈ। ਜਦੋਂ ਮੌਤ ਹੁੰਦੀ ਉਦੋਂ ਕਹਿੰਦੇ ਨੇ ਪਾਤਕ ਆ ਗਏ, ਜਦੋਂ ਜਨਮ ਹੁੰਦਾ ਉਦੋਂ ਸੂਤਕ। ਸਤਿਗੁਰੂ ਇੱਕ ਦਲੀਲ ਦਿੰਦੇ ਨੇ, ਕਹਿੰਦੇ ਨੇ ਜੇ ਜਨਮ ਲੈਣ ਵਾਲਾ ਤੂੰ ਸੂਤਕ ਸ਼ਬਦ ਕਹਿ ਰਿਹਾ, ਘਰ ਭ੍ਰਿਸ਼ਟਿਆ ਗਿਆ ਚ ਸੂਤਕ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਗੋਇਆ ਤੂੰ ਆਪਣੀ ਚੁੱਲ੍ਹ 'ਚ ਬਾਲਣਾ ਪਿਆ, ਕਿਉਂਕਿ ਉਸ ਵਕਤ ਗੋਇਆ ਬਲਦਾ ਸੀ, ਅਜੇ ਵੀ ਇਹਨੂੰ ਤੋੜ ਕੇ ਦੇਖ, ਇਹਦੇ ਵਿੱਚ ਵੀ ਕੀੜਿਆਂ ਦਾ ਜਨਮ ਹੋਇਆ। ਕੀ ਤੇਰੇ ਚੁੱਲ੍ਹੇ 'ਚ ਸੂਤਕ ਨਹੀਂ? ਜਿਹੜਾ ਤੂੰ ਪਾਣੀ ਪੀਣਾ ਪਿਆ, ਪਾਣੀ ਖੁਦ ਆਪਣੇ ਆਪ ਵਿੱਚ ਇੱਕ ਜਿੰਦ ਹੈ, ਕੀ ਇਹ ਸੂਤਕ ਨਹੀਂ ਜਿਹੜਾ ਤੈਨੂੰ ਜ਼ਿੰਦਗੀ ਦੇ ਰਿਹਾ? ਹਜ਼ੂਰ ਕਹਿੰਦੇ ਲੱਕੜ ਵਿੱਚ ਕੀੜੇ ਨੇ, ਕੀ ਇਹ ਸੂਤਕ ਨਹੀਂ? ਤੂੰ ਬਾਹਰ ਦੇ ਸੂਤਕ ਦੀ ਗੱਲ ਕਰਨਾ। ਬੱਚਾ ਜਿਸ ਕਮਰੇ 'ਚ ਪੈਦਾ ਹੋਇਆ ਹੋਵੇ, ਤੂੰ ਆਪਣੀ ਰਸੋਈ 'ਚ ਝਾਤੀ ਮਾਰ ਕੇ ਦੇਖ, ਤੇਰੀ ਤਾਂ ਸਾਰੀ ਰਸੋਈ ਹੀ ਸੂਤਕ ਦੇ ਨਾਲ ਅਪਵਿੱਤਰ ਹੋਈ ਪਈ ਹੈ। ਬੇਨਤੀ ਹੈ ਹੁਣ ਅੱਗੇ ਸਤਿਗੁਰੂ ਅੰਦਰੂਨੀ ਸੂਤਕ ਕਿਹੜਾ ਹੈ? ਮਹਾਰਾਜ ਕਹਿੰਦੇ ਜੇ ਤੂੰ ਸੂਤਕ ਮੰਨਣਾ ਹੀ ਹੈ ਵੀ ਅਪਵਿੱਤਰਤਾ ਹੈ, ਆ ਮੈਂ ਤੈਨੂੰ ਦੱਸਾਂ, ਤੂੰ ਆਪਣੇ ਸਰੀਰ ਵੱਲ ਝਾਤੀ ਮਾਰ, ਤੇਰਾ ਸਰੀਰ ਹੀ ਸੂਤਕ ਨਾਲ ਭਰਿਆ ਪਿਆ ਹੈ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤੇਰੇ ਪਰ ਤਨੂਬ। ਕਮਾਲ ਕਰ ਦਿੱਤੀ ਸੀ। ਮੈਂ ਖੈਰ ਆਪਣੇ ਪ੍ਰਕਰਨ ਜਾਂ ਮੈਂ ਤਾਂ ਅਰਜ਼ ਕੀਤੀ, ਮਤਾਂ ਕੋਈ ਆਸਾ ਕੀ ਵਾਰ ਦਾ ਕਥਾ ਸੁਣਦਾ ਇਹ ਕਹਿਣ ਲੱਗ ਪਏ ਜੀ ਹਰ ਰੋਜ਼ ਤਰਕ, ਹਰ ਰੋਜ਼ ਕਟਾਕਸ਼, ਕਿਉਂਕਿ ਜਿੰਨੀ ਦੇਰ ਤੱਕ ਭਰਮ ਦੇ ਛੌੜ ਨਹੀਂ ਕੱਟੇ ਜਾਣਗੇ, ਓਨੀ ਦੇਰ ਤੱਕ ਰੱਬ ਦੀ ਮੂਰਤ ਪ੍ਰਗਟ ਨਹੀਂ ਹੋਣੀ। ਸਿੱਧੀ ਜੀ ਬਾਤ।
ਮੰਨ ਲਓ ਇੱਕ ਪੱਥਰ ਬੜਾ ਕੀਮਤੀ ਲੱਖਾਂ ਰੁਪਈਆਂ ਦਾ ਆਇਆ, ਉਸ ਪੱਥਰ ਦੇ ਵਿੱਚ ਮੂਰਤੀ ਮੌਜੂਦ ਹੈ, ਪਰ ਜਿੰਨੀ ਦੇਰ ਤੱਕ ਮੂਰਤੀਕਾਰ ਛੈਣੀ ਤੇ ਹਥੌੜਾ ਲੈ ਕੇ ਉਸ ਪੱਥਰ ਨੂੰ ਕੱਟਦਾ ਨਹੀਂ, ਤਰਾਸ਼ਦਾ ਨਹੀਂ, ਉਹ ਪੱਥਰ ਸਦੀਆਂ ਤੱਕ ਪਿਆ ਰਹੇ, ਉਹ ਪੱਥਰ ਹੀ ਰਹੇਗਾ। ਪਰ ਜਦੋਂ ਉਹਨੂੰ ਤਰਾਸ਼ਣ ਵਾਲਾ ਸਿਆਣਾ ਮੂਰਤੀਕਾਰ ਆਏਗਾ, ਉਸ ਪੱਥਰ ਦੇ ਵੱਡੇ ਸਾਰੇ ਆਕਾਰ ਵਿੱਚੋਂ ਉਹ ਮੂਰਤੀ ਪੈਦਾ ਕਰ ਦੇਗਾ। ਸੱਚ ਇਹ ਵੇ ਕਿ ਗੁਰੂ ਗਿਆਨ ਦਾ ਹਥੌੜਾ ਤੇ ਛੈਣੀ ਲੈ ਕੇ, ਹੈ ਤਾਂ ਇਹ ਰਾਮ ਕੀ ਅੰਸ਼, ਕਿਹੜਾ ਬੰਦਾ ਜਿਹਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ, ਪਰ ਜਿਹੜੇ ਇਹਦੇ ਉੱਪਰ ਭਰਮ ਦਾ ਛੋੜ ਜੰਮਿਆ ਪਿਆ, ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਛੈਣੀ ਤੇ ਹਥੌੜੇ ਦੀ ਤਰ੍ਹਾਂ ਇਹਦੇ ਉੱਪਰ ਵਾਲੇ ਭਰਮ ਦੇ ਛੋੜ ਨੂੰ ਕੱਟ ਦਈਏ, ਇਸੇ ਬੰਦੇ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਰਾਹ ਪ੍ਰਗਟ ਕਰਕੇ ਰੱਖ ਦਿੰਦੇ। ਫਿਰ ਬੇਨਤੀ ਸੁਣਿਓ, ਪੱਥਰ ਵਿੱਚ ਮੂਰਤੀ ਹੈ, ਪਰ ਫਾਲਤੂ ਪੱਥਰ ਕੱਟਣ ਤੋਂ ਬਿਨਾਂ ਮੂਰਤ ਕਦੀ ਪ੍ਰਗਟ ਹੋਵੇਗੀ? ਹੁਣ ਇਹ ਭਰਮ ਦੇ ਛੋੜ ਨੇ। ਆਓ ਸਤਿਗੁਰੂ ਨੇ ਸਾਡੀ ਸੁਰਤ ਚੁੱਕੀ, ਕਮਾਲ ਕਰ ਦਿੱਤੀ ਜੀ। ਗੁਰੂ ਸਾਹਿਬ ਤੁਸੀਂ ਜਿਹੜੇ ਸਹਿਜ ਪਾਠ ਕਰਦੇ ਹੋ ਉਹਨਾਂ ਨੂੰ ਪਤਾ, ਜਿਹੜੇ ਨਹੀਂ ਕਰਦੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੋਂ ਬਿਨਾਂ ਸਾਡਾ ਨਹੀਂ ਜੇ ਪਾਰ ਉਤਾਰਾ ਹੋਣਾ, ਕਿਉਂਕਿ ਪਾਠ ਕਰੀਏ ਤੇ ਪਾਠ ਆਪਣੇ ਅੰਦਰ ਨੂੰ ਚਲਾਉਣ ਲਈ ਕਰੀਏ, ਸ਼ਬਦ ਸਾਡੇ ਅੰਦਰ ਵਸ ਜਾਏ। ਤੁਸੀਂ ਦੇਖੋਗੇ ਪਾਠ ਕਰਦੇ ਆ, ਜਦੋਂ ਕਿਸੇ ਮਨਮੁਖ ਦਾ ਜ਼ਿਕਰ ਆਵੇਗਾ, ਬੜੇ ਸ਼ਬਦ ਹਜ਼ੂਰ ਨੇ, ਸਖਤ ਸ਼ਬਦ ਵਰਤਾ, ਝਿੜਕਣ ਵਾਲੇ ਵੀ ਵਰਤੇ, ਪਰ ਅਖੀਰ ਤੇ ਉਸ ਮਨਮੁਖ ਦੇ ਸ਼ਬਦ ਵਰਤ ਕੇ ਵੀ ਸਤਿਗੁਰੂ ਸਾਡੀ ਸੁਰਤ ਨੂੰ ਫਿਰ ਰੱਬ ਵੱਲ ਲੈ ਜਾਂਦੇ ਨੇ। ਇੱਕੋ ਦਮ ਕਹਿੰਦੇ ਨੇ, ਤੂੰ ਨਾ ਕਿਤੇ ਨਫ਼ਰਤ ਕਰਨ ਲੱਗ ਪਈ। ਮੈਂ ਕਿ ਤੁਹਾਨੂੰ ਉਦਾਹਰਨ ਦੇਣਾ ਬਾਣੀ 'ਚ, ਸ਼ਬਦ ਹੈ ਕਬੀਰ ਸਾਹਿਬ ਜੀ ਦਾ, ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀ ਹੈ, ਸਾਕਤ ਸਿਉ ਭੂਲ ਨਹੀਂ ਕਹੀ ਹੈ, ਕਊਆ ਕਹਾਂ ਕਪੂਰ ਚਰਾਏ, ਕਹਿ ਬਿਸ਼ੀਅਰ ਕੋ दूध ਪਿਆਏ। ਬੜੇ ਸਰਲ ਇਹਦੇ ਅਰਥ ਨੇ। ਕਹਿੰਦੇ ਨੇ ਕੁੱਤੇ ਦੇ ਕੰਨ 'ਚ ਸਿਮਰਤੀਆਂ ਸੁਣਾ ਦਿਓ, ਉਹਦੇ ਤੇ ਕੀ ਅਸਰ ਹੋਵੇਗਾ? ਮਹਾਰਾਜ ਕਹਿੰਦੇ ਨੇ ਕੁੱਤੇ ਨੂੰ ਸਿਮਰਤੀ ਸੁਣਾਣੀ ਤੇ ਸਾਕਤ ਨੂੰ ਰੱਬ ਦੇ ਨਾਮ ਸੁਣਾਣੇ, ਇਹ ਦੋਨਾਂ ਇੱਕੋ ਜਿਹੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀ ਹੈ, ਸਾਕਤ ਸਿਉ ਭੂਲ ਨਹੀਂ ਕਹੀਏ। ਕਹਿੰਦੇ ਨੇ ਕਾਂ ਨੂੰ ਮੁਸ਼ਕ ਕਪੂਰ ਚੜਾ ਦਿਓ, ਉਹ ਵਿਸ਼ਟਾ ਵਿੱਚ ਚੁੰਝ ਮਾਰਨੀ ਬੰਦ ਕਰ ਦਿਊਗਾ। ਕੁੱਤੇ ਨੂੰ ਚੰਦਨ ਚ ਲੇਪਣ ਦੇ ਕਰਾ ਦਿਓ ਕਿ ਹੱਡਾ ਰੋੜੀ ਚ ਜਾਣਾ ਬੰਦ ਕਰ ਦਿਊਗਾ। ਨਿੰਮ ਦੀਆਂ ਜੜਾਂ 'ਚ ਸ਼ੱਕਰ ਘੋਲ ਘੋਲ ਕੇ, ਖੰਡ ਘੋਲ ਘੋਲ ਕੇ ਪਾਈ ਜਾਓ ਕਿ ਉਹਦੀਆਂ ਟਾਹਣੀਆਂ ਉਹਦੇ ਪੱਤਿਆਂ 'ਚ ਕੁੜੱਤਣ ਚਲੀ ਜਾਏਗੀ। ਕਹਿਣ ਲੱਗੇ ਸਾਖਤ ਬੰਦਾ। ਇਹੀ ਕਾਰਨ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜ਼ਿੰਦਗੀ ਨੂੰ ਜੇ ਬਚਾਉਣਾ ਚਾਹੁੰਦੇ ਹੋ, ਰੂਹਾਨੀਅਤ ਵੱਲ ਚੱਲਣਾ, ਜਿਹੜਾ ਬੰਦਾ ਤਾਰਕਿਕ ਹਰ ਗੱਲ ਤੇ ਸਿਰਫ ਉਟੰਕਨ ਕਰਦਾ ਪਿਆ, ਮੇਰਾ ਖਿਆਲ ਉਸ ਬੰਦੇ ਤੋਂ ਪੱਲਾ ਝਾੜ ਕੇ ਵੱਖ ਹੋ ਜਾਵਾਂਗੇ ਤੇ ਬਿਲਕੁਲ ਅੰਦਰੋਂ ਠੀਕ ਰਹਾਂਗੇ। ਉਹਦੇ ਬੋਲ ਸੂਲਾਂ ਨੇ। ਸਾਡੇ ਪੰਜਾਬ 'ਚ ਸਾਡੇ ਇੱਕ ਕਿੱਕਰ ਆਮ ਹੁੰਦਾ ਸੀ, ਇੱਕ ਕਾਬਲੀ ਕਿੱਕਰ ਕਹਿੰਦੇ ਸਨ, ਪਹਾੜੀ ਕਿੱਕਰ ਕੀ ਕਹਿੰਦੇ। ਉਹਦਾ ਕੰਡਾ ਬੜਾ ਭੈੜਾ ਹੁੰਦਾ ਸੀ, ਸੱਚੀ ਗੱਲ, ਲੋਹੇ ਦੇ ਕਿਲ ਨਾਲੋਂ ਵੀ ਖਤਰਨਾਕ। ਗੁਰੂ ਸਾਹਿਬ ਕਹਿੰਦੇ ਸਾਕਤ ਬੰਦੇ ਦੇ ਕੋਲ ਬੈਠਣਾ ਤਾਂ ਇਸ ਤਰ੍ਹਾਂ ਹੈ ਜਿਵੇਂ ਮੰਨ ਲਓ ਕਿੱਕਰ ਦੇ, ਕਾਬਲੀ ਕਿੱਕਰ ਦਾ ਕੰਡਾ ਚੁੱਭ ਗਿਆ ਹੋਵੇ। ਜਦੋਂ ਕੰਡਾ ਚੁੱਭ ਜਾਏ, ਜਿੱਧਰ ਜਾਓਗੇ ਉਹ ਰੜਕੇਗਾ। ਸਾਕਤ ਬੰਦਾ ਉਹਦੇ ਕੋਲ ਬੈਠੋਗੇ। ਮੈਂ ਬੇਨਤੀ ਕਰਾਂਗਾ, ਸੱਚ ਇਹ ਜਿੰਨੇ ਮਰਜ਼ੀ ਆਪਣੇ ਆਪ ਨੂੰ ਪਵਿੱਤਰ ਸਮਝੋ, ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾਏ ਹੋਣ, ਰਸੋਈ 'ਚ ਕਿਤੇ ਤੁਸੀਂ ਪਤੀਲਾ ਚੁੱਕ ਲਓ, ਲੋਹ ਚੁੱਕ ਲਓ, ਤਵਾ ਚੁੱਕ ਲਓ, ਰਸੋਈ 'ਚ ਵੜੇ ਕੋਈ ਬੰਦੇ ਦੇ ਕੱਪੜੇ ਨੂੰ ਕਿਤੇ ਨਾ ਕਿਤੇ ਦਾਗ ਜ਼ਰੂਰ ਲੱਗੇਗਾ। ਸਾਕਤ ਬੰਦੇ ਦੇ ਕੋਲ ਬੈਠੋਗੇ, ਅੰਦਰ ਦੀ ਸੁਰਤ ਨੂੰ ਦਾਗ ਜ਼ਰੂਰ ਲੱਗੇਗਾ। ਉਹ ਪਰੇਸ਼ਾਨ ਕਰਦਾ ਹੈਗਾ ਨਿਤਨੇਮ 'ਚ ਤੁਹਾਨੂੰ, ਉਹ ਤੁਹਾਡੇ ਨਿਤਨੇਮ 'ਚ ਖੜਾ ਹੋ ਜਾਏਗਾ, ਉਹ ਤੁਹਾਡੇ ਗੁਰਦੁਆਰੇ ਕੀਰਤਨ 'ਚ ਖੜਾ ਹੋ ਜਾਏਗਾ। ਖਿਮਾ ਕਰਿਓ, ਕਥਾ ਵਿੱਚ ਸਾਡੇ ਨਾਲ ਬੈਠਾ ਹੋਇਆ ਦਿਸੇਗਾ। ਇਸੇ ਕਰਕੇ ਭਗਤਾਂ ਮਹਾਂਪੁਰਖਾਂ ਨੇ ਕਿਹਾ ਦੂਰਾਂ ਜਾਈਏ ਭਾਗ। ਮੈਂ ਖੈਰ ਜਿਹੜੀ ਬੇਨਤੀ ਕਰ ਲੱਗਾ, ਹੁਣ ਦੇਖੋ ਇੱਥੇ ਸਾਰੇ ਸ਼ਬਦ ਵਰਤੇ ਸਾਕਤ ਨਾਲ ਬਿਲਕੁਲ ਨੇੜੇ ਨੇ, ਪਰ ਅਖੀਰ ਤੇ ਸੁਰਤ ਨਹੀਂ ਮੈਲੀ ਹੋਣ ਦਿੱਤੀ। ਕਹਿਣ ਲੱਗੇ ਸਾਕਤ ਸੁਆਨ ਸਭ ਕਰੇ ਕਰਾਇਆ, ਇਹ ਤੇਰੀ ਬਣਾਏ ਹੋਏ ਨੇ। ਫਿਰ ਧਿਆਨ ਨਾਲ ਸੁਣਿਓ ਜੋ ਮੈਂ ਅਰਜ਼ ਕਰਨੀ ਚਾਹੁੰਦਾ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਤੁਸੀਂ ਜਪਜੀ ਸਾਹਿਬ, ਇੱਕ ਪੌੜੀ ਦੇ ਵਿੱਚ ਸਤਿਗੁਰਾਂ ਨੇ ਪੂਰੇ ਦੇ ਪੂਰੇ ਜਿੰਨੇ ਸੰਸਾਰ ਦੇ ਧਰਮ ਕਹਿ ਲਵਾਂ ਮੈਂ 300 ਦੇ ਕਰੀਬ ਨੇ, ਛੋਟੇ ਚਾਰ ਵੱਡੇ ਨੇ, 4-5, ਬਾਕੀ ਤਾਂ
300 ਦੇ ਕਰੀਬ ਲੋਕ ਸਿਆਣੇ ਵਰਦੇ, ਪਰ ਸਾਰਿਆਂ ਧਰਮਾਂ ਦੀਆਂ ਜਿਹੜੀਆਂ ਪद्धਤੀਆਂ ਨੇ ਉਹਨਾਂ ਦੇ ਤਰੀਕੇ ਨੂੰ ਦਾ ਇੱਕੋ ਪੌੜੀ ਜ਼ਿਕਰ ਕੀਤਾ, ਅਸੰਖ ਜਪ ਅਸੰਖ ਭਾਉ ਵਾਲੀ, ਅਸੰਖ ਪੂਜਾ ਅਸੰਖ ਤਪ ਤਾਓ। ਉਸ ਪੌੜੀ 'ਚ ਸਤਿਗੁਰਾਂ ਨੇ ਕਿਸੇ ਵੀ ਮਨਮਤੀ ਦਾ, ਕਿਸੇ ਵੀ ਸਾਕਤ ਦਾ, ਕਿਸੇ ਵੀ ਦੁਰਜਨ ਦਾ, ਕਿਸੇ ਵੀ ਨਾਸਤਿਕ ਦਾ ਜ਼ਿਕਰ ਨਹੀਂ ਕੀਤਾ। ਪਰ ਉਹਦੇ ਅਖੀਰ ਤੇ ਮਹਾਰਾਜ ਜੀ ਨੇ ਕੀ ਕਿਹਾ? ਉਹ ਸ਼ਬਦ ਨੇ ਕਿ ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ। ਸਾਈ ਭਲੀ ਕਰ ਤੇਰਾ ਕੰਮ ਚੰਗਾ ਹੈ, ਆਪ ਹੀ ਕਹਾਂਗੇ ਭਗਤੀ ਵਾਲੇ ਸੱਚੀ ਮੁੱਚੀ ਕੰਮ ਚੰਗਾ ਬੰਦਗੀ ਕਰਨ। ਹੁਣ ਅਗਲੀ ਪੌੜੀ ਤੁਸੀਂ ਪੜ੍ਹੋ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਗਲੀ ਪੌੜੀ 'ਚ ਮੈਂ ਕਈ ਵਾਰੀ ਬੇਨਤੀ ਕਰਾਂ, ਜਿੰਨੇ ਅਪਰਾਧੀ ਨੇ, ਜਿੰਨੇ ਕ੍ਰਿਮੀਨਲ ਨੇ, ਇਉਂ ਕਹਿ ਲਓ ਜਿਨ੍ਹਾਂ ਨੂੰ ਧਰਮ ਦੀ ਸ਼ਬਦਾਵਲੀ ਵਿੱਚ ਦੁਰਕਾਰਿਆ ਗਿਆ, ਉਹਨਾਂ ਸਾਰਿਆਂ ਦਾ ਨਾਂ ਇਕੱਠਾ ਲੈ ਦਿੱਤਾ। ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ, ਅਮਰ ਦਾ ਅਰਥ ਤਾਕਤ ਜ਼ੋਰ ਦਿਖਾਣਾ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਇਆ, ਅਸੰਖ ਪਾਪੀ ਪਾਪ ਕਰ ਜਾਏ। ਪਰ ਮੈਂ ਸੰਖੇਤ ਅਖੀਰਲੀ ਤੋਂ ਕਿ ਅਸੰਖ ਨਿੰਦਕ ਸਿਰ ਕਰੇ ਭਾਰ। ਮਹਾਰਾਜ ਕਹਿੰਦੇ ਨਾਨਕ ਨੀਚ ਕਹੇ ਵਿਚਾਰ। ਉਹਦੇ ਵਿੱਚ ਹਜ਼ੂਰ ਨੇ ਕੀ ਕਿਹਾ? ਉਹਦੇ ਵਿੱਚ ਵੀ ਸਤਿਗੁਰਾਂ ਨੇ ਅੰਤ ਤੁਕ ਇਹੀ ਵਰਤੀ ਹੈ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਇਹਦਾ ਮਤਲਬ ਸਿੱਖ ਦੀ ਸੁਰਤ ਨੂੰ ਇੰਨੇ ਮਾੜਿਆਂ ਦਾ ਜ਼ਿਕਰ ਕਰਕੇ ਵੀ ਮੈਲਿਆਂ ਨਹੀਂ ਖੋਣ ਦਿੱਤਾ। ਤੇਰੀ ਸੁਰਤ ਉੱਠ ਜਾਏ ਤੂੰ ਬਸ ਇੱਕੋ ਹੀ ਬੇਨਤੀ ਕਰ, ਮਾਲਕਾ ਮੰਦਿਆਂ ਤੇ ਚੰਗਿਆਂ ਨੂੰ ਸਾਂਭਣ ਵਾਲਾ ਤੂੰ ਹੈ। ਮੇਰੀ ਬੇਨਤੀ ਸਮਝ ਆਓਗੇ ਤੁਸੀਂ। ਦੇਖੋ ਅੱਜ ਸਤਿਗੁਰਾਂ ਨੇ ਪਹਿਲਾਂ ਜ਼ਿਕਰ ਕੀਤਾ ਪਖੰਡੀਆਂ ਦਾ, ਹੈਰਾਨ ਹੋਇਆ ਵਿਚਕਾਰ ਸ਼ਬਦ ਰੱਖ ਦਿੱਤੇ ਅਸਲੀਆਂ ਦੇ, ਬੰਦਗੀ ਵਾਲਿਆਂ ਦੇ। ਹੁਣ ਸਤਿਗੁਰੂ ਦੀ ਬਾਣੀ ਵਿੱਚ ਇਹ ਜੋ ਸ਼ਬਦ ਹੈ ਸਾਰਾ ਆ ਗਿਆ ਵੀ ਪਖੰਡੀ ਗੁਰੂ ਨੱਚ ਰਹੇ ਨੇ, ਚੇਲੇ ਸਾਜ਼ ਵਜਾ ਰਹੇ ਨੇ, ਪੈਰਾਂ 'ਚੋਂ ਮਿੱਟੀ ਉੱਡ ਕੇ ਝਾਟਾ ਭਰਿਆ ਪਿਆ। ਹੁਣ ਸਤਿਗੁਰੂ ਕਹਿੰਦੇ ਨਹੀਂ, ਕੱਲੇ ਪਖੰਡੀ ਨਹੀਂ ਸੰਸਾਰ ਵਿੱਚ, ਇੱਥੇ ਸੇਵਕ ਵੀ ਨੇ, ਚਾਹ ਵਾਲੇ ਵੀ ਨੇ, ਰੋਟੀਆਂ ਕਾਰਨ ਪੂਰੇ ਤਾਲ ਨਹੀਂ, ਆਪਣੇ ਪ੍ਰੀਤਮ ਨੂੰ ਰਿਝਾਉਣ ਵਾਲੇ ਵੀ ਨੇ। ਹਜ਼ੂਰ ਨੇ ਫਿਰ ਉਹਨਾਂ ਦਾ ਜ਼ਿਕਰ ਕਰਦਿਆਂ ਪਹਿਲਾ ਸ਼ਬਦ ਕਿਆ? ਨਿਰਭਉ ਨਿਰੰਕਾਰ ਸਚ ਨਾਮ। ਧਿਆਨ ਨਾਲ ਸੁਣਿਓ, ਇਹ ਤੁਕ ਇੱਥੇ ਕਿਉਂ ਦਰਜ ਕੀਤੀ? ਜੋ ਸ਼ਬਦ ਸੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਿ ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਕੋਈ ਗੋਪੀਆਂ ਬਣ ਕੇ ਕਾਨ ਨੂੰ ਗਾ ਰਿਹਾ, ਕੋਈ ਸੀਤਾ ਰਾਜੇ ਰਾਮ ਦੀ ਗੱਲ ਕਰ ਰਿਹਾ। ਸਤਿਗੁਰੂ ਇੱਥੋਂ ਫਿਰ ਸੁਰਤ ਚੁੱਕ ਕੇ ਲੈ ਗਏ, ਭਾਈ ਸਿੱਖੋ ਇਹ ਜਿਨ੍ਹਾਂ ਨੂੰ ਅਵਤਾਰ ਕਹਿੰਦੇ ਹੋ ਇਹ ਭੈ ਮੁਕਤ ਨਹੀਂ। ਭੈ ਮੁਕਤ ਜਿਹੜਾ ਹੁੰਦਾ ਉਹਦੇ ਉੱਤੇ ਦੁੱਖ ਅਸਰ ਨਹੀਂ ਕਰਦਾ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਜੇ ਭੈ ਮੁਕਤ ਹੁੰਦੇ ਤੇ ਇਹ ਸ਼ਬਦ ਕਿਉਂ ਗੁਰਦੇਵ ਦਰਜ ਕਰਦੇ? ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਏ। ਭੈ ਵਾਲੇ ਦੇ ਅੰਦਰ ਰੋਣਾ ਜਨਮ ਲੈਂਦਾ ਹੈ। ਹਾਂ, ਜਿਹੜਾ ਰੱਬ ਦੇ ਭੈ 'ਚ ਰਹਿੰਦਾ ਹੈ ਉਹਦੀਆਂ ਅੱਖਾਂ 'ਚੋਂ ਵੀ ਨੀਰ ਆਉਂਦਾ ਸੀ ਅੱਗੇ ਦੇਖਣੇ। ਸਤਿਗੁਰਾਂ ਨੇ ਗੋਪੀਆਂ ਤੇ ਕਾਨ ਤੇ ਸੀਤਾ ਤੇ ਰਾਮ ਦੀ ਤੁਕ ਕਹਿਣ ਤੋਂ ਬਾਅਦ ਇੱਕੋ ਦਮ ਸਾਡੀ ਸੁਰਤ ਲੈ ਗਏ, ਭਾਈ ਇੱਕ ਸਿਰਫ ਪਰਮਾਤਮਾ ਹੈ ਜਿਹੜਾ ਨਿਰਭਉ ਹੈ, ਜਿਹਨੂੰ ਕਿਸੇ ਦਾ ਕੋਈ ਡਰ ਨਹੀਂ। ਹਜ਼ੂਰ ਨੇ ਫਰਮਾਇਆ ਨਿਰਭਉ। ਇਹ ਇਸ ਤੁਕ ਤੇ ਥੋੜਾ ਰੁਕਾਂਗਾ ਮੈਂ। ਨਿਰਭਉ ਨਿਰੰਕਾਰ ਸਚ ਨਾਮ। ਜੇ ਤੁਸੀਂ ਉਪਾਸਨਾ ਕਰਨੀ ਹੈ, ਬੰਦਗੀ ਕਰਨੀ ਹੈ, ਉਹਦੀ ਕਰੋ ਜਿਹੜਾ ਭੈ ਤੋਂ ਮੁਕਤ ਹੈ, ਜਿਹੜਾ ਆਕਾਰ ਕੋਈ ਨਹੀਂ। ਕਿਉਂਕਿ ਆਕਾਰ ਵਾਲੀ ਹਰ ਚੀਜ਼ ਦੁੱਖ ਸੁੱਖ ਦਾ ਪ੍ਰਭਾਵ ਤਕਰੀਬਨ ਕਬੂਲ ਜਾਂਦੀ ਹੈ। ਸੱਚ ਨਾਮ, ਜਿਹਦਾ ਨਾਮ ਝੂਠਾ ਨਹੀਂ, ਆਕਾਰ ਤੋਂ ਰਹਿ ਤੇ ਪਰ ਉਹਦਾ ਨਾਮ ਸਦਾ ਵਾਸਤੇ ਹੀ ਰਹਿਣਾ ਹੈ। ਬਸ ਇਹ ਤਿੰਨ ਤੁਕਾਂ, ਤਿੰਨ ਬਚਨ ਪਹਿਲਾਂ, ਨਿਰਭਉ ਨਿਰੰਕਾਰ ਸੱਚ ਨਾਮ। ਉਸ ਦਿਨ ਅਰਜ਼ ਕੀਤੀ ਸੀ ਪਰਮਾਤਮਾ ਨੂੰ ਭੈ ਕੋਈ ਨਹੀਂ। ਦੇਖੋ ਹਮੇਸ਼ਾ ਭੈ ਆਪਣੇ ਬਰਾਬਰ ਦੇ ਤੋਂ ਤੇ ਆਪਣੇ ਵੱਡੇ ਤੋਂ ਲੱਗਣ ਲੱਗ ਪੈਂਦਾ। ਆਪਣੇ ਛੋਟੇ ਤੋਂ ਬੰਦਾ ਛੇਤੀ ਭੈ ਨਹੀਂ ਖਾਂਦਾ। ਜਦੋਂ ਕੋਈ ਆਪਣੇ ਬਰਾਬਰ ਤੋਂ ਲਾ ਜਾਏ ਉਦੋਂ ਬੰਦਾ ਭੈ ਵਿੱਚ ਡਰ ਵੀ ਜਿੰਦਾ ਹੈ, ਪਰ ਉਸ ਏਕੇ ਨੂੰ ਤਾਂ ਭੈ ਕੋਈ ਨਹੀਂ। ਮਹਾਰਾਜ ਜੀ ਨੇ ਕਿਹਾ ਏਕੇ ਕੋ ਭਉ ਕਿਛ ਨਾ ਹੈ। ਉਸ ਇੱਕ ਪਰਮਾਤਮਾ ਨੂੰ ਕੋਈ ਭਉ ਨਹੀਂ, ਉਹਨੂੰ ਕੋਈ ਡਰ ਨਹੀਂ। क्योंकि तिसते ऊपर ना ही कोई कौन डरे, डर किसका होए।
ਉਸ ਪਰਿਪੂਰਨ ਪਰਮਾਤਮਾ ਨੂੰ ਕੋਈ ਭੈ ਨਹੀਂ। ਤੇ ਮੈਂ ਉਸ ਦਿਨ ਬੇਨਤੀ ਕੀਤੀ ਸੀ, ਉਹਨੂੰ ਕੋਈ ਭੈ ਨਹੀਂ ਮੇਰੀ ਪਦਵੀ ਖੁੱਸ ਜਾਣੀ, ਉਹਨੂੰ ਕੋਈ ਭੈ ਨਹੀਂ ਮੇਰੀ ਹੋਂਦ ਨੇ ਖਤਮ ਹੋ ਜਾਣਾ, ਉਹਨੂੰ ਕੋਈ ਭੈ ਨਹੀਂ ਜੇ ਲੋਕ ਨਹੀਂ ਮੰਨਣਗੇ, ਉਹਦੀ ਹਸਤੀ ਫਿਰ ਵੀ ਕਾਇਮ ਹੈ। ਬੰਦੇ ਨੂੰ ਭੈ ਤਾਂ ਹੁੰਦਾ ਹੈ, ਅੱਜ ਲੋਕ ਮੈਨੂੰ ਸੁਣਦੇ ਨੇ, ਕੱਲ ਕੀ ਬਣੇਗਾ? ਅੱਜ ਲੋਕ ਮੈਨੂੰ ਮੰਨਦੇ ਪਏ ਨੇ ਵੋਟਾਂ ਨਾਲ, ਕੱਲ ਮੇਰਾ ਕੀ ਬਣੇਗਾ? ਉਹ ਪਰਮਾਤਮਾ ਤਾਂ ਇੰਨਾ ਨਿਰਭਉ, ਸਾਰੀ ਦੁਨੀਆ ਨਾਸਤਕ ਬਣ ਕੇ ਉਹਦੇ ਵਿਰੋਧ ਵਿੱਚ ਖਲੋ ਜਾਏ, ਸਾਰੀ ਦੁਨੀਆ ਵੋਟਿੰਗ ਕਰ ਲਏ, ਉਹਦੀ ਪਦਵੀ ਨੂੰ ਕੋਈ ਹਿਲਾ ਹੀ ਨਹੀਂ ਸਕਦਾ। ਉਹ ਤਾਂ ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਅੱਜ ਵੀ ਹੈ, ਜਾਏਗਾ ਨਹੀਂ। ਉਹਦੀ ਪਦਵੀ ਨੂੰ ਕੋਈ ਖਤਰਾ ਨਹੀਂ, ਉਹਨੂੰ ਕੋਈ ਖੋ ਨਹੀਂ ਸਕਦਾ, ਉਹਦੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ। ਪਹਿਲੀ ਗੱਲ, ਉਹ ਭੈ ਤੋਂ ਮੁਕਤ ਹੈ, ਕਿਉਂਕਿ ਉਹਦੇ ਤੇ ਸਮਾਂ ਪ੍ਰਭਾਵ ਨਹੀਂ ਪਾਉਂਦਾ। ਸਾਡੇ ਤੇ ਸਮਾਂ ਪ੍ਰਭਾਵ ਪਾ ਰਿਹਾ। ਸਾਡੇ ਕੋਲ ਬਚਪਨ, ਜਵਾਨੀ, ਬੁਢੇਪਾ, ਮੌਤ, ਇਹ ਕਾਲ ਦਾ ਪ੍ਰਭਾਵ ਹੈ। ਪਰ ਪਰਿਪੂਰਨ ਪਰਮਾਤਮਾ, ਉਸ ਉੱਪਰ ਕੋਈ ਭੈ ਨਹੀਂ ਪਿਆਰਿਓ। ਉਹ ਤਾਂ ਸੱਚਮੁੱਚ ਕੇਵਲ ਨਿਰਭਉ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ। ਅਗਲੀ ਬੇਨਤੀ, ਉਹਦਾ ਆਕਾਰ ਕੋਈ ਨਹੀਂ। ਪਰਮਾਤਮਾ ਦਾ ਕੋਈ ਆਕਾਰ ਨਹੀਂ, ਉਹ ਨਿਰਾਕਾਰ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਿਰਗੁਣ ਤੇ ਸਰਗੁਣ ਦੋਨਾਂ ਦਾ ਜ਼ਿਕਰ ਕੀਤਾ ਹੈ। ਨਿਰਾਕਾਰ ਤੇ ਸਾਕਾਰ ਦੋਨਾਂ ਦਾ ਜ਼ਿਕਰ ਕੀਤਾ। ਤੁਸੀਂ ਸਾਰੇ ਬਾਣੀ ਚੋਂ ਪੜ੍ਹਦੇ ਹੋ। ਕੱਲ ਮੈਂ ਸ਼ਾਇਦ ਪਰਸੋਂ ਪ੍ਰਮਾਣ ਦਿੱਤਾ ਸੀ, ਸਹਿਸ ਤਵ ਨੈਣ ਨਨ ਨੈਣ ਕਹਿ। ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਜੋ ਮੈਂ ਅਰਜ਼ ਕਰ ਲੱਗਾ, ਉਕਤਾਇਓ ਨਾ। ਨਿਰਾਕਾਰ, ਜਿਹਦਾ ਆਕਾਰ ਕੋਈ ਨਹੀਂ, ਪਰ ਅਸੀਂ ਮੰਨਦੇ ਹਾਂ ਕਿ ਆਕਾਰ ਤੋਂ ਬਿਨਾਂ ਕੁਝ ਹੈ। ਬਿਲਕੁਲ ਸਾਡੀ ਬਾਡੀ 'ਚ, ਸਾਡੀ ਪੰਜਾਂ ਤੱਤਾਂ ਦੀ ਕਾਇਆ ਦਾ ਆਕਾਰ ਹੈ, ਪਰ ਜਿਹੜੀ ਇਸ ਕਾਇਆ ਨੂੰ ਚਲਾਉਣ ਵਾਲੀ ਆਤਮਾ, ਉਹਦਾ ਆਕਾਰ ਕਿੱਥੇ ਹੈ? ਕਿਹੜੀ ਥਾਂ ਤੇ ਉਹਦਾ ਆਕਾਰ ਹੈ ਜੀ? ਉਹ ਸਾਨੂੰ ਨਜ਼ਰ ਆ ਰਹੀ? ਅਗਲੀ ਬੇਨਤੀ ਕਰਾਂ, ਚਲੋ ਇਹ ਤਾਂ ਬੜੀ ਉੱਚੀ ਗੱਲ ਕਿ ਆਤਮਾ ਨਜ਼ਰ ਨਹੀਂ ਆਉਂਦੀ ਪਈ, ਪਰ ਉਹਦੀ ਹੋਂਦ ਹੈ। ਜੇ ਉਹਦੀ ਅਦ੍ਰਿਸ਼ਟ, ਜਿਹੜਾ ਜਿਹਨੂੰ ਅਦ੍ਰਿਸ਼ਟ ਕਹਿੰਦੇ ਆ, ਆਕਾਰ ਰਹਿਤ ਕਹਿੰਦੇ ਆ ਪਿਆਰਿਓ, ਉਹਦੀ ਹੋਂਦ ਹੈ ਤਾਂ ਸਾਡੀ ਬਾਡੀ ਚੱਲਦੀ ਪਈ ਹੈ। ਜੇ ਉਹਦੀ ਹੋਂਦ ਨਹੀਂ ਤਾਂ ਸਾਡੀ ਬਾਡੀ ਕਿੱਥੇ ਚੱਲੇਗੀ? ਮੈਂ ਹੋਰ ਦੋ ਤਿੰਨ ਬੇਨਤੀਆਂ ਕਰਾਂ। ਜੇ ਬੰਦੇ ਨੂੰ ਆਪਣੀਆਂ ਵਾਸ਼ਨਾਵਾਂ ਦੇ ਆਕਾਰ ਤੇ ਵਜੂਦ ਮਿਲ ਜਾਣ, ਕਿ ਉਹਨਾਂ ਨੂੰ ਚਿਣੀ ਚਿਣੀ ਕਰਕੇ ਖਤਮ ਨਹੀਂ ਕਰ ਦੇਗਾ? ਕਾਮ ਦਾ ਵਜੂਦ ਕਿੱਥੇ ਵੇ? ਸੁਣਿਓ, ਕ੍ਰੋਧ ਦਾ ਵਜੂਦ ਕਿੱਥੇ ਵੇ? ਆਕਾਰ ਦੇਖਿਆ ਕ੍ਰੋਧ ਦਾ? ਇਹ ਗੱਲ ਵੱਖਰੀ ਕਿ ਹਿੰਦੂਇਜ਼ਮ ਵਿੱਚ ਵੀ, ਖਾਸ ਕਰਕੇ ਕੁਝ ਹੋਰ ਧਰਮਾਂ ਵਿੱਚ ਵੀ, ਉਹਨਾਂ ਨੇ ਮੂਰਤੀਆਂ ਬਣਾ ਦਿੱਤੀਆਂ। ਇਹ ਕਾਮ ਦੀ ਮੂਰਤ ਹੈ, ਕ੍ਰੋਧ ਦੀ ਮੂਰਤ ਹੈ। ਜੇ ਬੰਦੇ ਨੂੰ ਬਿਲਕੁਲ ਸਾਕਾਰ ਦਿਸਦੇ ਹੁੰਦੇ ਤੇ ਉਹਨਾਂ ਸਾਰੀਆਂ ਵਾਸ਼ਨਾਵਾਂ ਨੂੰ ਟੁਕੜੇ ਟੁਕੜੇ ਨਾ ਕਰ ਦਿੰਦੇ। ਜੇ ਅੱਜ ਮੰਨ ਲਓ ਕਿ ਅਸੀਂ ਕਹਿੰਦੇ ਹਾਂ ਕ੍ਰੋਧ ਬੜੀ ਭੈੜੀ ਚੀਜ਼ ਹੈ ਦੁਨੀਆ 'ਚ, ਇਹ ਸ਼ਬਦ ਵਰਤਨੇ, ਗੁੱਸਾ ਬੜਾ ਜ਼ਾਲਮ ਜੇ, ਤੇ ਪਿਆਰਿਓ ਜੇ ਇਨਸਾਨ ਨੂੰ ਗੁੱਸਾ ਆਕਾਰ ਦੇ ਰੂਪ ਵਿੱਚ ਦਿਸਦਾ ਹੁੰਦਾ ਤੇ ਇਸ ਜ਼ਾਲਮ ਦੇ ਟੁਕੜੇ ਕਰ ਕਰਕੇ ਸਮੁੰਦਰ 'ਚ ਕਦੀ ਦੇਰ ਦਾ ਛੱਡ ਦਿੰਦਾ। ਜੇ ਕਾਮ ਦਾ ਆਕਾਰ ਦਿਸਦਾ ਹੁੰਦਾ, ਇਹਦੇ ਟੁਕੜੇ ਨਾ ਕਰਦਾ। ਜੇ ਲਾਲਚ ਦਾ ਆਕਾਰ ਦਿਸਦਾ, ਇਹਨੂੰ ਭਾਂਦਾ ਨਾ। ਮੈਂ ਇੱਕ ਬੇਨਤੀ ਕਰਾਂਗਾ, ਸਾਡੀ ਬਾਡੀ ਵਿੱਚ ਕੁਝ ਜਜ਼ਬੇ ਵੀ ਨੇ ਜਿਨ੍ਹਾਂ ਦਾ ਆਕਾਰ ਕੋਈ ਨਹੀਂ, ਨਿਰਾਕਾਰ ਨੇ, ਪਰ ਜਦੋਂ ਉਹ ਜਜ਼ਬੇ ਸਾਡੀ ਬਾਡੀ ਤੇ ਪੂਰਾ ਪ੍ਰਭਾਵ ਪਾਉਂਦੇ ਨੇ, ਸੱਚੇ ਵੀ ਉਦੋਂ ਆਕਾਰ ਵਾਲੀ ਬਾਡੀ ਵੀ ਕੰਬਣ ਲੱਗ ਪੈਂਦੀ ਹੈ। ਮੇਰੀ ਬੇਨਤੀ ਸੁਣਿਓ, ਮੈਂ ਗੱਲ ਥੋੜੀ ਜਿਹੀ ਗਹਿਰੀ ਕਹਿ ਰਿਹਾ, ਸਮਝ ਪਏਗੀ। ਅਰਜ਼ ਮੈਂ ਸ਼ਬਦ ਕੀਤੀ ਨਿਰਾਕਾਰ ਸੀ ਕਿ ਨਾ, ਜਿਹੜਾ ਹੈ ਹੀ ਕੋਈ ਨਹੀਂ। ਇਹ ਬਚਨ ਮਹਾਰਾਜ ਜੀ ਨੂੰ ਵੀ ਕਿਹਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਅਰਬ 'ਚ ਗਏ ਨੇ, ਸਾਨੂੰ ਸਭ ਨੂੰ ਪਤਾ ਹੈ, ਤੇ ਪੀਰ ਦਸਤਗੀਰ ਮਿਲਦਾ ਹੈ। ਉਸ ਦਿਨ ਮੈਂ ਜ਼ਿਕਰ ਕੀਤਾ, ਤੇ ਦਸਤਗੀਰ ਨਾਮ ਨਹੀਂ। ਆਪ ਨੂੰ ਪਤਾ ਹੋਣਾ ਹੈ ਕਿ ਦਸਤਗੀਰ ਪੀਰ ਦਾ ਨਾਮ ਨਹੀਂ, ਦਸਤਗੀਰ ਤੇ ਇੱਕ ਫਿਰਕਾ ਹੈ ਉਹਨਾਂ ਦਾ। ਉਹ ਕੀ ਕਰਦੇ ਨੇ? ਦਸਤਗੀਰ ਦਾ ਅਰਥ ਹੁੰਦਾ ਹੈ ਜਦੋਂ ਕੋਈ ਉਹਨਾਂ ਦਾ ਚੇਲਾ ਬਣਦਾ, ਮੁਰੀਦ ਬਣਦਾ, ਤੇ ਉਹਦੇ ਹੱਥ ਨੂੰ ਲੈ ਕੇ ਪੀਰ ਆਪਣੇ ਦੋਨਾਂ ਹੱਥਾਂ ਵਿੱਚ ਪਕੜ ਲੈਂਦਾ। ਉਹਦਾ ਹੱਥ ਪਕੜਿਆ ਨਾ ਜੀ, ਉਹਨੂੰ ਦੋਨਾਂ ਹੱਥਾਂ 'ਚ ਘੁੱਟ ਲਿਆ। ਇਹਦਾ ਮਤਲਬ ਇਹ ਹੁੰਦਾ ਹੈ, ਦਸਤਗੀਰਦਾਰ ਤੇ ਹੱਥ ਪਕੜਨ ਵਾਲਾ, ਤੂੰ ਮੇਰਾ ਮੁਰੀਦ ਬਣਿਆ, ਮੈਂ ਤੇਰੀ ਹੱਥ ਪਕੜ ਲਿਆ, ਮੈਂ ਤੇਰਾ ਰੱਬ ਦੀ ਦਰਗਾਹ ਤੱਕ ਹੱਥ ਨਹੀਂ ਛੱਡਾਂਗਾ। ਦਸਤਗੀਰਦਾਰ ਤੇ ਹੱਥ ਪਕੜਨ ਵਾਲਾ, ਇਹਨੂੰ ਸਤਿਗੁਰੂ ਨੇ ਬਾਣੀ 'ਚ ਇੱਕ ਥਾਂ ਵਰਤਿਆ ਵੀ, ਜਨ ਪਿਸਰ ਪਦਰ ਬਿਰਾਦਰਾ ਕਸ ਨੇਸ਼ ਦਸਤੰਗੀਰ, ਕੋਈ ਮੇਰਾ ਹੱਥ ਪਕੜਨ ਵਾਲਾ ਨਹੀਂ। ਫਿਰ ਮੇਰੀ ਬੇਨਤੀ ਸੁਣੋ, ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਨੂੰ ਦਸਤਗੀਰ ਮਿਲਦਾ ਹੈ।
ਉਹਨੇ ਕੁਝ ਪ੍ਰਸ਼ਨ ਕੀਤੇ। ਉਂਝ ਵੈਸੇ ਕਿਤਾਬ ਅਰਬੀ 'ਚ ਹੈ, ਮੈਂ ਇੱਕ ਵਾਰੀ ਜ਼ਿਕਰ ਵੀ ਕੀਤਾ ਸੀ ਕਿ ਸਾਡੇ ਇੱਕ ਕਥਾਵਾਚਕ ਸੈਯਦ ਪ੍ਰਿਥੀਪਾਲ ਸਿੰਘ, ਉਹ ਮੁਸ਼ਤਾਕ ਹੁਸੈਨ ਉਹਨਾਂ ਦਾ ਨਾਮ ਸੀ, ਮੀਰਪੁਰ ਦੇ ਕਸ਼ਮੀਰ ਦੇ ਰਹਿਣ ਵਾਲੇ ਸਨ। ਉਹ ਹੱਜ ਕਰਨ ਗਏ ਆਪਣੇ ਅੱਬਾ ਨਾਲ। ਉਹ ਕਹਿੰਦੇ ਨੇ ਉੱਥੇ ਮੈਨੂੰ ਇੱਕ ਕਿਤਾਬ ਮਿਲੀ ਸੀ, ਖਰੜਾ ਸਿਆਤੋ ਵਾ ਬਾਬਾ ਨਾਨਕ। ਉਹ ਕਿਤਾਬ ਉਹਨਾਂ ਨੇ ਕੁਝ ਉਤਾਰਾ ਕੀਤਾ, ਬਾਅਦ 'ਚ ਉਹਨਾਂ ਅੰਮ੍ਰਿਤ ਛਕ ਲਿਆ ਸੀ। ਸਿੰਘ ਸਾਹਿਬ ਗਿਆਨੀ ਅਛਰ ਸਿੰਘ ਹੋਏ ਨੇ, ਉਹ ਅੰਮ੍ਰਿਤ ਦੀ ਦਾਤ ਲੈ ਕੇ ਉਹਨਾਂ ਦੀ ਪ੍ਰਭਾਵ ਥੱਲੇ ਉਹਨਾਂ ਸਿੱਖੀ ਦਾ ਬੜਾ ਪ੍ਰਚਾਰ ਕੀਤਾ। ਉਹ ਤੇ ਕਹਿੰਦੇ ਨੇ ਹਜ਼ੂਰ ਨੂੰ 300 ਦੇ ਕਰੀਬ ਪੀਰ ਨੇ ਸਵਾਲ ਕੀਤੇ, ਮਹਾਰਾਜ ਜੀ ਨੇ ਉਹਦਾ ਉੱਤਰ ਦਿੱਤਾ। ਹੁਣ ਚਲੋ ਸਾਡੇ ਕੋਲ ਤਾਂ ਇੱਕ ਪੌੜੀ ਸੁਣਾ ਦਿੱਤੀ, ਜਿੱਦਣ ਗੁਰਪੁਰਬ ਆਇਆ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕਿ ਅਸਥਾਨਾ ਮੱਕਾ ਫਿਰਿਆ, ਕਹਾਣੀ ਖਤਮ। ਉਹਨੇ ਬੜੇ ਸਵਾਲ ਕੀਤੇ। ਉਹਦੇ ਪ੍ਰਸ਼ਨਾਂ ਵਿੱਚੋਂ 3 ਪ੍ਰਸ਼ਨ ਸਨ। ਉਹਨੇ ਪਹਿਲਾ ਸਵਾਲ ਕੀਤਾ ਸੀ ਕਿ ਰੱਬ ਇੱਕ ਹੈ? ਸਤਿਗੁਰੂ ਨੇ ਕਿਹਾ ਬਿਲਕੁਲ ਇੱਕ। ਉਹ ਕਹਿੰਦਾ ਜੇ ਇੱਕ ਹੈ ਤੇ ਇੱਕ ਤੋਂ ਪਹਿਲਾਂ ਕੀ ਸੀ? ਇਸ ਇੱਕ ਤੋਂ ਪਹਿਲਾਂ ਕੀ ਸੀ? ਦੂਜਾ ਉਹਦਾ ਸਵਾਲ ਸੀ, ਜਿਹੜਾ ਇੱਕ ਹੈ ਤੁਸੀਂ ਕਹਿ ਰਹੇ ਹੋ, ਦਿਸਦਾ ਕਿਉਂ ਨਹੀਂ? ਨਜ਼ਰ ਕਿਉਂ ਨਹੀਂ ਆਉਂਦਾ ਪਿਆ? ਬੇਨਤੀ ਸੁਣਿਓ। ਤੀਸਰਾ ਉਹਨੇ ਸਵਾਲ ਕੀਤਾ ਸੀ, ਉਹ ਕਰਦਾ ਕੀ ਹੈ? ਫਿਰ 3 ਹੀ ਸਵਾਲ ਸਨ। ਇੱਕ ਤੋਂ ਪਹਿਲਾਂ ਕੀ, ਉਹ ਕਰਦਾ ਕੀ ਹੈ, ਜੇ ਹੈ ਤੇ ਦਿਸਦਾ ਕਿਉਂ ਨਹੀਂ ਪਿਆ? ਉੱਥੇ ਮਹਾਰਾਜ ਜੀ ਨੇ ਬਹੁਤ ਸੋਹਣੀ ਗੱਲ ਕਹੀ। ਪਹਿਲੀ ਗੱਲ ਤਾਂ ਉਹਨੂੰ ਕਹੀ, ਤੂੰ ਗਿਣਤੀ ਕਰ। ਉਹਨੇ ਗਿਣਤੀ ਸ਼ੁਰੂ ਕੀਤੀ, 1 2 3 4 5। ਸਤਿਗੁਰੂ ਨੇ ਕਿਹਾ ਨਹੀਂ, ਅੱਗੇ ਨਹੀਂ, 5 ਤੋਂ ਪਿੱਛੇ ਨੂੰ ਚੱਲ। ਉਹਨੇ ਪਿੱਛੋਂ ਸ਼ੁਰੂ ਕਰ ਦਿੱਤਾ, 5 4 3 2 1। ਸਤਿਗੁਰੂ ਕਿਹਾ 4 ਤੋਂ। ਖੈਰ ਉਹ ਮੁੱਕਦੀ ਗੱਲ ਕੀ ਜੀ, ਉਹ ਪਿੱਛਾਂ ਦੀ ਗਿਣਤੀ ਕਰੇ। ਸਤਿਗੁਰੂ ਕਹਿੰਦੇ ਨੇ 1 ਤੋਂ ਪਿੱਛੇ ਚੱਲ। ਕਹਿੰਦੇ ਨੇ 1 ਤੋਂ ਪਿੱਛੇ ਚੱਲਣਾ ਸਾਡੀ ਸਮਝ ਤੋਂ ਬਾਹਰ ਹੈ। 1 ਤੋਂ ਸਾਰੀ ਗਿਣਤੀ ਸ਼ੁਰੂ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ 1 ਆਪਣੇ ਆਪ ਵਿੱਚ ਸਮਰੱਥ ਹੈ, ਸਾਨੂੰ ਕੋਈ ਪਤਾ ਨਹੀਂ 1 ਤੋਂ ਬਾਅਦ ਕੀ ਹੈ, ਤੇ 1 ਤੋਂ ਬਾਅਦ ਉਹ ਕੱਲਾ ਆਪ ਹੀ ਹੈ। ਜਦੋਂ ਸਾਕਾਰ ਹੁੰਦਾ ਉਦੋਂ ਵੀ ਆਪ ਹੈ, ਤੇ ਜਦੋਂ ਨਿਰਾਕਾਰ ਹੈ ਉਦੋਂ ਵੀ ਆਪ ਹੈ। ਤੈਨੂੰ ਸਮਝ ਨਹੀਂ 1 ਤੋਂ ਬਾਅਦ ਕੀ। ਦੂਜੀ ਗੱਲ ਤੂੰ ਕਹੀ ਜੇ ਹੈ ਤੇ ਦਿਸਦਾ ਕਿਉਂ ਨਹੀਂ, ਨਜ਼ਰ ਕਿਉਂ ਨਹੀਂ ਆਉਂਦਾ? ਸਤਿਗੁਰਾਂ ਨੂੰ ਉੱਤਰ ਦਿੱਤਾ ਫਕੀਰ, ਦਸਤਗੀਰ ਪੀਰ, ਘਿਓ ਵਿੱਚ ਵਾਹਿਗੁਰੂ, ਦੁੱਧ ਵਿੱਚ ਘਿਓ, ਮੱਖਣ ਖਾਏ, ਮੱਖਣ ਖਾਏ? ਕਹਿੰਦਾ ਬਿਲਕੁਲ। ਸਤਿਗੁਰੂ ਕਹਿੰਦੇ ਨੇ ਹੈ ਤੇ ਦਿਸਦਾ ਕਿਉਂ ਨਹੀਂ? ਜੇ ਹੈ ਦਿਸ ਕਿਉਂ ਨਹੀਂ ਰਿਹਾ? ਫਿਰ ਮੈਂ ਇੱਥੇ ਬੇਨਤੀ ਕਰਾਂਗਾ ਪਿਆਰਿਓ, ਉਹ ਨਿਰਾਕਾਰ ਹੈ, ਪਰ ਜਿੱਥੇ ਕਿਤੇ ਸਾਧਨਾ ਹੁੰਦੀ ਉੱਥੇ ਸਾਕਾਰ ਵੀ ਹੋ ਜਾਂਦਾ ਹੁੰਦਾ। ਉਹ ਕਹਿਣ ਲੱਗੇ ਮਹਾਰਾਜ ਕਹਿੰਦੇ ਦੁੱਧ ਵਿੱਚ ਮੱਖਣ ਨਜ਼ਰ ਕਿਉਂ ਨਹੀਂ ਆਉਂਦਾ? ਉਹ ਕਹਿੰਦਾ ਤਪਾਣ ਤੋਂ ਬਿਨਾ, ਜਾਗ ਲਾਣ ਤੋਂ ਬਿਨਾ, ਰਿਣਕਣ ਤੋਂ ਬਿਨਾ ਮੱਖਣ ਨਹੀਂ ਪ੍ਰਗਟ ਹੁੰਦਾ। ਸਤਿਗੁਰੂ ਕਹਿੰਦੇ ਨੇ ਐਵੇਂ ਗਿਆਨ ਦੀਆਂ ਗੱਲਾਂ ਝਾੜਨ ਨਾਲ ਪ੍ਰਗਟ ਨਹੀਂ ਹੁੰਦਾ। ਅੰਦਰ ਦੀ ਕਾਗਰਤਾ ਹੋਵੇ, ਗੁਰੂ ਨੇ ਜਾਗ ਲਾਈ ਹੋਵੇ ਤੇ ਗੁਰੂ ਗੁਰੂ ਜਪੀਏ, ਸੱਚ ਹੋਵੇ, ਉਹ ਨਿਰਾਕਾਰ ਵੀ ਅੰਦਰੋਂ ਪ੍ਰਗਟ ਹੋ ਜਾਂਦਾ। ਭਾਂਡਾ ਧੋਏ ਬੈਸ ਧੂਪ ਦਿਓ ਵਾਲਾ ਸ਼ਬਦ ਹੁੰਦਾ ਪ੍ਰਗਟ। ਅਗਲੀ ਗੱਲ ਉਹਨੇ ਕਹੀ, ਮਹਾਰਾਜ ਕਰਦਾ ਕੀ ਏ? ਤੇ ਪੀਰ ਬੈਠਾ ਸੀ ਉੱਚੀ ਥਾਂ ਤੇ, ਕਿਉਂਕਿ ਉਹਦੀ ਆਪਣੀ ਪ੍ਰਭਤਾ ਸੀ, ਈਗੋ ਸੀ। ਮਹਾਰਾਜ ਜੀ ਨੇ ਕਿਹਾ ਇਹ ਸਵਾਲ ਦਾ ਜਵਾਬ ਨਹੀਂ ਇਸ ਤਰ੍ਹਾਂ, ਤੂੰ ਥੱਲੇ ਆ ਜਾ, ਮੈਂ ਇੱਥੇ ਬਹਿ ਕੇ ਦੇ ਸਕਣਾ। ਉਹਨੇ ਕਿਹਾ ਇਹ ਸਵਾਲ ਦਾ ਜਵਾਬ ਬਹਿ ਕੇ? ਕਹਿੰਦੇ ਬਿਲਕੁਲ। ਉਹ ਥੱਲੇ ਉਤਰਿਆ, ਮਹਾਰਾਜ ਉਹਦੀ ਗੱਦੀ ਤੇ ਬਹਿ, ਕਹਿੰਦੇ ਰੱਬ ਆਹ ਕਰਦਾ ਹੀ, ਪਹਿਲਾਂ ਮੈਂ ਖਲੋਤਾ ਸਾਂ ਥੱਲੇ, ਤੂੰ ਉੱਤੇ ਬੈਠਾ ਸੀ, ਤੂੰ ਥੱਲੇ ਆ ਗਿਆ, ਮੈਂ ਉੱਤੇ ਆ ਗਿਆ, ਬਸ ਥੱਲੇ ਵਾਲਿਆਂ ਨੂੰ ਉੱਤੇ ਕਰੀ ਜਾਂਦਾ, ਉੱਤੇ ਵਾਲਿਆਂ ਨੂੰ ਥੱਲੇ ਸੱਟੀ ਜਾਂਦਾ। ਇਹ ਵੀ ਉਹਦੀ ਇੱਕ ਖੇਡ ਹੈ ਨਾ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ। ਮੈਂ ਬੇਨਤੀ ਜਿਹੜੀ ਕਰ ਲੱਗਾ, ਇੱਕੋ ਨਿਰਭਉ ਵੇ। ਅਗਲਾ ਸ਼ੁਰੂ ਹੋਇਆ ਸ਼ਬਦ ਨਿਰੰਕਾਰ, ਉਹਦਾ ਆਕਾਰ ਕੋਈ ਨਹੀਂ। ਤੇ ਮੈਂ ਸਿਰਫ ਇੱਕ ਬੋਡੀ ਦੀ ਉਦਾਹਰਨ ਲਈਏ ਕਿ ਕੁਝ ਜਜ਼ਬੇ ਐਸੇ ਨੇ ਜਿਨ੍ਹਾਂ ਦਾ ਆਕਾਰ ਕੋਈ ਨਹੀਂ, ਅਦ੍ਰਿਸ਼ਟ ਨੇ, ਪਰ ਜਦੋਂ ਉਹ ਸਾਡੀ ਬੋਡੀ 'ਚ ਪ੍ਰਗਟ ਹੁੰਦੇ ਨੇ, ਆਕਾਰ ਨੂੰ ਝੰਜੋੜ ਕੇ ਰੱਖ ਦਿੰਦੇ ਨੇ। ਆਕਾਰ ਜਿਹੜਾ ਉਹਨਾਂ ਦੇ ਅਧੀਨ ਚੱਲਣ ਲੱਗ ਪੈਂਦਾ। ਇਹ ਸਿਰਫ ਇੱਕ ਉਦਾਹਰਨ ਹੈ। ਕਾਮ, ਕ੍ਰੋਧ, ਲੋਭ, ਹੰਕਾਰ ਸਿਰਫ ਜਜ਼ਬੇ ਨੇ, ਅਦ੍ਰਿਸ਼ਟ ਨੇ,
ਸਾਡੇ ਜਿੱਥੇ ਤੁਸੀਂ ਜਾਂਦੇ ਹੋ ਨਾਲ ਜਾਂਦੇ ਨੇ, ਮੇਰੇ ਨਾਲ ਜਾਂਦੇ ਨੇ। ਦੇਸ਼ ਛੋੜ ਪਰਦੇਸਾਂ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਉਹ ਟੈਚੀ 'ਚ ਵੀ ਨਹੀਂ ਪੈਕ ਹੁੰਦੇ, ਉਹ ਕਿਸੇ ਚੀਜ਼ 'ਚ ਨਹੀਂ, ਇੱਥੋਂ ਤੱਕ ਟਿਫਨ 'ਚ ਵੀ ਨਹੀਂ ਆਉਂਦੇ। ਉਹ ਤਾਂ ਜਿੱਥੇ ਜਿੱਥੇ ਬੰਦਾ ਜਾਂਦਾ ਹੈ, ਅਦ੍ਰਿਸ਼ਟ ਆਪਣੇ ਆਪ ਚਲੀ ਜਾਂਦਾ ਹੈ। ਤੇ ਪਿਆਰਿਓ, ਜਿੱਥੇ ਅਦ੍ਰਿਸ਼ਟ ਦੇ ਸੰਬੰਧ ਵਿੱਚ ਝੁਕਾਅ ਪੈਦਾ ਹੁੰਦਾ ਹੈ, ਇੱਕੋ ਦਮ ਉਹ ਜਿਹੜਾ ਨਿਰਾਕਾਰ ਤੁਹਾਡੇ ਨਾਲ ਸ਼ਕਤੀ ਚੱਲਦੀ, ਮੈਂ ਦੂਜੇ ਪਾਸੇ ਲਿਆ, ਉਹ ਸ਼ਕਤੀਆਂ, ਉਹ એનર્ਜੀ ਜਿਹੜੀ ਨਿਰਾਕਾਰ ਤੁਹਾਡੇ ਨਾਲ ਚੱਲ ਰਹੀ ਹੈ, ਸਾਡੇ ਨਾਲ ਚੱਲ ਰਹੀ ਹੈ, ਜਿੱਥੇ ਕਿਤੇ ਬਾਹਰੋਂ ਪ੍ਰੇਰਨਾ ਮਿਲਦੀ ਹੈ, ਉੱਥੇ ਉਹ ਪੰਜੇ ਦੇ ਪੰਜੇ ਛਾਲਾਂ ਮਾਰਦੇ ਪ੍ਰਗਟ ਹੁੰਦੇ ਨੇ। ਨਿਰਾਕਾਰ ਵਾਹਿਗੁਰੂ ਸਾਡੇ ਅੰਗ ਸੰਗੇ, ਜਿੱਥੇ ਬੰਦਗੀ ਸਿਮਰਨ ਦੀ ਪ੍ਰੇਰਨਾ ਮਿਲਦੀ ਪਿਆਰਿਓ, ਉੱਥੇ ਬੋਡੀ ਵਿੱਚੋਂ ਪ੍ਰਗਟ ਹੁੰਦਾ। ਇਸੇ ਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਮੇਰੀ ਬੇਨਤੀ ਉਸ ਨਿਰਾਕਾਰ ਦਾ ਅਨੁਭਵ ਕਰਨਾ। ਹਾਲਾਂਕਿ ਹਿੰਦੁਸਤਾਨ ਦੀ ਪੱਧਤੀ 'ਚ ਸਾਕਾਰ ਦੀ ਪੂਜਾ ਕਰਦਿਆਂ ਕਰਦਿਆਂ ਨਿਰਾਕਾਰ ਵੱਲ ਤੁਰੇ। ਇਹਨੂੰ ਸੁਹਿਰਤਾ ਨਾਲ ਦੇਖੋਗੇ ਤੇ ਸਮਝ ਪਏਗੀ। ਪਰ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ। ਕਹਿੰਦੇ ਨੇ ਉਹਦਾ ਆਕਾਰ ਕੋਈ ਨਹੀਂ, ਉਹਦਾ ਰੂਪ ਕੋਈ ਨਹੀਂ, ਉਹਦਾ ਰੇਖ ਕੋਈ ਨਹੀਂ, ਉਹਦਾ ਚੱਕਰ ਕੋਈ ਨਹੀਂ, ਉਹਦਾ ਚਿੰਨ੍ਹ ਕੋਈ ਨਹੀਂ, ਪਰ ਸਤਿਗੁਰੂ ਕਹਿੰਦੇ ਨੇ ਉਹ ਹੈ। ਮੈਂ ਤਾਂ ਇਹ ਪ੍ਰਮਾਣ ਦਿੱਤੇ ਕਿ ਬੈਰਾਗ ਦੀ ਸ਼ਕਲ ਕੋਈ ਨਹੀਂ, ਪਰ ਅੱਖਾਂ 'ਚੋਂ ਪਾਣੀ ਨਿਕਲਿਆ ਦੱਸਦਾ ਬੈਰਾਗ ਹੈ। ਅੰਦਰ ਦੇ ਚਾਉ ਦੀ ਸ਼ਕਲ ਕੋਈ ਨਹੀਂ, ਪਰ ਚਿਹਰੇ ਦਾ ਖੜਾ ਦੱਸਦਾ ਕਿ ਅੰਦਰ ਕੁਝ ਚਾਹ ਹੈ। ਮੇਰੀ ਬੇਨਤੀ, ਉਹ ਜਿਹੜਾ ਨਿਰਾਕਾਰ ਹੈ, ਕਿਤੇ ਵੀ ਜਾਓਗੇ ਉਹ ਤੁਹਾਡੇ ਨਾਲ ਹੈ, ਮੇਰੇ ਨਾਲ ਹੈ। ਬਸ ਇਹਨੂੰ ਸਿੱਖ ਸਮਝ ਲੈ। ਜਿੱਥੇ ਸ਼ਬਦ ਸੁਰ ਤੋਂ ਬਿਨਾਂ ਸਮਝ ਨਹੀਂ ਪੈਣਾ। ਮੈਂ ਵਿਆਖਿਆ ਕਰ ਦਿਆਂਗਾ, ਫਿਰ ਇਹਨੂੰ ਥੋੜ੍ਹਾ ਜਿਹਾ ਮੈਂ ਸਮਝਣ ਲਈ ਬੇਨਤੀ ਕਰ ਦਿਆਂ। ਇਹਨੂੰ ਉਦਾਹਰਨ ਨੂੰ ਬਹੁਤ ਉੱਚੀ ਨਾ ਕੋਈ ਸਮਝਿਓ। ਅੱਜ ਸਾਇੰਸ ਨੇ ਸਿੱਧ ਕਰ ਦਿੱਤਾ, ਇਹ ਸਪੇਸ ਜਿੱਥੇ ਅਸੀਂ ਤੁਸੀਂ ਸਾਰੇ ਬੈਠੇ ਹਾਂ, ਇਸ ਹਾਲ 'ਚ ਬਾਹਰ ਨਿਕਲ ਜਾਓ, ਕਿ ਸਪੇਸ ਵਿੱਚ ਅਦ੍ਰਿਸ਼ਟ ਕੁਝ ਨਹੀਂ ਹੈਗਾ। ਇਸ ਸਪੇਸ 'ਚ ਕੀ ਕੁਛ ਹੈ? ਕਦੀ ਰੇਡੀਓ ਦੀ ਤਰੰਗ ਬੋਲਿਆ ਕੋਈ ਕਿਤੋਂ? ਇਹ ਮੈਂ ਅਰਜ਼ ਵੈਸੇ ਕਰ ਚੁੱਕਾ ਸਾ ਦੀਵਾਰ 'ਚ ਕਥਾ ਪਿੱਛੇ ਇੰਡੀਆ। ਬੋਲਿਆ ਕਿਤੋਂ? ਸਟੇਸ਼ਨ ਤੋਂ। ਤੇ ਪਿੰਡ 'ਚ ਆਵਾਜ਼ ਆ ਗਈ, ਨਿੱਕੇ ਨਿੱਕੇ ਨਿਆਣੇ ਇਕੱਠੇ ਹੋ ਗਏ, ਕਹਿੰਦੇ ਨੇ ਖੋਲ ਕੇ ਦੇਖੋ ਬੰਦੇ ਦੇ ਵਿੱਚ ਤੇ ਨਹੀਂ ਬੈਠੇ। ਨਿਆਣੇ ਇਸ ਤਰੀਕੇ ਕਹਿੰਦੇ ਸਨ। ਉਹ ਸਪੇਸ ਵਿੱਚ ਅਦ੍ਰਿਸ਼ਟ ਜੀ ਇੱਕ ਤਰੰਗ ਉੱਠੀ, ਉਹ ਵੇਵਜ਼ ਰੇਡੀਓ ਤਰੰਗਾਂ ਉੱਠੀਆਂ। ਤੇ ਕਮਾਲ ਦੀ ਗੱਲ ਹੋਏ, ਇੱਕ ਵੇਲੇ ਲੱਖਾਂ ਰੇਡੀਓ ਇੱਕੋ ਵੇਲੇ ਇੱਕੋ ਆਵਾਜ਼ ਬੋਲਦੇ ਪਏ ਨੇ। ਜੇ ਇੱਕ ਸਟੇਸ਼ਨ ਤੇ ਬੈਠਾ ਹੋਇਆ ਬੰਦਾ ਲਫ਼ਜ਼ ਬੋਲਦਾ ਹੈ ਤੇ ਲੱਖਾਂ ਰੇਡੀਓ ਰੱਖਾਂ, ਚਲੋ ਹੁਣ ਤਾਂ ਟੀਵੀ ਆ ਗਏ, ਇੱਕੋ ਦਮ ਕਰੋੜਾਂ ਬੰਦੇ ਉਹਦੀ ਆਵਾਜ਼ ਤੇ ਦ੍ਰਿਸ਼ ਨੂੰ ਦੇਖਦੇ ਪਏ ਨੇ। ਇਹ ਬੰਦੇ ਦਾ ਬਣਾਇਆ ਪਿਆਰਿਓ। ਜਦੋਂ ਇੱਕ ਨਿਰਾਕਾਰ ਦਾ ਸ਼ਬਦ ਗੂੰਜਦਾ ਤੇ ਅਰਬਾਂ ਬ੍ਰਹਮੰਡਾਂ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਤਾਂ ਨਿਰਾਕਾਰ ਦੀ ਖੇਡ ਸਾਰੀ। ਉਹ ਪਰਮਾਤਮਾ, ਗੁਰੂ ਸਾਹਿਬ ਕਹਿੰਦੇ ਨੇ, ਆ ਕੀ ਤੁਸੀਂ ਅਵਤਾਰਾਂ ਦੀ ਪੂਜਾ ਕਰਦੇ ਪਏ ਹੋ? ਕੀ ਰਾਸ ਮੰਡਲੀਆਂ ਬਣਾ ਕੇ ਤੁਰੇ ਬੈਠੇ ਹੋ? ਜਿਹਨੂੰ ਮੈਂ ਪੂਜਣ ਆਇਆ, ਕਹਿੰਦੇ ਨੇ ਉਹਦਾ ਆਕਾਰ ਕੋਈ ਨਹੀਂ, ਪਰ ਉਹ ਹੈ ਤੋ ਸਹੀ, ਲਖੈ ਜੋ ਕੋਈ। ਗੁਰੂ ਗ੍ਰੰਥ ਸਾਹਿਬ ਹਜ਼ੂਰ ਕਹਿੰਦੇ ਨੇ ਉਹ ਨਿਰਾਕਾਰ ਹੈ। ਪਰ ਨਿਰਾਕਾਰ ਦਾ ਅਰਥ ਇਹ ਨਹੀਂ ਕਿ ਉਹ ਹੈ ਨਹੀਂ। ਇਸੇ ਕਰਕੇ ਭਾਈ ਸਾਹਿਬ ਨੇ ਵੀ ਸ਼ਬਦ ਵਰਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ, ਕਹਿਣ ਲੱਗੇ, ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ। ਬੇਨਤੀ, ਹਜ਼ੂਰ ਸਾਡੀ ਸੁਰਤ ਚੁੱਕਦੇ ਨੇ, ਵਾਇਨ ਚੇਲੇ ਨੱਚਨ ਗੁਰ ਤੋਂ। ਕਹਿੰਦੇ ਨੇ ਕਿਤਾ ਸਿੱਖਾ ਉਦਾਸ ਨਾ ਹੋ ਜਾਈ, ਮੈਂ ਸੱਚੀ ਮੁੱਚੀ ਤੈਨੂੰ ਉਸ ਹਸਤੀ ਬਾਰੇ ਦੱਸ ਰਿਹਾ ਜਿਹੜੀ ਹੈ ਪਰ ਆਕਾਰ ਤੋਂ ਰਹਿਤ ਹੈ। ਉਹਦਾ ਆਕਾਰ ਕੋਈ ਨਹੀਂ। ਇਹੀ ਕਾਰਨ ਕਿ ਇਸ ਗੱਲ ਨੂੰ ਜੇ ਸਮਝ ਜਾਗੇ ਗੁਰਮੁਖੋ, ਜਿੰਨੀ ਦੇਰ ਤੱਕ ਸਰੀਰ ਧਾਰੀਆਂ ਸੀ ਆਕਾਰ ਵਿੱਚਾਂ, ਓਨੀ ਦੇਰ ਤੱਕ ਸਾਡੀ ਸੀਮਾ ਹੈ। ਜਿੱਦਣ ਬੰਦਗੀ ਕਰਨ ਵਾਲਾ ਆਕਾਰ ਤੋਂ ਮੁਕਤ ਹੋ ਜਾਂਦਾ ਹੈ, ਉਹ ਕਾਇਮ ਰਹਿੰਦਾ। ਪਿਆਰਿਓ, ਆਕਾਰ ਤੋਂ ਮੁਕਤ ਹੋਈ ਜਿਹੜੀ એનર્ਜੀ, ਉਹ ਇੰਨੀ ਕੋਈ ਸ਼ਕਤੀ ਵਰਦੀ ਹੈ, ਇੱਕ ਖਿੰਨ ਵਿੱਚ ਪਤਾ ਨਹੀਂ ਕਿੰਨਿਆਂ ਦਾ ਭਲਾ ਕਰ ਜਾਂਦੀ ਹੈ। ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਸਾਕਤ ਮਰੈ ਸੰਤ ਸਭ ਜੀਵੈ, ਜਾਂ ਇੱਕ ਸ਼ਬਦ ਹੋਰ ਲੈ ਲਓ, ਓਏ ਜੀਵੰਦੇ ਵਿਛੜੈ ਉਹ ਮੋਇਆ ਨਾ ਜਾਈ ਛੋੜ। ਕਿਉਂਕਿ ਸੰਤ ਆਕਾਰ ਵਿੱਚ ਬੌਡੀ 'ਚ ਰਹਿ ਰਿਹਾ ਸੀ, ਪਰ ਜਦੋਂ ਉਹਨੇ ਆਕਾਰ ਤੋਂ ਮੁਕਤ ਹੋ ਗਿਆ, ਬੌਡੀ ਦੇ ਸੰਸੇ ਤੋਂ ਟੁੱਟ ਗਿਆ। ਕਬੀਰ ਜੈਸੇ ਮਹਾਂਪੁਰਖ ਨੇ ਕਹਿ ਦਿੱਤਾ, ਨਾਮਦੇਵ ਜੀ ਨੇ ਕਹਿ ਦਿੱਤਾ, ਕਬੀਰ ਜੀ ਨੇ ਕਿਹਾ, ਬਾਬਾ ਅਬ ਨਾ ਬਸੂੰ ਇਹ ਗਾਉਂ,
ਮੈਨੂੰ ਜਕੜ ਕੇ ਰੱਖਦੀ ਇਹ ਢਾਂਚਾ, ਇਹ ਪਿੰਜਰਾ। ਕਿ ਪਿੰਜਰਾ ਹੁਣ ਫਿਰ ਅਗਲਾ ਸਵਾਲ ਉੱਠੇਗਾ, ਭੂਤ ਪ੍ਰੇਤ ਬਣ ਗਏ। ਸਮੱਸਿਆ ਬੜੀਆਂ ਨੇ ਸਾਡੀਆਂ। ਕਰੀਏ ਕਿ ਮੈਂ ਉਦੋਂ ਵੀ ਅਰਜ਼ ਕੀਤੀ ਸੀ, ਸੱਚੀ ਗੱਲ, ਨਿਆਣੇ ਦੇ ਹੱਥ ਵਿੱਚ ਕਾਰਬੀਨ ਪਕੜਾਈ ਹੋਈ, ਉਹ ਘੁਮਾਈ ਜਾਂਦਾ ਜਿੱਧਰ ਮਰਜੀ। ਜਿਹੜੀ ਨਿਰਾਕਾਰ ਸ਼ਕਤੀ ਹੈ, ਉਹ ਆਤਮਾ ਪਰਮਾਤਮਾ ਦੀ ਅੰਸ਼ ਨਿਰਾਕਾਰ ਵੀ ਸਮਾ ਗਈ। ਕਿ ਅੱਜ ਤੁਸੀਂ ਜਿੰਨੇ ਬੈਠੇ ਹੋ, ਆਪਣੀ ਆਤਮਾ ਨੂੰ ਪੁੱਛ ਕੇ ਦੇਖੋ ਕਿ ਗੁਰੂ ਨਾਨਕ ਸਾਹਿਬ ਦੀ ਅਸੀਂ ਮੌਤ ਮੰਨਦੇ? ਅੰਦਰ ਨੂੰ ਪੁੱਛ ਕੇ ਦੇਖੋ ਕਿ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 1708 ਨੂੰ ਚਲੇ ਗਏ। ਚਲੋ ਅਸੀਂ ਕਥਾ ਵਾਲੇ ਸ਼ਬਦ ਵਰਤਨੇ ਆ, ਪਰ ਸਪਿਰਿਚੁਅਲਿਟੀ, ਰੂਹਾਨੀਅਤ ਕਹਿੰਦੀ ਨੇ ਝੂਠ। ਹਰਬੰਸ ਜਗਤ ਜਦ ਸੰਚਰਿਓ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਗੁਰੂ ਗ੍ਰੰਥ ਸਾਹਿਬ, ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਮੇਰੀ ਬੇਨਤੀ ਹੈ ਜੀ, ਦੇਖੋ ਉਹ ਨਿਰਾਕਾਰ ਪਰਮ ਸ਼ਕਤੀ ਜਿਹਨੂੰ ਕਹਿੰਦੇ ਹੋ, ਉਹ ਕੱਲੀ ਇਸ ਪ੍ਰਿਥਵੀ ਤੇ ਨਹੀਂ, ਜਦੋਂ ਚੰਦਰਮਾ ਤੇ ਕੋਈ ਪਹੁੰਚਿਆ ਉੱਥੇ ਵੀ ਉਹ ਸ਼ਕਤੀ ਹੈ। ਜਿੰਨੇ ਵੀ ਬ੍ਰਹਿਮੰਡ ਸਿਰਜੇ ਨੇ ਉਹ ਨਿਰਾਕਾਰ ਸ਼ਕਤੀ। ਮੈਂ ਉਦਾਹਰਨ ਦਿੱਤੀ, ਜਿਵੇਂ ਆਤਮਾ ਨਿਰਾਕਾਰ ਮੇਰੇ ਤੁਹਾਡੇ ਪਿੰਡ ਨੂੰ ਚਲਾ ਰਹੀ ਹੈ, ਤੇ ਜਿਹੜੀ ਪਰਮ ਸ਼ਕਤੀ ਜਿਹਨੂੰ ਪਰਮਾਤਮਾ ਕਹਿੰਦੇ ਆ ਗੁਰਮੁਖੋ, ਉਹ ਨਿਰਾਕਾਰ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਉਂਦਾ ਪਿਆ ਹੈ, ਪਰ ਉਹਨੂੰ ਚਲਾਉਣ ਵਾਲਾ ਕੋਈ ਨਹੀਂ। ਜੇ ਅਸੀਂ ਕਹੀਏ ਵੀ ਉਸ ਨਿਰਾਕਾਰ ਦਾ ਅਸੀਂ ਥਾਂ ਪਾਲਾਂਗੇ, ਬਿਲਕੁਲ ਨਹੀਂ। ਪਿਤਾ ਕਾ ਜਨਮ ਕੇ ਜਾਣੇ ਪੂਤ, ਪੁੱਤਰ ਇਹ ਕਹੇ ਜੀ, ਜਦੋਂ ਮੇਰਾ ਬਾਪੂ ਜੰਮਿਆ ਪਹਿਲੀ ਵਾਰ ਰੋਇਆ, ਮੈਂ ਕੋਲ ਬੈਠਾ ਸਾਂ ਆਪਣੀ ਦਾਦੀ ਦੇ, ਕਹਿ ਸਕਦਾ? ਬੱਚੇ ਨੂੰ ਆਪਣੇ ਬਾਪ ਦੇ ਜਨਮ ਦਾ ਪਤਾ ਨਹੀਂ ਕਿ ਉਦੋਂ ਕੀ ਵਾਪਰਿਆ, ਉਹ ਕੋਲ ਨਹੀਂ। ਮੈਂ ਬੇਨਤੀ ਕਰਾਂਗਾ, ਉਸ ਨਿਰਾਕਾਰ ਸਤਿਗੁਰੂ ਕਹਿੰਦੇ ਉਹ ਹੈ। ਹਜ਼ੂਰ ਨੇ ਸ਼ਬਦ ਵਰਤੇ ਨਿਰਭਉ ਨਿਰੰਕਾਰ। ਅਗਲੀ ਗੱਲ ਵੇਖੋ ਕਿੱਡੀ ਰਮਜ ਫਿਰ ਖੋਲ ਦਿੱਤੀ। ਕਹਿਣ ਲੱਗੇ ਮਤਾ ਕੋਈ ਨਿਰਾਕਾਰ ਕਹਿ ਕੇ ਕਹੇ ਹੁਣ ਚਲੋ ਆ ਜਿਹੜਾ ਨਿਰਾਕਾਰ ਦੂਜਾ ਚੱਲਿਆ ਨਾ ਜੀ, ਉਹ ਤੁਸੀਂ ਸਿੰਬਲ ਦੇਖਿਆ ਹੋਣਾ, ਮੈਂ ਕਿਸੇ ਦੇ ਵਿਰੋਧ 'ਚ ਨਹੀਂ। ਥੱਲੇ ਇੱਕ ਹੱਥ ਰੱਖਿਆ, ਕੁੱਤੇ ਰੱਖਿਆ, ਇਹਦੇ 'ਚੋਂ ਵੇਖ ਤੈਨੂੰ ਜਿਹੜਾ ਦਿਸਦਾ ਪਿਆ ਨਿਰਾਕਾਰ ਹੈ। ਜਦੋਂ ਚੱਲਦੀ ਖੇਡ ਇਹਨਾਂ ਦੀ ਵੀ ਇਹ ਨਿਰਾਕਾਰ। ਅੱਗੇ ਸਤਿਗੁਰੂ ਸ਼ਬਦ ਵਰਦੇ ਨੇ ਨਿਰਭਉ ਨਿਰੰਕਾਰ ਸੱਚ ਨਾਮ। ਉਹ ਐਵੇਂ ਕਲਪਤ ਨਹੀਂ, ਉਹਦਾ ਨਾਮ ਸੱਚ ਕਹਿ। ਬਾਕੀ ਹਰ ਚੀਜ਼ ਬਿਨਸੇਗੀ, ਪਰ ਉਹਦੇ ਨਾਮ ਨੇ ਕਦੀ ਖਤਮ ਨਹੀਂ ਹੋਣਾ। ਆਓ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਤੋਂ ਦਰਸ਼ਨ ਕਰੀਏ। ਸੱਚ ਨਾਮ, ਇਹਨੂੰ ਸਤਨਾਮ ਵੀ ਆਪਾਂ ਕਹਿੰਦੇ। ਸਤਨਾਮ ਦਾ ਕੀ ਅਰਥ ਹੈ? ਵਾਹਿਗੁਰੂ। ਸਤਨਾਮ ਦਾ ਅਰਥ ਰਾਮ ਹੈ, ਸਤਨਾਮ ਦਾ ਅਰਥ ਅੱਲਾਹ ਹੈ। ਇਹਨੂੰ ਥੋੜੀ ਜਿਹੀ ਪਲੀਜ਼ ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਸਤਨਾਮ ਅੱਖਰ ਲਿਖਿਆ ਗਿਆ ਗੁਰਮੁਖੀ ਲਿਪੀ ਹੋਂਦ ਚਾਹੁੰਦੀ ਏ। ਅਸੀਂ ਸੱਸਾ ਤੱਤਾ ਨੰਨੇ ਨੂੰ ਕੰਨਾ ਪਾ ਕੇ ਮੰਮਾ ਜਾਂ ਤੱਤੇ ਨੂੰ ਸਿਹਾਰੀ ਪਾਏ ਸਤਨਾਮ। ਪਰ ਜਦੋਂ ਇਹ ਅੱਖਰ ਸਤਨਾਮ ਨਹੀਂ ਸੀ ਬਣਿਆ, ਸਤਨਾਮ ਤਾਂ ਉਦੋਂ ਵੀ ਸੀ। ਮੇਰੀ ਬੇਨਤੀ ਸਮਝੇ ਨਾ ਜੀ। ਸਤਨਾਮ ਇੱਕ ਹਸਤੀ ਹੈ। ਸਤਨਾਮ ਨੂੰ ਕੱਲੇ ਅੱਖਰਾਂ, ਅੱਖਰੀ ਨਾਮ ਸਿਫਤ ਕਰਨ ਦੇ ਲਈ ਸਾਨੂੰ ਸੱਤ ਵਿੱਚ ਜੁੜਨ ਲਈ ਸਹਾਇਕ ਹੋ ਸਕਦਾ ਹੈ। ਪਰ ਜਦੋਂ ਸਤਨਾਮ ਲਫ਼ਜ਼ ਬੋਲਣ ਵਾਲਾ ਵੀ ਨਹੀਂ ਸੀ ਪਿਆਰਿਓ, ਸਤਨਾਮ ਉਦੋਂ ਵੀ ਸੀ। ਹਜ਼ੂਰ ਕਹਿੰਦੇ ਨੇ ਉਹਦਾ ਨਾਮ ਸੱਚ ਹੈ। ਜਿੱਦਣ ਕੋਈ ਸਤਨਾਮ ਕਹਿਣ ਵਾਲਾ ਨਹੀਂ ਸੀ, ਉਦਣ ਵੀ ਸੱਤ। ਸੱਤ ਦਾ ਅਰਥ ਮੈਂ ਕੇਵਲ ਅੱਖਰ ਨਹੀਂ ਕਰਦਾ, ਸੱਤ ਦਾ ਅਰਥ ਕਰਾਂਗਾ ਉਹਦੀ ਹੋਂਦ। ਜਿਸ ਦਿਨ ਦ੍ਰਿਸ਼ਟਮਾਨ ਕੁਝ ਵੀ ਨਹੀਂ ਸੀ, ਉਦਣ ਵੀ ਉਹਦੀ ਹੋਂਦ ਸੀ। ਜਿਹੜੇ ਬਾਕੀ ਨਾਮ ਲਏ ਸੀ ਉਹਦੀ ਕਿਰਤ ਨੂੰ ਦੇਖ ਕੇ ਰੱਖ ਲੈ। ਕਿਰਤਮ ਨਾਮ ਕਥੇ ਮੇਰੇ ਜੇਵਾ, ਸਤਨਾਮ ਪਰਾ ਪੂਰਬਲਾ ਮਾਰੇ ਨੇ ਸ਼ਬਦ ਵਰਤਿਆ। ਸਤਨਾਮ ਤੇਰਾ ਪਰਾ ਪੂਰਬਲਾ। ਪਰਾ ਪੂਰਬਲਾ ਦਾ ਅਰਥ ਹੈ ਸਤਨਾਮ ਇੱਕ ਹੋਂਦ ਹੈ। ਮੇਰੀ ਬੇਨਤੀ ਸੁਣਿਓ, ਸੱਚ ਨਾਮ, ਬਾਕੀ ਹਰ ਨਾਮ, ਮੇਰਾ ਤੁਹਾਡਾ ਨਾਮ, ਸਭ ਦਾ ਨਾਮ ਮਿਟੇਗਾ, ਪਰ ਉਹਦਾ ਨਾਮ ਕਦੀ ਨਹੀਂ ਮਿਟੇਗਾ। ਹੋਂਦ ਸਾਰੀ ਖਤਮ ਹੋ ਜਾਏਗੀ, ਨਾਮ ਫਿਰ ਵੀ ਰਹੇਗਾ। ਇਹਨੂੰ ਸਤਿਗੁਰੂ ਦੀ ਬਾਣੀ 'ਚ ਪੜੋ। ਨਾ ਦੇਵ ਦਾਨ ਵਾ ਨਰਾ ਗਾਵਣ ਸੀਤਾ ਰਾਜੇ ਰਾਮ। ਨਾ ਦੇਵਤੇ, ਨਾ ਦੈਂਤ, ਨਾ ਮਨੁੱਖ, ਹਰ ਕੋਈ ਬਿਨਸੇਗਾ। ਨਾ ਦੇਵ ਦਾਨਵਾ ਨਾਰਾ, ਨਾ ਸਿੱਧ ਸਾਧਕਾ ਧਰਾ। ਨਾ ਸਿੱਧ ਰਹਿਣਗੇ, ਨਾ ਸਾਧਕ ਰਹਿਣਗੇ, ਨਾ ਧਰਤੀ ਰਹੇਗੀ। ਅਸ਼ਟ ਏਕ ਦਿਗਰ ਕੋਈ, ਸਤਨਾਮ ਰਹੇਗਾ ਸਿਰਫ। ਕੌਣ? ਏਕ ਤੁਈ ਤੂੰ ਰਹੇਗਾ। ਨਾ ਦਾਦੇ ਦੇਹੰਦ ਆਦਮੀ, ਜੱਜਮੈਂਟ ਦੇਣ ਵਾਲੇ ਜੱਜ ਕਾਜ਼ੀ, ਇਹ ਸਾਰੀਆਂ ਕਚਹਿਰੀਆਂ ਉੱਡ ਜਾਣਗੀਆਂ ਸੱਚ ਤੇ ਝੂਠ ਕਹਿਣ ਵਾਲੀਆਂ। ਨਾ ਦਾਦੇ ਦੇਹੰਦ ਆਦਮੀ। ਹਜ਼ੂਰ ਕਹਿੰਦੇ ਨਾ ਸਪਤ ਜ਼ੇਰ, ਨਾ ਜ਼ਮੀਨ, ਨਾ ਧਰਤੀ, ਕੁਛ ਵੀ ਨਹੀਂ ਰਹੇਗਾ, ਪਰ ਸਿਰਫ ਇੱਕੋ ਰਹੇਗਾ। ਜਾਂ ਜੇ ਅਸੀਂ ਪੜ੍ਹਨੇ ਨਾ ਸੂਰ ਸਸ ਮੰਡਲੋਂ, ਨਾ ਸਪਤ ਦੀਪ ਨਹੀਂ ਜਲੋ।
अन्न पानी थिर ना कोई, एक तुई ओदी मैं बेनती करा, ओदा नाम सच, वो होंद वाला है, ओदी खस्ती है, वो एवें नहीं निराकार कह दिता गया। सतगुरु कहते ने अपनी सुरत नूं शब्द जोड़ो सिखो, नाम च पीजो, पता लगेगा ओदी खस्ती कायम है। यही कारण कि साडे च एक शब्द अकाल वरते, उस दिन मैं क्या सिख ओदे नाल जुड़दा जिहदे नाम ने बिन सुनाने। उंज सच्ची गल जे मौत वेले असी भी कहने तू ही रहना है। शायद इत्थे अर्ज कीती सी, मरदा कोई आदमी, मान लो साडे उत्थे दो कम्यूनिटियां खास करके कोई हिंदू वीर चलाना करदा, वो सेठ होवे, वो नेता होवे, बहुत ओदी जय जयकार होवे, अरबां रुपये होण, ओदी मौत तो बाद पहला काम की करने, उन्होंने इशनान करा दिता, ਉਹਦੇ ਬੱਚਿਆਂ ਨੇ ਚੁੱਕਿਆ ਤੇ ਬੱਚੇ ਮੋਢੇ ਤੇ ਚੁੱਕਦਿਆਂ ਪਹਿਲਾ ਲਫ਼ਜ਼ ਕਹਿੰਦੇ ਨੇ ਰਾਮ ਨਾਮ ਸਤ ਹੈ, ਹਰੀ ਕਾ ਨਾਮ ਘਾਤਕ ਹੈ। ਇਹ ਭਾਵੇਂ ਗੱਲ ਆਮ ਤੌਰ ਤੇ ਕਹਿੰਦੇ ਚਲੋ ਨਾਮ ਜਪਾਨੇ ਪਏ, ਮੁਰਦਾ ਮੋਢੇ ਤੇ ਚੁੱਕਿਆ, ਜਿਹਦੇ ਥਾਂ ਥਾਂ ਬੋਰਡ ਲੱਗੇ ਸਨ, ਥਾਂ ਥਾਂ ਉਹਦੇ ਨਾਂ ਦੀ ਜੈ ਜੈਕਾਰ, पर परिवार के जियां ने मोढे ते चुक के क्या लोको भावें बाप साडा सी पर एदा नाम झूठा जे, जिन्हों मौत खा गई है, मरण वाला मरण जोगा झूठा है। सत तां केवल राम का नाम है, जिदे नाम लिया अंदर दी गति हुंदी है। उत्थे भी राम नाम सत क्या, असी चुकने अपने किसी शरीर नूं सतनाम वाहिगुरू कहने। मेरी बेनती है सच नाम वो निरभौ है, वो आकार तो रहते पर ओदा नाम होंद वाला है, वो सच है, सदीव काल है। सतगुरु ने इसे करके बाणी च जेड़े शब्द वरते, मुकाम तिस नूं आखिए जिस सिस न होवी लेख, आसमान धरती चलसी मुकाम ओही एक सतनाम। इसे करके गुरु ने कहा जप मन सतनाम सदा सतनाम, खलत पलत मुख उज्जल होई है, नित ध्याईए हर पुरख निरंजन। मेरी बेनती है सतगुरु ने सुरत चुकी, कहते ने ये पखंड वाली रास की पाना पे, तो बेनती करा अज बहुत कुछ हो गया, असी भी वो कुछ काम कर लग पे रासधारियां की तरह। अज जदों निकलदियां ना जी हिंदुस्तान झाकियां, झाकी कोई माड़ी गल नहीं, चलो किसी चंगे इतिहास नूं गल करनी, शराब पीते हुंदे ने, ढोल वजदे हुंदे ने, नच्चिया जा रहा है, खरूद इन्ना पैंदा हुंदा, रस्ते नहीं किसी छेड़ दिता, अग्गां ला ला के लोकां दीयां दुकानां फूकियां जा रही। ये कादी झाकी है, सच दी नहीं, बंदा उस उपदेश नूं भुल चुका है। गुरु का बचन अज भी उत्थे देखण नूं मिलदा, उड उड रावा झाटा पाए वेखै लोक हसै कर जाए। सतगुरु कहंदे नहीं नहीं, तैनूं मैं चाहना उहदी रास नाल जुड़ जा, जिहड़े ने रास मंडल बनाया वो है निरभौ निरंकार सच नाम। अगली गल, वो सतवें आकाश ते नहीं बैठा, वो एक जगह ते नहीं कला बैठा होया। अगे सतगुरु महाराज कहते ने जाका किया सगल जहान, ओदी खस्ती है। इत्थे पाठ जा नहीं करना, जा दर ते जिस दा, जिवें असीं करत पढ़ने ना जा करता, उत्थे भी पाठ बिंदी तो रहत है, जा पाठ नहीं, जा करांगे अर्थां होर बन जाणगे। सतगुरु कहते जाका किया जिस दा कीता होया, सगल जहान, कला ये धरती नहीं वरतिया, जो कुछ बने ਉਹਦਾ ਕੀਤਾ ਹੋਇਆ ਹੈ, ਉਹਨੂੰ ਕਿਸੇ ਨਹੀਂ ਕੀਤਾ, ਸਭ ਕੁਝ ਉਹਨੇ ਕੀਤਾ। ਇਹਨੂੰ ਸਤਿਗੁਰੂ ਨੇ ਜਪ ਚ ਕਿਹਾ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਾਂ ਕੈ ਵਸ ਖਾਨ ਸੁਲਤਾਨ, ਜਾਂ ਕੈ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਨਾ ਹੀ ਕੋਈ, ਉਹਦਾ ਹੀ ਕੀਤਾ ਹੋਇਆ। वो जिहड़ा निरभौ है, जिहड़ा आकार तो रहत है, जिहदा नाम सच है, होंद वाला है। महाराज कहते जाका किया सगल जहान, किवें किया, किन्ने जुग लगे करदे आ। पलो भावें 36 जुग का जिक्र बाणी च आउंदा है साजण दा, पर जे तुसी ये पुरातन उदाहरण ने, किन्ना टाइम लगा। गुरु साहब कहते सिर्फ खिन शब्द भी छोटा है, कीता पछाओ एको कवाओ, जाका किया कीता पछाओ एको कवाओ, तिसते खोए लख दरियाओ। जिन्हों साहब ने कहा हरन भरन जाका नेत्रपुर, अख झमकन च उन्हें बना दिता जाका किया सगल जखान। ये सारा उहदा कीता होया। हरन भरन जाका नेत्र फोर, तिसका मंत्र ना जाने
ਹੋਰ ਕਿਸੇ ਦੂਜੇ ਨੂੰ ਉਹਦੇ ਮੰਤਰ ਦਾ ਪਤਾ ਹੀ ਨਹੀਂ। ਫਿਰ ਬੇਨਤੀ ਸੁਣਿਓ, ਦੇਖੋ ਨਿਰਭਉ ਨਿਰਾਕਾਰ ਸੱਚ ਨਾਮ, ਫਿਰ ਕਿਆ ਉਹਦਾ ਬਣਾਇਆ ਹੋਇਆ ਜਹਾਨ, ਜਹਾਨ ਨੂੰ ਬਣਾ ਕੇ ਇਹਦੇ ਤੋਂ ਵੱਖ ਨਹੀਂ ਹੋਇਆ। ਜਿਸ ਦਿਨ ਦਾਸ ਨੇ ਆਸਾ ਕੀ ਵਾਰ ਆਰੰਭ ਕੀਤੀ ਸੀ, ਉਸ ਦਿਨ ਮੈਂ ਬੇਨਤੀ ਕੀਤੀ ਸੀ, ਕਈ ਵਾਰੀ ਬੰਦਾ ਪਸਾਰ ਲੈਂਦਾ ਜ਼ਿਆਦਾ, ਬਿਜ਼ਨਸ ਬਹੁਤ ਹੋ ਗਿਆ, ਫਿਰ ਕਲਪੀ ਜਾਂਦਾ, ਕਹਿੰਦਾ ਛੱਡੋ ਜੀ ਐਵੇਂ ਗੱਲ ਜੰਜਾਲ ਹੀ ਪਾ ਲਿਆ, ਇਸ ਲਈ ਕਹਿੰਦਾ ਕਲਪਣ ਲੱਗ ਪੈਂਦਾ। ਹੁਣ ਜੀ ਮੈਂ ਸੰਕੋਚਣ ਲੱਗਾ, ਮੇਰੇ ਤੋਂ ਨਹੀਂ ਹੁੰਦਾ, ਮੈਂ ਅੱਕ ਗਿਆ ਵਾਂ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਉਹਨੇ ਪਸਾਰਿਆ, ਉਹ ਕਦੀ ਨਹੀਂ ਕਹਿੰਦਾ ਮੈਂ ਮਜਬੂਰੀ 'ਚ ਬੈਠਾ। ਕਰ ਆਸਨ ਡਿਠੋ ਚਾਹੋ, ਉਹ ਬਣਾ ਕੇ ਚਾਹ ਨਾਲ ਸਭ ਦੇ ਵਿੱਚ ਬੈਠਾ। ਨਿਰਭਉ ਨਿਰੰਕਾਰ ਸੱਚ ਨਾਮ, ਜਾ ਕਾ ਕੀਆ ਸਗਲ ਜਹਾਨ। ਹੁਣ ਅੱਗੇ ਜਿਨ੍ਹਾਂ ਨੂੰ ਸ਼ਬਦ ਦੀ ਸਮਝ ਪੈ ਗਈ ਉਹਨਾਂ ਬਾਰੇ ਸਤਿਗੁਰੂ ਕਹਿੰਦੇ ਨੇ, ਸੇਵਕ ਸੇਵਹਿ ਕਰਮ ਚੜਾਓ। ਇਹ 4 ਸ਼ਬਦ ਧਿਆਨ ਨਾਲ ਸੁਣਿਓ। ਇਹ ਨੇ ਅਸਲੀ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੇਵਕ, ਪਰਮਾਤਮਾ ਦੇ ਸੇਵਾਦਾਰ। ਸੇਵਹਿ ਉਹਨੂੰ ਯਾਦ ਕਰਦੇ ਨੇ, ਉਹਦੀ ਸੇਵਾ ਕਰਦੇ ਨੇ। ਆਹ ਸ਼ਬਦ ਆਇਆ ਕਰਮ ਚੜਾਓ। ਇਹਦੇ ਅਰਥ ਗੁਰਮੁਖ ਵਿਦਵਾਨਾਂ ਨੇ 2 ਤਰੀਕੇ ਨਾਲ ਕੀਤੇ ਨੇ। ਕਰਮ ਦਾ ਅਰਥ ਇਕਨਾਂ ਨੇ ਕੀਤਾ ਬਖਸ਼ਿਸ਼, ਤੇ ਚੜਾਓ ਦਾ ਅਰਥ ਕਈਆਂ ਨੇ ਕੀਤਾ ਭੇਟਾ। ਧਿਆਨ ਨਾਲ ਸੁਣਿਓ, ਸੇਵਕ ਸੇਵਾ ਕਰਮ ਚੜਾਓ। ਕਹਿੰਦੇ ਨੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹ ਪਰਮਾਤਮਾ ਦੀ ਬਖਸ਼ਿਸ਼ ਨਾਲ। ਚੜਾਓ ਦਾ ਅਰਥ ਉੱਚੇ ਖੇੜੇ ਵਾਲੇ, ਉੱਚੀ ਸੁਰਤ ਦੇ ਚੜਾਓ ਵੀ ਜੀਂਦੇ ਨੇ, ਚੜ੍ਹਦੀ ਕਲਾ ਦੀ ਸੁਰਤ ਵੀ ਜੀਂਦੇ ਨੇ। ਕਈਆਂ ਗੁਰਮੁਖਾਂ ਨੇ ਅਰਥ ਕੀਤੇ ਨੇ ਪਰਮਾਤਮਾ ਦੇ ਸੇਵਾਦਾਰ ਸੇਵਾ ਕਰਦੇ ਨੇ। ਕਰਮ ਚੜਾਓ, ਉਹ ਸ਼ੁਭ ਕਰਮਾਂ ਦੀ ਭੇਟਾ ਰੱਬ ਦੇ ਸਾਹਮਣੇ ਚੜਾਉਂਦੇ ਨੇ। ਸੇਵਕ ਸੇਵਾ ਕਰਮ ਚੜਾਓ। ਪਰ ਮੈਂ ਥੋੜਾ ਜਿਹਾ ਬੇਨਤੀ ਕਰਾਂਗਾ, ਮੈਨੂੰ ਜਿਹੜਾ ਅਰਥ ਬਹੁਤ ਅਪੀਲ ਕੀਤਾ ਬਹੁਤ ਜ਼ਿਆਦਾ, ਉਹ ਅਰਥ ਇਹ ਬਹੁਤ ਟੁਕੇਗਾ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੇਵਾ ਕਰਦੇ ਨੇ। ਸੱਚ ਇਹ ਵੇ ਉਹਦੀ ਬਖਸ਼ਿਸ਼ ਲੈ ਕੇ ਉਹਨਾਂ ਦੀ ਸੁਰਤ ਹਮੇਸ਼ਾ ਚੜਾਓ ਵਿੱਚ ਰਹਿੰਦੀ ਹੈ। ਉਹਦਾ ਕਾਰਨ ਕੀ ਹੈ? ਮੈਂ ਤੁਹਾਨੂੰ ਉਦਾਹਰਨ ਦੇਣਾ। ਬਖਸ਼ਿਸ਼ ਤੋਂ ਬਿਨਾਂ ਸੁਰਤ ਉੱਚੀ ਨਹੀਂ ਉੱਠ ਸਕਦੀ। ਫਿਰ ਧਿਆਨ ਨਾਲ ਸੁਣਿਓ, ਅੱਗੇ ਹੋਰ ਕਲੀਅਰ ਹੋਣਾ ਇਸ ਗੱਲ ਨੇ। ਕਈ ਵਾਰੀ ਇਨਸਾਨ ਕੋਲ ਨੌਲੇਜ ਬੜੀ ਉੱਚੀ ਹੁੰਦੀ ਹੈ, ਪਰ ਸੁਰਤ ਬੜੀ ਗੰਦੀ ਹੁੰਦੀ ਹੈ। ਇਹਨੂੰ ਸੁਣਿਓ ਧਿਆਨ ਨਾਲ, ਜਿਹੜੀ ਮੈਂ ਬੇਨਤੀ ਕਰਨ ਲੱਗਾ। ਵਿਸ਼ਾ ਗਹਿਰਾ ਹੈ, ਸਮਝ ਪਏਗਾ, ਮਨ ਦੇ ਫੁਰਨੇ ਨਾ ਖੱਬੇ ਸੱਜੇ ਬਣਾ ਹੋ ਜੇ। ਹੁਣ ਉਹ ਸੁਰਤ ਉੱਚੀ ਦੇ ਅਰਥ ਕੀ ਨੇ? ਫਿਰ ਅਰਜ਼ ਕਰਾਂਗਾ, ਨੌਲੇਜ ਉੱਚੀ ਹੁੰਦੀ ਹੈ, ਸੁਰਤ ਕਈ ਵਾਰੀ ਬੜੀ ਮਾੜੀ ਹੁੰਦੀ ਹੈ। ਕਈਆਂ ਕੋਲ ਬਾਹਰ ਦੀ ਨੌਲੇਜ ਇੰਨੀ ਨਹੀਂ ਹੁੰਦੀ, ਪਰ ਸੁਰਤ ਬੜੀ ਉੱਚੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪੰਛੀ ਦਾ ਜ਼ਿਕਰ ਕੀਤਾ ਹੈ, ਇੱਲ ਦਾ। ਫਿਰਦੀ ਫਿਰਦੀ ਦੇ ਦਿਸ਼ਾ ਥਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬਹਿਠੀ ਆਏ। ਹੁਣ ਇੱਲ ਕਿੰਨੀ ਉੱਚੀ ਉੱਡਦੀ, ਪੰਖੀ ਪਾਉਂਦੀਆਂ ਅੱਗੇ ਆਉਣਾ ਬਚਨ, ਇੰਨੀ ਉੱਚੀ ਉੱਡੀ ਉਹਨੇ ਖੰਭ ਮਾਰਨੇ ਵੀ ਬੰਦ ਕਰ ਦਿੱਤੇ। ਉਹ ਤਾਰੀਆਂ ਲਾਂਦੀ ਉੱਤੇ, ਖੰਭ ਮਾਰਦੀ ਕਦੀ ਇੱਲ ਦੇਖੀ? ਉਹ ਤਾਂ ਸਿਰਫ ਖੰਭਾਂ ਨਾਲ ਤਾਰੀਆਂ ਲਾਂਦੀ ਹੈ। ਮੈਂ ਗੁਰਮੁਖ ਨੇ ਮੈਨੂੰ ਕਿਹਾ, ਬੜੀ ਚੰਗੀ ਲੱਗੀ ਗੱਲ। ਉਹ ਕਹਿੰਦੇ ਨੇ ਇਹਦੇ ਤੋਂ ਵੀ ਕੋਈ ਸਿੱਖਿਆ ਜਾ ਸਕਦਾ, ਇਹ 'ਚ ਗੁਣ ਵੀ ਹੈਗਾ। ਉਹ ਕਹਿੰਦੇ ਨੇ ਜਦੋਂ ਚੜ੍ਹਨ ਲੱਗਦੀ ਉਦੋਂ ਹੀ ਖੰਭ ਮਾਰਦੀ ਏ, ਜਦੋਂ ਗਗਨ ਮੰਡਲ 'ਚ ਪਹੁੰਚ ਜਾਏ ਉਦੋਂ ਤਾਰੀਆਂ ਲਾਂਦੀ, ਖੰਭ ਮਾਰਨ ਦੀ ਲੋੜ ਨਹੀਂ ਰਹਿੰਦੀ। ਕਹਿੰਦੇ ਜਦੋਂ ਸਾਧਨਾ ਕਰਨੀ ਹੈ ਉਦੋਂ ਹੀ ਖੰਭ ਮਾਰਨੇ ਪੈਂਦੇ ਨੇ। ਜਦੋਂ ਸੁਰਤ ਕਿਤੇ ਰੂਹਾਨੀ ਮੰਡਲਾਂ ਵਿੱਚ ਚਲੀ ਜਾਏ ਫਿਰ ਤਾਰੀਆਂ ਲਾਂਦਾ, ਫਿਰ ਸਾਧਨਾ ਦੀ ਲੋੜ ਨਹੀਂ ਰਹਿੰਦੀ। ਉਹਨੂੰ ਮਾਣਦਾ ਚੜ੍ਹਨ ਵਾਸਤੇ। ਹੁਣ ਇੱਲ ਇੰਨੀ ਉੱਚੀ ਚੜ੍ਹ ਗਈ, ਤੁਸੀਂ ਦੇਖੋ ਉਹਦੀ ਸੁਰਤ ਉੱਚੀ ਹੋਈ। ਉੱਚੀ ਘੁੰਮਣ ਵਾਲੀ ਇੱਲ ਜਿੱਥੇ ਹੱਡੋ ਰੋੜਾ ਦੇਖਦੀ ਏ, ਜਿੱਥੇ ਮਰੇ ਕੋਈ ਪਸ਼ੂ ਨਾ ਪਿੰਜਰ ਦੇਖਦੀ ਏ, ਉੱਚੀ ਉੱਡਣ ਵਾਲੀ ਇੱਕੋ ਦਮ ਠਾਂ ਕਰਕੇ ਥੱਲੇ ਡਿੱਗਦੀ ਏ, ਮਾਸ ਚੂੰਡਦੀ ਏ। ਗੁਰੂ ਸਾਹਿਬ ਕਹਿੰਦੇ ਨੇ ਦੇਖੀ ਇਹਦੇ ਕੋਲ ਉਡਾਰੀ ਬੜੀ ਉੱਚੀ ਏ ਫਿਜ਼ੀਕਲ ਤੌਰ ਤੇ, ਪਰ ਸੁਰਤ ਬੜੀ ਗੰਦੀ ਹੈ। ਮੇਰੀ ਬੇਨਤੀ ਸਮਝ ਗਏ ਜੀ? ਕਈ ਵਾਰੀ ਬੰਦਾ ਨੌਲੇਜ ਦੇ ਪੱਖੋਂ ਬੜੀ ਉੱਚੀ ਗੱਲ ਕਰਦਾ, ਬਖਸ਼ਦੇ ਦਾਤਾ, ਤੇ ਜੀਵਨ ਵਿੱਚ ਕਈ ਵਾਰੀ ਇੰਨੀ ਗਿਰਾਵਟ ਆਉਂਦੀ ਸੀ, ਕਹਿੰਦੇ ਉਹ ਕੱਲ ਤੱਕ ਗੱਲਾਂ ਬੜੀਆਂ ਉੱਚੀਆਂ ਕੀਤੀਆਂ, ਡੁੱਬ ਕਿੱਥੇ ਗਿਆ? ਕਿਉਂਕਿ ਸੁਰਤ ਉੱਚੀ ਨਹੀਂ ਸੀ, ਗਿਆਨ ਉੱਚਾ ਸੀ ਉਹਦੇ ਕੋਲ, ਨੌਲੇਜ ਉੱਚੀ ਸੀ।
ਅਗਲੀ ਗੱਲ ਹੋਰ ਕਰਾਂ, ਹਰ ਉੱਚੀ ਚੀਜ਼ ਜ਼ਰੂਰੀ ਨਹੀਂ ਉਹ ਗਿਣਤੀ 'ਚ ਆਵੇ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕਹਿੰਦੇ ਨੇ ਮੇਰੂ ਮਣਕਾ ਮਾਲਾ ਵੀ ਸਭ ਤੋਂ ਉੱਚਾ ਹੁੰਦਾ ਹੈ। ਮੈਂ ਉਦਾਹਰਨ ਦੇਣ ਲੱਗਾ, ਬਾਕੀ ਮਣਕੇ ਸਾਰੇ ਛੋਟੇ ਹੁੰਦੇ ਨੇ, ਜਿਹੜੇ ਮਾਲਾ ਰਾਹੀਂ ਜਪਦੇ ਨੇ। ਚਲੋ ਹੁਣ ਆਪਾਂ ਤਾਂ ਕਹਿੰਦੇ ਪਖੰਡ ਪ੍ਰਪੰਚ, ਉਧਰ ਨਾ ਉਦਾਹਰਨ ਲੈ ਲਿਆ, ਜੈਸੇ ਮਾਲਾ ਮੇਰੀ ਪੋਇਤ ਸਭ ਉੱਪਰ ਕੈ, ਸਿਮਰਨ ਸੰਖਿਆ ਮੈਂ ਨਾ ਆਵਤ ਬੜਾਈ ਕੈ। ਬਾਕੀ ਸਾਰੇ ਮਣਕੇ ਛੋਟੇ ਛੋਟੇ ਨੇ ਨਾ ਜੀ, ਮੇਰੂ ਮਣਕਾ ਸਭ ਤੋਂ ਵੱਡਾ ਉੱਤੇ ਹੁੰਦਾ ਹੈ। ਜਿਹੜੇ ਮਾਲਾ ਰਾਹੀਂ ਜਪਦੇ ਨੇ ਉਹ ਮੇਰੂ ਮਣਕੇ ਨੂੰ ਗਿਣਤੀ 'ਚ ਨਹੀਂ ਲਿਆਉਂਦੇ। ਜਿਹੜਾ ਮੇਰੂ ਮਣਕਾ ਉਹ ਕਾਊਂਟਿੰਗ 'ਚ ਨਹੀਂ ਆਉਂਦਾ, ਉਹ ਗਿਣਤੀ 'ਚ ਨਹੀਂ ਆਉਂਦਾ। ਭਾਈ ਸਾਹਿਬ ਕਹਿੰਦੇ ਨੇ ਉੱਚਾ ਸਭ ਤੋਂ, ਮੋਟਾ ਸਭ ਤੋਂ, ਤੇ ਕਿੰਨੀ ਬਦਕਿਸਮਤੀ ਰਹਿੰਦਾ ਉੱਥੇ ਪਿਆ ਜਿਨ੍ਹਾਂ ਦੇ ਹੱਥ ਫੜਿਆ ਰਾਮ ਕਿਹਾ ਜਾਂਦਾ ਹੈ, ਵਾਹਿਗੁਰੂ ਕਿਹਾ ਜਾਂਦਾ ਹੈ। ਜੇ ਬਾਕੀ ਸਾਰੇ ਮਣਕਿਆਂ ਤੇ ਵਾਹਿਗੁਰੂ ਬੋਲਿਆ, ਇਹ ਨੇੜੇ ਰਹਿਣ ਦੇ ਬਾਵਜੂਦ ਉੱਚਾ ਮੋਟਾ ਵੀ ਇਹਦੀ ਗਿਣਤੀ ਕਦੀ ਨਹੀਂ ਆਉਂਦੀ। ਕਹਿਣ ਲੱਗੇ ਸੱਚੀ ਗੱਲ ਇਹ, ਜਿਨ੍ਹਾਂ ਬੰਦਿਆਂ ਦੀ ਸੁਰਤ ਡਿੱਗੀ ਹੋਈ ਹੈ ਉਹ ਧਰਮ ਸਥਾਨ ਤੇ ਪਦਵੀ ਸਭ ਤੋਂ ਉੱਚੀ ਤੇ ਬੈਠੇ ਨਜ਼ਰ ਆਉਂਦੇ ਨੇ, ਪਰ ਰੱਬ ਦੇ ਘਰ 'ਚ ਉਹਨਾਂ ਦੀ ਗਿਣਤੀ ਕੋਈ ਨਹੀਂ ਹੋਣੀ। ਮਣਕਾ ਸਭ ਤੋਂ ਮੋਟਾ ਹੈ ਮੇਰੂ, ਪਰ ਗਿਣਤੀ 'ਚ ਨਹੀਂ। ਇਲ ਸਭ ਤੋਂ ਉੱਚੀ ਉੱਡਦੀ ਏ, ਪਰ ਸੁਰਤ ਉਹਦੀ ਗੰਦੀ ਦੀ ਗੰਦੀ ਏ, ਸੁਰਤ ਮੈਲੀ ਏ। ਮੈਂ ਇੱਕ ਬੇਨਤੀ ਕਰਾਂਗਾ ਗੁਰਮਖੋ, ਜਦੋਂ ਕਿਸੇ ਦੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਵਰਦੀ ਏ, ਉਹਦੀ ਬਖਸ਼ਿਸ਼ ਲੈ ਕੇ ਉਹਦੀ ਸੁਰਤ ਵੀ ਬੜੇ ਉੱਚੇ ਮੰਡਲਾਂ ਵਿੱਚ ਚਲੀ ਜਾਂਦੀ। ਇਹੀ ਕਾਰਨ ਸ਼ਬਦ ਉਹੀ ਹੁੰਦਾ ਹੈ, ਗੁਰੂ ਘਰ ਉਹੀ ਹੁੰਦਾ ਹੈ। ਉੱਚੀ ਸੁਰਤ ਵਾਲੇ ਦਾ ਤਰੀਕਾ ਹੋਰ ਹੋ ਜਾਂਦਾ, ਡਿੱਗੀ ਹੋਈ ਸੁਰਤ ਦਾ ਤਰੀਕਾ ਹੋਰ ਹੁੰਦਾ। ਅਗਲੀ ਬੇਨਤੀ ਕਰਾਂ, ਸੁਰਤ ਨੂੰ ਉੱਚੀਆਂ ਚੁੱਕਣ ਲਈ ਉੱਚੇ ਦਾ ਸਹਾਰਾ ਲਾਂਗੇ ਤੇ ਸੁਰਤ ਉੱਚੀ ਹੋਵੇਗੀ। ਦੇਖੋ ਆਪ ਪਾਠ ਕਰਦੇ ਹੋ, ਮੰਨ ਲਓ ਇਕਾਂਤ 'ਚ ਬੈਠੇ ਹੋ, ਸਿਮਰਨ ਕਰ ਰਹੇ ਹੋ, ਜੇ ਕੋਈ ਰੂਹਾਨੀਅਤ ਦਾ ਗ੍ਰੰਥ ਪੜ੍ਹ ਰਹੇ ਹੋ, ਕਿੰਨੀ ਸੁਰਤ ਉੱਚੀ ਗਈ ਹੈ। ਬਾਹਰ ਨਿਕਲੇ, ਕੋਈ ਦਵੈਸ਼ ਵਾਲਾ ਟੱਕਰ ਗਿਆ, ਉਹਨੇ ਕਿਹਾ ਫਲਾਣੀ ਖਬਰ ਅੱਜ ਪੜ੍ਹੀ ਆ ਫੇਸਬੁੱਕ ਤੇ, ਕੀ ਆਇਆ। ਦੇਖੋ ਮੈਂ ਇਹਨੂੰ ਮਜ਼ਾਕ 'ਚ ਨਹੀਂ ਲਿਜਾਣਾ, ਤੁਹਾਨੂੰ ਪਤਾ ਲੱਗ ਗਿਆ ਜੀ WhatsApp ਤੇ ਕੀ ਹੋਇਆ, ਪੁਰਾਣੀ ਖਬਰ। ਬੰਦਾ ਚੰਗਾ ਭਲਾ ਨਿਤਨੇਮ ਕਰਦਾ, ਕਿੱਥੇ ਡਿੱਗਿਆ, ਠਾਹ ਕਰਕੇ ਸੁਰਤ ਮਾਰੀ ਥੱਲੇ, ਇੱਕਦਮ ਗੰਦੀ ਫੇਰ ਹੋ ਗਈ। ਕੀ ਕਾਰਨ ਹੈ? ਮਸਕੀਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ, ਪਾਣੀ ਨੂੰ ਉੱਚਿਆਂ ਚੜ੍ਹਾਉਣ ਵਾਸਤੇ ਜ਼ੋਰ ਲੱਗਦੇ ਨੇ, ਉੱਚੇ ਨੂੰ ਥੱਲੇ ਸੱਟਣ ਵਾਸਤੇ ਜ਼ੋਰ ਨਹੀਂ ਜੇ ਲੱਗਦਾ। ਉੱਤੇ ਗਿਆ ਪਾਣੀ ਮੋਟਰ ਨਾਲ ਥੱਲੇ ਸੱਟਣਾ ਨਹੀਂ ਪੈਣਾ, ਨਲਕਾ ਖੋਲ ਦਿਓ ਸਾਰਾ ਪਾਣੀ ਵਗ ਜਾਏਗਾ, ਪਰ ਉੱਚਾ ਚੁੱਕਣ ਵਾਸਤੇ ਜ਼ਿੰਦਗੀ ਲੱਗ ਜਾਂਦੀ ਏ, ਸੁਰਤ ਨੂੰ ਡੇਗਣ ਵਾਸਤੇ ਟਾਈਮ ਨਹੀਂ ਲੱਗਦਾ ਹੁੰਦਾ। ਮੇਰੀ ਬੇਨਤੀ ਹੈ ਪਲੀਜ਼, ਜੇ ਗੁਰੂ ਨੂੰ ਮੁਹੱਬਤ ਕਰਨੀ, ਭਾਈ ਸਾਹਿਬ ਵੀਰ ਸਿੰਘ ਉਹਨਾਂ ਲਿਖਿਆ, ਕਹਿੰਦੇ ਸਿੱਖੀ ਹੈ ਬਲਵਾਨ ਕਰਨਾ, ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਾਦੀ ਰੱਖਣਾ। ਸੁਰਤ ਦੀ ਬਲਵਾਨਤਾ ਹੀ ਅਡੋਲਤਾ ਹੈ ਪਿਆਰਿਓ। ਦੁਨੀ ਚੰਦ ਦਾ ਸਰੀਰ ਏਡਾ ਮੋਟਾ, ਮੈਂ ਕਹਿੰਦਾ ਵੀ 1.5 ਕੁਇੰਟਲ ਦਾ ਬੰਦਾ ਤੁਰਦਾ ਤੇ ਜ਼ਮੀਨ ਤੇ ਥੱਲੇ ਧਰਤੀ ਤੇ ਉੱਤੇ ਨਿਸ਼ਾਨ ਪੈ ਜਾਂਦੇ ਨੇ। ਬਚਿੱਤਰ ਸਿੰਘ ਦਾ ਸਰੀਰ 5 ਫੁੱਟ ਦਾ, ਪਰ ਸੁਰਤ ਕਰਕੇ ਕਿੱਡੀ ਵੱਡੀ ਖੇਡ। ਏਡੀ ਵੱਡੀ ਬੋਡੀ ਵਾਲਾ ਕਹਿੰਦਾ ਮੈਂ ਮਰ ਜਾਗਾ, ਤੇ ਨਿੱਕੇ ਜਿਹੇ ਸਰੀਰ ਵਾਲੇ ਦੀ ਸੁਰਤ ਇੰਨੀ ਬਲਵਾਨ, ਉਹ ਕਹਿੰਦਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਅਸੀਸ ਦਿੱਤੀ, ਮੈਂ ਤਵੀਆਂ ਪਾੜਾਂਗਾ। ਸੱਚੀ ਮੁੱਚੀ ਭਾਈ ਮਨੀ ਸਿੰਘ ਦੇ ਬੇਟੇ ਨੇ ਭਾਈ ਬਚਿੱਤਰ ਸਿੰਘ, ਨਾਗਣੀ ਮਾਰ ਕੇ 7 ਤਵੀਆਂ ਚੀਰ ਕੇ ਹਾਥੀ ਦਾ ਸਿਰ ਲਹੂ ਲੁਹਾਨ ਕਰ ਦਿੱਤਾ। ਤੇ ਪਿੱਛੋਂ ਆਏ ਜਦੋਂ ਨਾਂਗਣੀਆਂ ਜੇ ਪਈ ਅਨੰਦਪੁਰ ਸਾਹਿਬ, ਉਹਨਾਂ ਪੁੱਛਿਆ ਵੀ ਉਹ 7 ਤਵੀਆਂ ਚੀਰ ਦਿੱਤੀਆਂ। ਉਹ ਕਹਿੰਦਾ ਗੁਰੂ ਨੇ ਤਾਂ ਸਿਰਫ ਚੀਰਨ ਵਾਸਤੇ ਕਹੀਆਂ ਸਨ, ਜੇ ਅਗਲਾ ਨਾਲ ਥਾਪੜਾ ਦੇ ਦਿੰਦਾ ਨਾ ਵੀ ਚੁੱਕ ਕੇ ਵੀ ਲਿਆਉਣਾ ਹੈ, ਤੇ ਮੈਂ ਨਾਗਣੀ ਉੱਤੇ ਹਾਥੀ ਟੋਂਕ ਕੇ ਵੀ ਲੈ ਆਉਣਾ ਸੀ। ਗੁਰੂ ਨੂੰ ਸਮਝੀਏ, ਸੇਵਕ ਸੇਵੈ ਕਰਮ ਚੜਾਓ। ਜਦੋਂ ਕੋਈ ਬੰਦਗੀ ਕਰਦਾ, ਸਿਮਰਨ ਕਰਦਾ ਪਿਆਰਿਓ, ਉਹ ਫਿਰ ਬਖਸ਼ਿਸ਼ ਲੈ ਕੇ ਉਹਦੀ ਸੁਰਤ ਜਿਹੜੀ ਹੈ ਹਮੇਸ਼ਾ ਉੱਚੇ ਮੰਡਲਾਂ ਵਿੱਚ ਚੜੀ ਰਹਿੰਦੀ ਹੈ। ਉਂਝ ਇਹ ਵੀ ਕਰ ਲੈ ਜਾਣ ਅਰਥ, ਇਹ ਨਾ ਸਮਝੋ ਮੈਂ 2 ਅਰਥ ਕਿਉਂ ਕਰ ਲੱਗ ਪਿਆ। ਭਾਈ ਵੀਰ ਸਿੰਘ ਦੀ ਟੀਕਾਕਾਰੀ ਪੜ੍ਹੋ, ਉਹ ਅਰਥ ਕਰਕੇ ਕਹਿੰਦੇ ਨੇ ਕੁਛ ਦਾਨੇ ਇਹ ਵੀ ਅਰਥ ਕਰਦੇ ਨੇ, ਕਿਉਂਕਿ ਦਾਵਾ ਨਹੀਂ ਹੋ ਸਕਦਾ। ਸੇਵਾਦਾਰਾਂ ਨੇ, ਬੰਦਗੀ ਕਰਨ ਵਾਲਿਆਂ ਨੇ ਉਹਨੂੰ ਸਿਮਰਿਆ। ਹੁਣ ਸੇਵਾਦਾਰ, ਸੇਵਾ ਕਰਨ ਵਾਲਾ, 2 ਚੀਜ਼ਾਂ, ਇੱਕ ਸਿਮਰਨ ਤੇ ਇੱਕ ਸੇਵਾ। ਹਰ ਥਾਂ ਤੇ ਗੁਰਮੁਖੋ ਸੇਵਾ ਪਈ ਹੈ, ਕੱਲੇ ਗੁਰਦੁਆਰੇ ਸੇਵਾ ਨਹੀਂ। ਮੈਂ ਤੁਸੀਂ ਕਿਤੇ ਵੀ ਜਾਓ, ਸੱਚ ਇਹ ਜੇ ਅੰਦਰ ਦੀ ਬਿਰਤੀ ਹੋਵੇ, ਦੇਸ਼ ਪ੍ਰਦੇਸ਼ 'ਚ ਕੋਈ ਥਾਂ ਐਸੀ ਨਹੀਂ ਜਿੱਥੇ ਸੇਵਾ ਨਹੀਂ। ਮੈਂ ਆਪਣੀ ਜ਼ਿੰਦਗੀ 'ਚ ਇੱਕ ਛੋਟੀ ਜਿਹੀ ਖੱਡ ਬੀਤੀ ਤੁਹਾਨੂੰ ਸੁਣਾਉਣ ਲੱਗਾ।
ਪਿਛਲੇ ਮਹੀਨੇ ਮੈਂ ਜਨਵਰੀ 'ਚ ਅਮਰੀਕਾ ਸੀ। LA ਤੋਂ ਮੈਂ ਜਾ ਰਿਹਾ ਸੀ ਸੈਕਰਾਮੈਂਟੋ। ਜਹਾਜ਼ ਤੇ ਮੈਂ ਚੜ੍ਹਿਆ ਤੇ ਮੇਰੇ ਨਾਲ ਇੱਕ ਬਜ਼ੁਰਗ, ਗੋਰੀ ਔਰਤ ਬਜ਼ੁਰਗ, 70 ਕੁ ਸਾਲ ਉਹਦੀ ਉਮਰ ਹੋਵੇਗੀ, ਉਹ ਬੈਠੀ। ਜਹਾਜ਼ ਉੱਡਿਆ, ਉਹਨੇ ਆਪਣੀ ਬੈਲਟ ਖੋਲ੍ਹੀ ਤੇ ਜਿਹੜੇ ਉਹ ਗਰੀਆਂ ਬਦਾਮਾਂ ਦੀਆਂ ਵਰਤਾਂਦੇ ਸਨ ਜੀ ਨਰਸ, ਉਹਨੇ ਉਹ ਡੱਬਾ ਚੁੱਕ ਲਿਆ ਜੀ, ਉਹ ਸਾਰਿਆਂ ਨੂੰ ਵਰਤਾਈ ਜੇ। ਮੇਰੇ ਮਨ 'ਚ ਆਇਆ ਵੀ ਇਹ ਮੁਲਾਜ਼ਮ ਤਾਂ ਹੈ ਨਹੀਂ, ਜਹਾਜ਼ ਦਾ ਅਮਲੇ ਵਿੱਚੋਂ ਤੇ ਹੈ ਨਹੀਂ, ਪਰ ਇਹ ਕੱਪੜੇ ਵੀ ਇਹਦੇ ਹੋਰ ਨੇ, ਇਹ ਕਿਉਂ ਸਭ ਨੂੰ ਵਰਤਾਂਦੀ? ਉਹਨੇ ਕੋਕ ਸਰਵ ਕੀਤਾ, ਜੋ ਜੂਸ ਸੀ ਸਭ ਕੁਝ ਆ ਗਈ ਤੇ ਬੈਠ ਗਈ। ਤੇ ਮੈਂ ਜਿੰਨੀ ਕੁ ਸਾਨੂੰ ਅੰਗਰੇਜ਼ੀ ਜਿਹੀ ਆਉਂਦੀ ਥੋੜ੍ਹੀ ਵਾਰੀ ਟੁੱਟੀ ਭੱਜੀ, ਮੈਂ ਪੁੱਛਣਾ ਚਾਹੀਦਾ। ਮੈਂ ਪੁੱਛ ਲਿਆ ਵੀ ਤੂੰ ਕਿਉਂ ਉੱਠੀ, ਤੂੰ ਮੁਲਾਜ਼ਮ ਹੈ? ਕਹਿੰਦੀ ਨਹੀਂ, ਮੈਂ ਮੁਲਾਜ਼ਮ ਨਹੀਂ। ਮੈਂ ਕਿਹਾ ਵੀ ਕੀ ਤੈਨੂੰ ਇਹ ਬੀਬੀਆਂ ਜਹਾਜ਼ ਵਾਲੀਆਂ ਜਾਣਦੀਆਂ ਨੇ? ਕਹਿੰਦੀ ਬਿਲਕੁਲ ਨਹੀਂ ਜਾਣਦੀਆਂ। ਮੈਂ ਤੂੰ ਉੱਠੀ ਕਿਉਂ ਵਰਤਾਇਆ? ਕਹਿੰਦੀ ਮੈਂ ਰੋਜ਼ ਆਉਣਾ, 1 ਘੰਟਾ ਕਮਿਊਨਿਟੀ ਦੀ ਸੇਵਾ ਕਰਨੀ ਆ। ਅੱਜ ਮੇਰੇ ਕੋਲ ਟਾਈਮ ਨਹੀਂ ਸੀ ਮਿਲਿਆ, ਮੈਂ ਸੋਚਿਆ ਜਹਾਜ਼ ਵਿੱਚ ਹੀ ਸੇਵਾ ਕਰ ਲਵਾਂ। ਮੈਂ ਉਹਨੂੰ ਸ਼ਬਦ ਕਿਹਾ, ਮੈਂ ਕਿਹਾ ਤੂੰ ਇਨਸਾਨੀਅਤ ਦੀ ਸੇਵਾ ਨਹੀਂ ਕੀਤੀ, ਤੂੰ ਰੱਬ ਦੀ ਸੇਵਾ ਕੀਤੀ। ਮੇਰੀ ਬੇਨਤੀ ਹੈ, ਜਦੋਂ ਸੁਰਤ, ਫਿਰ ਮੈਂ ਸ਼ਬਦ ਵਰਤਾਂਗਾ, ਕਰਮ ਚੜਾਓ ਉਹਦੀ ਬਖਸ਼ਿਸ਼ ਨਾਲ ਸੁਰਤ ਉੱਚੇ ਮੰਡਲਾਂ 'ਚ ਵਰਦੀ ਏ। ਉਦੋਂ ਗੁਰੂ ਨਾਨਕ ਕੋੜੀ ਦੇ ਘਰ ਕੀਰਤਨ ਕਰਦਾ, ਉਹ ਕਿਹੜੀ ਧਰਮਸ਼ਾਲਾ, ਉਹ ਵੀ ਤੇ ਸੇਵਾ ਹੀ ਬਣ ਗਿਆ। ਕੌਡੇ ਰਾਖਸ਼ ਦੀ ਝੌਂਪੜੀ 'ਚ ਬਾਬਾ ਜੀ ਖਲੋਤੇ ਨੇ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਨਾਨਕ ਸਾਹਿਬ ਦੇ ਸਿੱਖੋ, ਸਿੱਖੀ ਨੂੰ ਗੁਰਦੁਆਰੇ ਤੱਕ, ਪੰਜਾਬ ਤੱਕ, ਕੇਵਲ ਇਸ ਪਲੈਨਟ ਤੱਕ ਸੀਮਤ ਨਾ ਰੱਖੋ। ਸਿੱਖੀ ਇੰਨੀ ਉੱਚੀ ਹੈ, ਜਿੱਥੇ ਜਿੱਥੇ ਰੱਬ ਨੇ ਬ੍ਰਹਿਮੰਡ ਰਚਿਆ, ਸਿੱਖੀ ਹਰ ਥਾਂ ਤੇ ਫਿੱਟ ਬੈਠੇਗੀ। ਉਹ ਸੇਵਾ, ਸੇਵਕ ਸੇਵਾ, ਕਰਮ ਚੜਾਓ। ਲਾਲਚ ਕਹਿੰਦਾ ਸਿਰਫ ਮੈਂ, ਮੁਹੱਬਤ ਕਹਿੰਦੀ ਨਹੀਂ ਮੈਂ ਨਹੀਂ, ਸਿਰਫ ਤੂੰ। ਇਸੇ ਕਰਕੇ ਬਾਬਾ ਸਾਹਿਬ ਨੇ ਬਾਣੀ 'ਚ ਕਿਹਾ, ਫਰੀਦਾ ਜਾਂ ਲੱਭ ਤਾਂ ਨਿਉ ਕਿਹਾ, ਲੱਭ ਤਾਂ ਕੂੜਾ ਨੇ, ਕਿਚਰ ਝੱਟ ਲੰਘਾਈਆ, ਛੱਪਰ ਟੁੱਟੇ ਮੈਂ। ਟੁੱਟੇ ਹੋਏ ਛੱਪਰ 'ਚ ਕਿੰਨਾ ਸਮਾਂ ਬੈਠੇਗਾ ਬੰਦਾ। ਹੁਣ ਫਿਰ ਬੇਨਤੀ ਕਰਾਂ, ਜਦੋਂ ਕੋਈ ਸੇਵਾ ਕਰਦਾ ਹੈ, ਸੇਵਾ ਵਾਲਾ ਸੌਦੇਬਾਜ਼ੀ ਨਹੀਂ ਕਰਦਾ। ਉਹ ਤਾਂ ਇੱਕੋ ਬੇਨਤੀ ਹੈ ਜੀ, ਕਿਉਂਕਿ ਅਸੀਂ ਨਿਸ਼ਕਾਮੀ ਦੇ ਅਰਥ ਵੀ ਆਪਣੇ ਕੀਤੇ। ਜਿਹਨੇ ਨਹੀਂ ਪੈਸੇ ਲਏ, ਉਹਦੇ ਵਰਗਾ ਨਿਸ਼ਕਾਮੀ ਕੋਈ ਨਹੀਂ। ਪਰ ਕਿੱਥੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਏ ਪੈਸੇ ਛੱਡਣ ਵਾਲਾ ਨਿਸ਼ਕਾਮੀ ਬਣ ਗਿਆ? ਨਿਸ਼ਕਾਮੀ ਤਾਂ ਉਹ ਵੇ ਜਿਹਦੇ ਅੰਦਰ ਫੁਰਨੇ ਵੀ ਖਤਮ ਹੋ ਜਾਂਦੇ ਨੇ, ਕਿਸੇ ਕਿਸਮ ਦੀ ਕੋਈ ਕਾਮਨਾ ਨਹੀਂ। ਇਹਨੂੰ ਸਤਿਗੁਰੂ ਨੇ ਸੇਵਕ ਸੇਵਾ ਕੈਸਾ, ਉਹ ਅਸੀਂ ਪਦਾ ਇੱਕ ਪੜ੍ਹ ਲੈਂਦੇ ਹਾਂ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਰਿਦਾ ਸਦਗਾਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਅੱਗੇ ਕੀ ਹੈ? ਕਾਰਜ ਰਾਸ ਨਹੀਂ, ਕੇਵਲ ਅਸਲੀ ਕਾਰਜ ਜ਼ਿੰਦਗੀ ਦਾ ਮਨੋਰਥ ਹੈ। ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਿਆਰਿਓ, ਉਹ ਸੁਆਮੀ ਮਿਲ ਜਾਂਦਾ ਹੁੰਦੇ। ਕਰਮ ਚੜਾਓ। ਉਹਦੇ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਸੇਵਾ ਕਰਨ ਵਾਲਾ ਸੁਆਮੀ ਵਿੱਚ ਅਭੇਦ ਹੋ ਗਿਆ। ਹਰ ਕਾ ਸੇਵਕ ਨਾ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਖਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲੈ ਸਲ ਸਮਾਏ ਦਾ। ਸੇਵਾ ਕਰਨ ਵਾਲਾ ਤਾਂ ਸਮੁੰਦਰ ਦੀ ਲਹਿਰ, ਜਿਵੇਂ ਸਮੁੰਦਰ ਦੀ ਗਲਵਕੜੀ ਪਾਈ ਬੈਠੀ, ਕਦੀ ਲਹਿਰ ਵੱਖ ਹੁੰਦੀ ਦੇਖੀ? ਉਹ ਕਹਿੰਦੀ ਮੈਂ ਉਛਾਲੇ ਖਾ ਰਹੀ ਹਾਂ, ਮੇਰਾ ਆਕਾਰ ਹੈ, ਪਰ ਮੈਂ ਬੜੇ ਵਿਰਾਟ ਨਾਲ ਜੁੜੀ ਹਾਂ। ਇੱਕ ਨਿੱਕੀ ਜੀ ਲਹਿਰ ਵੀ ਬੜੇ ਸਗਾ ਸਮੁੰਦਰ ਦਾ ਹਿੱਸਾ ਹੈ। ਜਦੋਂ ਸੇਵਾਦਾਰ ਭਾਵਨਾ ਨਾਲ ਸੇਵਾ ਕਰਦਾ ਹੈ, ਮਤ ਸਮਝੋ ਗੁਰਦੁਆਰੇ ਦੇ ਲੰਗਰ 'ਚ ਭਾਂਡੇ ਮਾਂਜਦਾ ਹੈ, ਚੇਤੇ ਰੱਖਿਓ ਉੱਠੀ ਹੋਈ ਲਹਿਰ ਕਿਸੇ ਅਸਗਾ ਸਮੁੰਦਰ ਨਾਲ ਜੁੜੀ ਹੋਈ। ਉਸ ਫਿਰ ਉਹਦੇ ਬਾਰੇ ਜੇ ਹੋਰ ਸੇਵਕ ਸੇਵਾ ਬਾਰੇ ਪੜ੍ਹਨਾ ਹੋਵੇ, ਉਹ ਹੈ ਗੁਰੂ ਸਾਹਿਬ ਦੀ ਉਹ ਪੌੜੀ ਜਿਹੜੀ ਅੱਗੇ ਆਵੇਗੀ ਕਿ ਸੇਵ ਕੀਤੀ ਸੰਤੋਖਈ, ਸਬਰ ਵਾਲਿਆਂ ਨੇ ਸੇਵਾ ਕੀਤੀ। ਫਿਰ ਮੈਂ ਅਰਜ਼ ਕਰਾਂਗਾ, ਕਿਉਂਕਿ ਮੈਂ ਬਿਲਕੁਲ ਸਤਿਗੁਰੂ ਦੇ, ਗੁਰੂ ਨਾਨਕ ਸਾਹਿਬ ਦੇ ਚਰਨ ਤੋਂ ਉਹ ਸਾਡੀ ਸੁਰਤ ਨੂੰ ਮੈਲੇ ਨਹੀਂ ਹੋਣ ਦਿੱਤਾ। ਸਭ ਦੇ ਦੱਸੀ ਗਿਆ ਰਾਸਤਾਰੀ ਪਖੰਡੀ, ਪਰ ਵਿੱਚੋਂ ਚੁੱਕ ਕੇ ਲੈ ਗਿਆ ਸੁਰਤ ਨੂੰ। ਨਹੀਂ, ਕਮਾਈ ਵਾਲੇ ਵੀ ਨੇ। ਹਜ਼ੂਰ ਨੇ ਕਿਹਾ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਨਾ।
ਕਿਉਂਕਿ ਸੁਰਤ ਚੜਾਓ ਚ ਹੈ, ਖੇੜੇ ਚ ਹੈ। ਉਹਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ, ਸੇਵਕ ਸੇਵੈ ਕਰਮ ਚੜਾਓ। ਉਹਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ। ਉਹ ਕਿੱਥੇ ਪਹੁੰਚ ਗਿਆ? ਵਡਿਆਈ ਵੱਡਾ ਪਾਇਆ, ਕਿਉਂਕਿ ਸੁਰਤ ਉੱਚੀ ਸੀ। ਫਿਰ ਬੇਨਤੀ ਹੈ ਜੀ, ਮੈਂ ਅਰਜ਼ ਕਰਾਂਗਾ ਕਿ ਸੇਵਕ ਸੇਵੈ ਕਰਮ ਚੜਾਓ। ਫਿਰ ਉਹ ਮਜਬੂਰੀ 'ਚ ਨਹੀਂ, ਮਹਾਰਾਜ ਕਹਿੰਦੇ ਨੇ ਪਿਆਰਿਓ, ਉਸ ਤੋਂ ਬਾਅਦ ਭਿੰਨੀ ਰਹਿਣ, ਨੰਨੇ ਨਾਲ ਨਹੀਂ ਨਾਣੇ ਨਾਲ, ਭਿੰਨੀ ਰਹਿਣ ਜਿੰਨਾ ਮਨ ਚਾਓ। ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਭਿੱਜ ਜਾਂਦੀ ਹੈ ਨਾਮ ਨਾਲ। ਉਹਨਾਂ ਲਈ ਬੰਦਗੀ ਚਾਹ ਬਣ ਜਾਂਦੀ, ਬੰਦਗੀ ਮਜਬੂਰੀ ਨਹੀਂ ਬਣਦੀ। ਤੇ ਇਹ ਵੀ ਮੇਰੀ ਬੇਨਤੀ ਜੇ ਗੁਰਮੁਖੋ, ਇਹ ਸਾਰੀਆਂ ਚੀਜ਼ਾਂ ਗੁਰਮਤਿ 'ਚ ਦਸੀਆਂ ਨੇ। ਗੁਰੂ ਹਰਿਰਾਏ ਸਾਹਿਬ ਨੂੰ ਪੁੱਛਿਆ ਸੀ ਸੱਚੇ ਪਾਤਸ਼ਾਹ, ਤੁਸੀਂ ਸਾਰੀ ਬਾਣੀ ਪੜ੍ਹਨੇ ਆ, ਇਹ ਕਹਿੰਦੇ ਹੋ ਚਾਓ ਬੈਰਾਗ ਮਨ ਜਾਗਣਾ, ਪਰ ਸਾਨੂੰ ਕਿਰਪਾ ਕਰਕੇ ਦੱਸੋ ਸਾਨੂੰ ਕਿਤੇ ਪਤਾ ਲੱਗ ਜਾਏਗਾ ਸਾਡਾ ਮਨ ਜਾਗ ਪਿਆ? ਕਿਉਂਕਿ ਮਨ ਸੁੱਤਾ ਹੈ ਨਾ ਜੀ। ਗੁਰੂ ਸਾਹਿਬ ਦੇ ਬੋਲ ਨੇ ਕਿ ਜਿਨ੍ਹਾਂ ਦੀ ਸੁਰਤ ਡਿੱਗੀ ਹੋਈ ਏ ਉਹ ਫਿਜ਼ੀਕਲ ਤੌਰ ਤੇ ਜਾਗਦੇ ਹੋਏ ਵੀ ਸੁੱਤੇ ਨੇ, ਜਿਨ੍ਹਾਂ ਦੀ ਸੁਰਤ ਨਾਮ 'ਚ ਜੁੜ ਗਈ ਏ ਉਹ ਫਿਜ਼ੀਕਲ ਤੌਰ ਤੇ ਸੁੱਤੇ ਹੋਏ ਵੀ ਜਾਗਦੇ ਨੇ। ਮੇਰੀਆਂ ਅੱਖਾਂ ਖੁੱਲੀਆਂ ਨੇ ਪਰ ਰੂਪ ਦੇਖਦੀਆਂ ਨੇ ਸੁੱਤੀਆਂ ਨੇ, ਕੰਨ ਮੇਰੇ ਖੁੱਲੇ ਨੇ ਰੱਜ ਕੇ ਨਿੰਦਿਆ ਸੁਣਦੇ ਨੇ। ਗੁਰੂ ਸਾਹਿਬ ਕਹਿੰਦੇ ਕੌਣ ਕਹਿੰਦਾ ਜਾਗਦੇ ਨੇ, ਸੁੱਤੇ ਨੇ। ਮਹਾਰਾਜ ਮੇਰੇ ਮਨ 'ਚ ਬੜੀ ਰਿਹਾ ਇਹ ਕਿਉਂ ਸੁੱਤੇ ਕਹਿ ਦਿੱਤਾ? ਕਿਉਂਕਿ ਸੁੱਤਿਆਂ ਹੋਇਆਂ ਦੇ ਘਰ ਠੱਗੇ ਜਾਂਦੇ ਨੇ, ਜੇ ਜਾਗਦੇ ਹੁੰਦੇ ਤੇ ਸਰੀਰ ਕਿਤੇ ਠੱਗਿਆ ਜਾਂਦਾ? ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਵਾਦ, ਮਨ ਸੋਇਆ ਮਾਇਆ ਬਿਸਮਾਦ। ਸਤਿਗੁਰੂ ਕਿਵੇਂ ਪਤਾ ਲੱਗੇ ਮਨ ਜਾਗ ਪਿਆ? ਸਤਿਗੁਰੂ ਨੇ ਬਹੁਤ ਪਿਆਰਾ ਬਚਨ ਕਿਹਾ, ਕਹਿੰਦੇ ਨੇ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਸੰਗਤ 'ਚ ਰੋਜ਼ ਜਾਂਦੇ ਹੋ, ਜਿਸ ਦਿਨ ਰਾਤ ਨੂੰ ਘੜੀ ਪਿੱਛੋਂ ਪਾਸੇ ਮਾਰੋ, ਮੈਂ ਸੱਚੀ ਕਹਿ ਰਿਹਾ, ਇਹ ਘੜੀ ਨੂੰ ਵੇਖੋ ਕਦੋਂ ਟਾਈਮ ਹੋਵੇ ਤੇ ਉੱਠ ਕੇ ਗੁਰੂ ਦੇ ਚਰਨਾਂ ਵਿੱਚ ਪਹੁੰਚਾਂ, ਕਦੋਂ ਵਕਤ ਹੋਵੇ ਮੈਂ ਸਿਮਰਨ ਜੁੜਾਂ। ਸਤਿਗੁਰੂ ਕਹਿੰਦੇ ਨੇ ਜਦੋਂ ਜਪਜੀ ਸਾਹਿਬ ਪੜ੍ਹਦੇ ਆ ਤੇਰੀਆਂ ਅੱਖਾਂ ਭਿੱਜ ਜਾਣ, ਬਸ ਉਦਣ ਸੋਚੀ ਤੂੰ ਅਰਦਾਸ ਕਰੀ, ਉਦਣ ਤੇਰਾ ਮਨ ਜਾਗਣਾ ਸ਼ੁਰੂ ਹੋ ਗਿਆ। ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰੈ ਉਰ ਲੱਗ ਗਏ ਸਤਿਗੁਰੂ ਬਾਣੀ। ਮੈਨੂੰ ਯਾਦ ਹੈ ਜੀ ਇੱਕ ਰਾਮ ਕਿਸ਼ਨ ਜੀ ਹੋਏ ਨੇ ਸੇਵਾ ਪੰਥੀ ਮਹਾਂਪੁਰਖ, ਪਟਿਆਲੇ ਬਾਅਦ ਸਥਾਨ ਸੀ ਨਾ ਉਹਨਾਂ ਦਾ, ਪਿੱਛੋਂ ਪਾਕਿਸਤਾਨ ਜਦੋਂ ਬਣਿਆ ਉਦੋਂ ਦੀ ਗੱਲ ਕਰਨਾ। ਉਹ ਰਾਤ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਨਿੱਜ ਕਮਰੇ ਜਾਣਾ, ਉਹ ਅੱਗੇ ਬਹਿ ਜਾਂਦੇ ਸਨ। ਮੈਂ ਬੇਨਤੀ ਕਰਾਂਗਾ, ਚਲੋ ਮੈਂ ਕਥਾ ਸੁਣਾ ਰਿਹਾ, ਪਤਾ ਨਹੀਂ ਸੁਣ ਕੇ ਕਿਸੇ ਦੇ ਅੰਦਰ ਬਲਬਲਾ ਉੱਠ ਪਵੇ। ਸੁਖ ਆਸਨ ਤੋਂ ਬਾਅਦ ਚੌਰ ਕਰਕੇ ਨਾ ਮਹਾਰਾਜ ਜੀ ਨੂੰ ਉੱਤੇ ਵਿਸ਼ਰਾਮ ਵਾਲੇ ਕਮਰੇ 'ਚ ਛੱਡ ਕੇ ਬੂਹੇ ਅੱਗੇ ਬਹਿ ਜਾਣਾ, ਪਲੰਗ ਕੋਲ ਬਹਿ ਜਾਣਾ, ਨਾਲੇ ਰੋ ਕੇ ਕਹਿਣਾ ਰਾਮ ਕਿਸ਼ਨ ਕਿਵੇਂ ਲੰਘੇਗੀ ਹੁਣ ਰਾਤ, ਕਿਵੇਂ ਟਾਈਮ ਲੰਘੇਗਾ? ਰੋ ਪੈਣਾ ਜੀ, ਉੱਚੀ ਜਿਵੇਂ ਨਿਆਣੇ ਰੋਂਦੇ ਨੇ, ਰੋ ਪੈਣਾ, ਕਿਵੇਂ ਲੰਘੇਗੀ ਰਾਤ ਹੁਣ ਪ੍ਰੀਤਮ ਤੋਂ ਬਿਨਾ। ਸਾਰਾ ਦਿਨ ਚ ਹੁਣ ਮੈਨੂੰ ਕੋਈ ਪੁੱਛੇ ਸੀ ਕਹਿਣਾਗੇ ਇਹਨੂੰ ਬਾਹਰ ਕੱਢੋ ਕਰਮਕਾਂਡੀ, ਕਿਵੇਂ ਲੰਘੇਗੀ ਤੇਰੇ ਤੋਂ ਬਿਨਾ ਰਾਤ? ਤੇ ਇੱਕੋ ਦਮ ਝੰਜੋਣ ਕੇ ਕਹਿਣਾ ਉਹ ਕਮਲਿਆ ਤੂੰ ਬੰਦਾ ਬਣ, ਬਾਹਰ ਬੋ, ਠਾਕੁਰ ਨੂੰ ਆਰਾਮ ਕਰ ਲੈਂਦੇ, ਬਾਹਰ ਉੱਚੀ ਨਾ ਰੌਲਾ ਪਾ। ਹੁਣ ਸਾਰਿਆਂ ਦੀ ਅਵਸਥਾ ਇਹ ਥੋੜਾ ਹੈ। ਸਤਿਗੁਰੂ ਕਹਿੰਦੇ ਨਹੀਂ, ਉਹ ਰਾਸਤਾਰੀ ਨਹੀਂ, ਉਹ ਸੱਚੀ ਬੰਦਗੀ ਕਰਨ ਵਾਲੇ ਖੈਣ। ਮਤਾਂ ਕੋਈ ਸਮਝੇ ਕਿ ਹਜ਼ੂਰ ਕਹਿ ਰਹੇ ਨੇ ਮੈਂ ਪ੍ਰਮਾਣ ਦੇ ਰਿਹਾ ਤੇ ਸੱਚਾਈ ਹੈ ਹੀ ਨਹੀਂ। ਇਹ ਤਾਂ ਵਿੱਚ ਸਤਿਗੁਰੂ ਨੇ ਸ਼ਬਦ ਦਰਜ ਕੀਤਾ, ਉਹਨਾਂ ਦੀ ਸੁਰਤ ਚੜ੍ਹੀ। ਸੇਵਕ ਸੇਵੈ, ਮਹਾਰਾਜ ਕਹਿੰਦੇ ਨੇ ਮਾਲਕ ਨੂੰ ਸਿਮਰਦੇ ਨੇ, ਕਰਮ ਚੜਾਓ, ਉਹਦੀ ਬਖਸ਼ਣ ਨਾਲ ਸੁਰਤ ਉੱਚੀ ਚੜ੍ਹਦੀ ਕਲਾ 'ਚ ਭਿੰਨੀ ਰਹਿਣ ਜਿੰਨਾ ਮਨ ਚਾਹੋ। ਰਾਤ ਇਹਦੇ ਅਰਥੇ ਵੀ ਗੁਰਮੁਖਾ ਕੀਤੇ ਨੇ, ਅੰਮ੍ਰਿਤ ਵੇਲਾ ਭਿੰਨਾ ਹੈ। ਅਸੀਂ ਪੜ੍ਹਦੇ ਹਾਂ ਨਾ, ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨਦਿਨੋ। ਪਰ ਸੱਚੀ ਗੱਲ, ਜਿਨ੍ਹਾਂ ਦੇ ਭਿੱਜੀ ਕੋਈ ਰਾਤ ਹੈ, ਸੁੱਕੀ ਰਾਤ ਨਹੀਂ, ਉਹਨਾਂ ਦੇ ਘਰ ਤਾਂ ਸੱਦੇ ਜਾਂਦੇ ਨੇ।
ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੈ ਜੀ, ਉਹਦਾ ਸਰਰੇਖ ਵੀ ਸ਼ਬਦ ਹੈ। ਉਹ ਸ਼ਬਦ ਹੈ ਜੀ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੈ। ਪਿਛਲੀ ਰਾਤ ਸੱਦੇ ਪੈਂਦੇ ਨੇ ਤੇ ਫਿਰ ਉੱਠ ਕੇ ਬੰਦਗੀ ਕਰਦੇ ਨੇ। ਸਾਰੀ ਦੁਨੀਆ ਕਿਉਂ ਨਹੀਂ ਸਿਮਰਨ ਕਰਦੀ? ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਵਿਚਾਰਿਆਂ ਦੀ ਕਿਸਮਤ ਨੂੰ ਕੀ ਕਹੀਏ, ਇਹਨਾਂ ਦੇ ਘਰ ਸੱਦੇ ਹੀ ਨਹੀਂ ਆਏ, ਸੱਦਿਆਂ ਵਾਲੇ ਬੰਦਗੀ ਕਰਦੇ ਨੇ। ਕਿਵੇਂ? ਇੱਥੇ ਮੈਂ ਉਦਾਹਰਨ ਦੇਣਾ, ਵਿਆਹ ਹੈ ਬੱਚੇ ਦਾ, ਮੁੰਡੇ ਦਾ ਮੰਨ ਲਓ, ਤੇ ਇਹਨੂੰ ਗੁਰਮਤ ਨਾਲ ਜੋੜ ਕੇ ਪ੍ਰਮਾਣ ਨਹੀਂ ਲੈਣਾ, ਸਿਰਫ ਗੁਰਮਤ ਨੂੰ ਸਮਝਣ ਵਾਸਤੇ ਉਦਾਹਰਨ ਹੈ। ਸ਼ਾਮ ਨੂੰ ਲਾਗਣ ਆਈ, ਘਰ ਲਾਗਣ, ਚਲੋ ਆਪਾਂ ਤੇ ਜਾਣਦੇ ਹਾਂ ਨਾ, ਵਿਆਹ ਤੋਂ ਪਹਿਲਾਂ ਕੰਮੀ ਜਿਹੜੇ ਕੰਮ ਕਰਦੇ ਸਨ ਲਾਗੀ, ਉਹਨੂੰ ਬੁਲਾ ਲਿਆ। ਘਰ ਦੀ ਬੁੱਢੀ ਨੇ ਲਾਗਣ ਨੂੰ ਕਹਿ ਦਿੱਤਾ, ਫਲਾਣੇ ਫਲਾਣੇ ਘਰ 'ਚ ਸੁਨੇਹਾ ਦੇਵੀਂ, ਅੱਜ ਰਾਤ ਨੂੰ ਗਾਉਣ ਬਹਿਣਾ ਵਿਆਹ ਵਾਲੇ ਘਰ। ਉਹ ਸਾਰੇ ਦੱਸ ਆਈ ਵੀ ਅੱਜ ਸ਼ਾਮ ਨੂੰ ਆ ਜਾਓ ਵੀ ਗਾਉਣ ਬਹਿਣਾ। ਉਹ ਬੀਬੀਆਂ ਇਕੱਠੀਆਂ ਹੋ ਕੇ ਆਉਂਦੀਆਂ ਸ਼ਾਮ ਨੂੰ, ਸਾਰੀਆਂ ਅੱਧੀ ਰਾਤ ਤੱਕ ਗਾਈਆਂ। ਜਦੋਂ ਆਉਂਦੀਆਂ ਸਨ ਨਾਲ ਵੇਲ ਲੈ ਕੇ ਆਉਂਦੀਆਂ ਸਨ ਜੀ, ਗੁੜ ਆ ਕਣਕ ਲੈ ਕੇ ਆਉਣੀ, ਪਤਾ ਨਹੀਂ ਹਰ ਇਲਾਕੇ ਦਾ ਆਪੋ ਆਪਣਾ ਕਲਚਰ। ਉਹ ਲੈ ਕੇ ਆਈਆਂ, ਸਾਰੀ ਅੱਧੀ ਰਾਤ ਤੱਕ ਬੀਬੀਆਂ ਗਾਉਂਦੀਆਂ ਰਹੀਆਂ, ਪਰ ਇੱਕ ਗਵਾਂਢਣ ਉਹ ਨਹੀਂ ਆਈ। ਸਵੇਰੇ ਪੁੱਛ ਲਿਆ ਵੀ ਸਾਰਾ ਪਿੰਡ ਇਕੱਠਾ ਹੋਇਆ, ਗਾਉਣ ਆਈਆਂ, ਤੇ ਤੇਰੀ ਤਾਂ ਕੰਧ ਵੀ ਸਾਂਝੀ, ਤੂੰ ਗਵਾਂਢਣ ਏ, ਤੂੰ ਕਿਉਂ ਨਹੀਂ ਆਈ? ਉਹ ਕਹਿੰਦੀ ਹੈ, ਮੈਂ ਕਿਵੇਂ ਆ ਜਾਂਦੀ, ਮੇਰੇ ਘਰ ਤਾਂ ਸੱਦਾ ਹੀ ਨਹੀਂ ਸੀ ਆਇਆ। ਪਿਆਰਿਓ, ਜੇ ਸੱਦੇ ਨਾ ਆਏ ਹੋਣ ਤੇ ਸੱਚ ਇਹ ਜੇ ਵਿਆਹ ਵਾਲੇ ਘਰ ਨਾਲ ਕੰਧ ਸਾਂਝੀ ਹੋਵੇ ਤਾਂ ਵੀ ਨਹੀਂ ਕੋਈ ਗਾ ਸਕਦਾ। ਤੇ ਜਿਨ੍ਹਾਂ ਨੂੰ ਰੱਬ ਹੀ ਸੱਦੇ ਨਾ ਦੇ, ਕਈ ਵਾਰੀ ਬੰਦਾ ਗੁਰਦੁਆਰੇ ਵਿੱਚ ਵੀ ਕੁਰਾੜੇ ਮਾਰੀ ਜਾਂਦਾ ਹੈ, ਸੱਦਣਾ ਹੀ ਨਾ ਗਿਆ। ਸਤਿਗੁਰੂ ਕਹਿੰਦੇ ਉਹਨਾਂ ਦੀ ਰਾਤ ਭੇਜਾਂ ਦੀ, ਜਿਨ੍ਹਾਂ ਨੂੰ ਸੱਦੇ ਪੈਂਦੇ ਨੇ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੈ, ਖੇਮੇ ਛਤਰ ਸਰਾਇਚੇ ਦਿਸਣ ਰਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਕਹਿੰਦੇ ਉਹਨਾਂ ਨੂੰ ਛਤਰ, ਚੰਦੋਵੇ, ਰਥ, ਹਰ ਤਰ੍ਹਾਂ ਦੀ ਚੀਜ਼ ਮਿਲਦੀ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਿਨ੍ਹਾਂ ਦੀ ਰਾਤ ਭਿੱਜ ਗਏ। ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿਨ੍ਹਾਂ ਮਨ ਚਾਓ। ਅੱਗੇ ਜੀ, ਸਿੱਖੀ, ਸਿੱਖਿਆ, ਗੁਰ ਵਿਚਾਰ, ਇਹਦੇ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ ਨੇ। ਅਨਵਰਤ ਕਰਾਂਗੇ ਗੁਰ ਵਿਚਾਰ। ਗੁਰੂ ਕੇ ਸਿੱਖਾਂ ਨੇ, ਸਿੱਖੀ ਦਾ ਅਰਥ ਕਈਆਂ ਨੇ ਸਿੱਖਾਂ ਨੇ ਕੀਤਾ। ਸਿੱਖੀ, ਸਿੱਖਿਆ, ਗੁਰ ਵਿਚਾਰ, ਇਹਦੇ ਅਰਥ ਦਾਸ ਕਰੇਗਾ ਕਿ ਗੁਰੂ ਦੀ ਵਿਚਾਰ ਰਾਹੀਂ ਸਿੱਖਿਆ ਲੈ ਕੇ ਇਹ ਗੱਲ ਸਿੱਖੀ। ਸਿੱਖੀ, ਇਹ ਗੱਲ ਸਿੱਖੀ ਕਿਵੇਂ? ਸਿੱਖਿਆ, ਗੁਰੂ ਦੀ ਸਿੱਖਿਆ, ਗੁਰ ਵਿਚਾਰ, ਗੁਰੂ ਦੀ ਵਿਚਾਰ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ ਇਹ ਗੱਲ ਸਿੱਖੀ। ਕੀ ਸਿੱਖੀ? ਇੱਕ ਤਾਂ ਸੇਵਾ, ਉਹਦੀ ਬਖਸ਼ਿਸ਼। ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਨਦਰੀ ਕਰਮ, ਨਦਰੀ ਬਖਸ਼ਿਸ਼, ਗਰੇਸ, ਕਰਮ ਬਖਸ਼ਿਸ਼, ਦੋਨੋਂ ਸ਼ਬਦ ਇੱਕੋ। ਗੁਰੂ ਦੀ ਸਿੱਖੀ ਸਿੱਖ ਸਿੱਖ ਕੇ ਇੱਕੋ ਗੱਲ ਦੀ ਸਮਝ ਪਈ। ਦੇਖੋ ਇਹਨੂੰ ਫਿਰ ਧਿਆਨ ਨਾਲ ਪੜਿਓ, ਇੱਥੇ ਹਉਮੈ ਮਾਰ ਦਿੱਤੀ। ਤੂੰ ਅੰਮ੍ਰਿਤ ਵੇਲੇ ਉੱਠਣਾ, ਬੰਦਗੀ ਕਰਨਾ, ਇਸ ਚੀਜ਼ ਨੂੰ ਆਪਣੀ ਕਮਾਈ ਨਾਲ ਮਤ ਜੋੜੀ। ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੀ ਵਿਚਾਰ ਨਾਲ ਇੱਕੋ ਗੱਲ ਸਮਝ ਪਈ ਕਿ ਜਿੰਨੀ ਦੇਰ ਤੱਕ ਉਹਦੀ ਨਦਰ ਕਰਮ ਨਹੀਂ ਹੁੰਦੀ, ਪਾਰ ਉਤਾਰਾ ਨਹੀਂ, ਕਲੀਆਂ ਕਮਾਈਆਂ ਕੁਛ ਨਹੀਂ ਕਰਦੀਆਂ, ਉਹਦੀ ਨਦਰ ਹੀ ਪਾਰ ਲਾਉਂਦੀ ਹੁੰਦੀ। ਸਮਝ ਗਿਆ ਨਾ ਜੀ? ਸਿੱਖੀ, ਸਿੱਖਿਆ, ਗੁਰੂ ਵਿਚਾਰ, ਇਹਦੇ ਅਰਥ ਕਰਾਂਗੇ ਗੁਰੂ ਦੀ ਵਿਚਾਰ ਰਾਹੀਂ, ਸਿੱਖਿਆ ਰਾਹੀਂ ਇਹ ਗੱਲ ਸਿੱਖੀ। ਸਿੱਖੀ, ਸਿੱਖਿਆ, ਗੁਰੂ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਜਦੋਂ ਉਹਦੀ ਨਦਰ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਉਹ ਭਵ ਸਾਗਰ ਡੁੱਬਦਿਆਂ ਨੂੰ ਹੀ ਪਾਰ ਕਰ ਦਿੰਦਾ। ਪਿਆਰਿਓ, ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਛ ਵੀ। ਥੋੜਾ ਜਿਹਾ ਮੈਂ ਇੱਥੇ ਇੱਕ ਦੋ, ਅੱਜ ਟਾਈਮ ਮੈਂ ਜ਼ਿਆਦਾ ਲੈਣਾ ਕਿਉਂਕਿ ਕੱਲ ਦਾ ਦਿਨ ਬਿਲਕੁਲ ਰਹਿ ਗਿਆ, ਤੇ ਮੈਂ ਪਰਸੋਂ ਮੈਂ ਤੁਰ ਜਾਣਾ, ਫਿਰ ਪਤਾ ਨਹੀਂ ਵਾਹਿਗੁਰੂ ਜੀ ਨੂੰ ਜਿਵੇਂ ਭਾਵੇਗਾ। ਜਿਹੜੀ ਬਖਸ਼ਿਸ਼ ਹੈ ਨਾ, ਹੁਣ ਸਵਾਲ ਉੱਠਦਾ ਜੀ ਬਖਸ਼ਿਸ਼ ਕਿਵੇਂ ਮਿਲਦੀ? ਜੇ ਮਿਲਦੀ ਹੁੰਦੀ ਸਾਰੇ ਨਾ ਝੋਲੀਆਂ ਭਰ ਕੇ ਲੈ ਜਾਂਦੇ, ਪੰਡਾਂ ਬੰਨ ਕੇ ਲੋਕਾਂ ਲੈ ਜਾਣੀਆਂ ਸਨ ਘਰਾਂ 'ਚ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਸਾਹਿਬ ਕਹਿੰਦੇ ਸ਼ੌ ਨੱਡੜਾ ਹੈ ਮੇਰਾ, ਬੜਾ ਬੇਪਰਵਾਹ ਜੇ, ਲਾਪਰਵਾਹ ਨਹੀਂ, ਬੇਪਰਵਾਹ ਹੈ। ਕੋਈ ਪਤਾ ਨਹੀਂ, ਇੱਕ ਬੰਦਾ ਕਈ ਸਾਲਾਂ ਦਾ ਗੁਰਦੁਆਰੇ ਸਵੇਰੇ ਸਵੇਰੇ ਆਉਂਦਾ, ਜਿਉਂ ਝਾੜੂ ਲਾ ਸਾਰੀ ਦੁਨੀਆ ਨੂੰ ਮੇਰੇ ਵਰਗਾ ਉਪਦੇਸ਼ ਕਰੀ ਜਾਂਦਾ, ਲੋਕੋ ਆਹ ਕਰੋ, ਆਹ ਕਰੋ। ਥੱਲੇ ਬੈਠਾ ਬੰਦਾ ਜੋੜੇ ਖਾਨੇ ਸੌਂਦਾ ਪਿਆ। ਅਗਲੇ ਸਾਲ ਆਓ ਤੇ ਉਹਦੇ ਤੇ ਰਹਿਮਤ ਵਰਦੀ ਪਈ ਹੈ। ਨਹੀਂ ਪਿਆਰਿਓ, ਦਾਤ, ਬਖਸ਼ਿਸ਼, ਕਿਰਪਾ
ਇਹ ਕਮਾਈਆਂ ਦੀ ਮੁਤਾਜ ਨਹੀਂ, ਇਹ ਸਿਰਫ ਉਹਦੀ ਆਪਣੀ ਮਰਜ਼ੀ ਏ। ਉਹ ਜਾਗਣ ਵਾਲੇ ਸੁੱਕੇ ਦੇ ਸੁੱਕੇ ਰਹਿ ਜਾਂਦੇ ਨੇ, ਸੁੱਤਿਆਂ ਨੂੰ ਉਠਾ ਕੇ ਰਹਿਮਤਾਂ ਦੇ ਦਿੰਦਾ ਹੈ। ਬੇਨਤੀ ਸੁਣੋ, ਸਿੱਖ ਨੂੰ ਇਹ ਸਮਝ ਪੈ ਗਈ ਮੇਰੀ ਕਮਾਈ ਨੇ ਸੇਵਾ ਨੇ ਪਾਰ ਨਹੀਂ ਕਰਨਾ। ਨਦਰੀ ਕਰਮ ਲੰਘਾਏ ਪਾਰ, ਮੈਂ ਜਦੋਂ ਵੀ ਤਰਾਂਗਾ ਉਹਦੀ ਕਿਰਪਾ ਨਾਲ ਤਰਾਂਗਾ। ਪਾਕ ਪੱਟਨ ਦੀ ਧਰਤੀ ਹੈ, ਗੁਰੂ ਨਾਨਕ ਸਾਹਿਬ ਪਹੁੰਚਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠੇ ਨੇ ਤੇ ਬਾਬੇ ਫਰੀਦ ਦੇ ਦਰ ਤੋਂ ਇੱਕ ਮੁਰੀਦ ਬਾਹਰ ਨਿਕਲਿਆ। ਕਿਉਂ? ਹਾਲਾਂਕਿ ਬਾਬਾ ਸਾਹਿਬ ਪਹਿਲਾਂ ਹੋ ਚੁੱਕੇ ਨੇ, ਗੱਦੀ ਤੇ ਬੈਠੇ ਜਿਹੜੇ, ਉਹਨਾਂ ਦਾ ਅੱਗੇ ਚੇਲਾ ਬਾਹਰ ਨਿਕਲਿਆ। ਉਹ ਉੱਚੀ ਆਵਾਜ਼ ਵਿੱਚ ਉਹਨੇ 2 ਸ਼ਲੋਕ ਪੜ੍ਹੇ। ਪਹਿਲਾ ਸ਼ਲੋਕ ਪੜ੍ਹਿਆ, ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ। ਭਾਉ ਦਾ ਅਰਥ ਉੱਤੇ ਪ੍ਰੇਮ ਨਹੀਂ, ਭਾਉ ਦਾ ਅਰਥ ਹਿੱਸਾ ਵੰਡ ਕੇ ਦੇਣਾ। ਰਾਤ ਨੂੰ ਕਸਤੂਰੀ ਵੰਡੀ ਜਾਣੀ ਬੰਦਗੀ ਦੀ, ਸੁੱਤਿਆਂ ਨੂੰ ਹਿੱਸਾ ਨਹੀਂ ਮਿਲਣਾ। ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ, ਜਿਨ੍ਹਾਂ ਨੈਣ ਨੀਂਦਰਾ ਵਲੇ, ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਚੜ੍ਹ ਗਈ, ਨੀਂਦ ਚੜ੍ਹ ਗਈ, ਤਿੰਨਾਂ ਮਿਲਨ ਕੋ ਆਓ। ਉਹਨਾਂ ਨੂੰ ਕਿੱਥੋਂ ਮਿਲੇਗਾ ਕੁਛ ਨਹੀਂ। ਸਤਿਗੁਰਾਂ ਨੇ ਸ਼ਲੋਕ ਸੁਣਿਆ, ਕਹਿਣ ਲੱਗੇ ਵੇ ਮਰਦਾਨਿਆਂ। ਜੀ ਹਜ਼ੂਰ। ਕਹਿੰਦੇ ਸੁਣਿਆ ਹੀ, ਸੁੱਤਿਆਂ ਨੂੰ ਨਹੀਂ ਹਿੱਸਾ ਮਿਲਦਾ, ਜਾਗਦਿਆਂ ਨੂੰ ਮਿਲਦਾ। ਜਿਨ੍ਹਾਂ ਨੈਂਦ ਨੀਂਦਰਾ ਵੇਲੇ ਤਿੰਨਾਂ ਮਿਲਨ ਕੋ ਆਓ ਨੇ। ਨਾਲ ਦੂਜਾ ਸ਼ਲੋਕ ਫਿਰ ਉੱਚਾ ਗਾਇਆ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ। ਪਹਿਲਾ ਪੈਰ ਫੁੱਲ ਹੈ, ਪਿਛਲ ਰਾਤ ਫਲ ਹੈ। ਫਲ ਪੀ ਪੱਛਾ ਰਾਤ, ਜੋ ਜਗਨ ਲਾਹਨ ਸੇ ਸਾਈਂ ਕੰਨੋ ਦਾਤ। ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲਦੀ ਏ। ਸਤਿਗੁਰੂ ਸੁਣ ਕੇ ਹੱਸ ਪੈ। ਮਰਦਾਨਾ ਕਹਿੰਦਾ ਸਤ ਬਾਬਾ ਜੀ। ਸਤਿਗੁਰੂ ਹੱਸੇ ਕਿਉਂ? ਕਹਿਣ ਲੱਗੇ ਇਹ ਤਾਂ ਹੀ ਗਾਈ ਜਾਂਦਾ ਹੈ ਨਾ, ਜੋ ਜਗਨ ਲਾਹਨ ਸੇ ਸਾਈਂ ਕੰਨੋ ਦਾਤ। ਕਹਿੰਦੇ ਨੇ ਬਾਬੇ ਫਰੀਦ ਨੇ ਦਾਤ ਲਫ਼ਜ਼ ਵਰਤ ਕੇ ਚ ਰਮਜ ਪਾ ਦਿੱਤੀ ਏ ਕਿ ਭਲਿਓ ਦਾਤ ਕੱਲੀ ਜਾਗਣ ਨਾਲ ਨਹੀਂ ਮਿਲਦੀ, ਇਹ ਤਾਂ ਦਾਤੇ ਦੀ ਮਰਜ਼ੀ ਏ ਕਿ ਸੁੱਤਿਆਂ ਹੋਇਆਂ ਨੂੰ ਉਠਾ ਕੇ ਝੋਲੀਆਂ ਭਰ ਦੇਵੇ। ਉਸ ਤੋਂ ਅਗਲਾ ਸ਼ਲੋਕ ਬਾਬਾ ਜੀ ਦਾ ਬਾਣੀ 'ਚ ਕਿ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ। ਸੇ ਸਿਮਰੈ ਜਿਨ ਆਪ ਸਿਮਰਾਏ। ਤੇਰੀ ਨਦਰ ਤੋਂ ਬਿਨਾ ਕਿੱਥੇ, ਨਦਰ ਕਰੇ ਤਾਂ ਸਿਮਰਿਆ ਜਾਏ, ਤੇਰੀ ਬਖਸ਼ਿਸ਼ ਤੋਂ ਬਿਨਾ ਨਹੀਂ। ਹਾਂ ਜਦੋਂ ਉਹਦੀ ਕਿਰਪਾ ਵਰਤੇ ਗੁਰਮੁਖੋ, ਕਦੀ ਵੀ ਗੁਰੂ ਘਰ 'ਚ ਕਿਸੇ ਦੀ ਜ਼ਿੰਦਗੀ ਪਲਟੀ ਹੋਈ ਨੂੰ ਮਜ਼ਾਕ ਨਾ ਉਡਾਇਓ, ਕਿਉਂਕਿ ਇਸ ਘਰ ਵਿੱਚ ਕਾਲੇ ਕਾਂ ਵੀ ਇੱਕ ਖਿੰਨ ਵਿੱਚ ਹੰਸ ਬਣਦੇ ਦੇਖੇ ਨੇ। ਕਿਆ ਹੰਸ ਕਾ ਬਗੁਲਾ ਜਾਂ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਮੈਨੂੰ ਯਾਦ ਆ ਜਾ ਰਿਹਾ ਸੀ, ਨਦਰੀ ਕਰਮ ਲੰਘਾਏ ਪਾਰ। ਆਹੀ ਸਿੱਖਿਆ ਧੰਨ ਬਾਬਾ ਬੁੱਢਾ ਸਾਹਿਬ ਜੀ। ਉਹ ਸਿੱਖ ਮਹਾਨ ਸਿੱਖ। ਮੈਂ ਮਹਾਨ ਸਿੱਖ ਤਾਂ ਵਰਤਣਾ ਕਿਉਂਕਿ ਅੱਜ ਤਾਂ ਬਾਬਾ ਜੀ ਦੇ ਜੀਵਨ ਤੇ ਵੀ ਲੋਕੀ ਬਹੁਤ ਕੁਝ ਕਹਿੰਦੇ ਹਨ ਵੀ ਉੱਥੇ ਮਾਤਾ ਜੀ ਗਏ ਨਾ ਗਏ। ਭਾਈ ਬੈਠੇ ਨੇ ਭੂਰਾ ਸਾਹਿਬ, ਉੱਥੇ ਜਿੱਦਣ ਮਾਤਾ ਗੰਗਾ ਜੀ ਵਾਲਾ ਮੇਲਾ ਹੁੰਦਾ, ਲੱਖਾਂ ਲੋਕੀ ਮੱਥੇ ਟੇਕਦੇ ਨੇ। ਧੰਨ ਬਾਬਾ ਬੁੱਢਾ ਸਾਹਿਬ ਅੰਤਲਾ ਸਮਾਂ ਆਇਆ ਜੀ। ਗੁਰੂ ਕਾ ਮਹਾਨ ਸਿੱਖ ਜਦੋਂ ਉਹਨਾਂ ਨੇ ਸੰਨ ਲਾਈ ਸੀ ਤੇ ਗੁਰੂ ਅਮਰਦਾਸ ਜੀ ਨੇ ਬਾਹਰ ਖਲੋ ਕੇ, ਜਦੋਂ ਬਾਹਰ ਮਹਾਰਾਜ ਆਏ ਨਾ ਜੀ ਬਾਸਰ ਕੇ, ਇਹ ਖਲੋ ਕੇ ਕਿਹਾ ਸੀ ਬਾਬਾ ਬੁੱਢਾ ਜੀ ਤੂੰ ਸਿੱਖੀ ਦੀ ਹੱਦ ਤੇਰੇ ਤੋਂ ਅੱਗੇ ਕੋਈ ਨਹੀਂ। ਅਗਲਾ ਸ਼ਬਦ ਕਿਹਾ ਸੀ, ਜਿਹੜਾ ਤੇਰਾ ਨਾਮ ਲਏਗਾ ਉਹਦੇ ਪਾਪ ਕੱਟੇ ਜਾਣਗੇ। ਗੁਰਪ੍ਰਤਾਪ ਸੂਰਜ 'ਚ ਲਿਖਿਆ। ਜਦੋਂ ਸੰਗਤ ਨੇ ਕਿਹਾ ਧੰਨ ਭਾਈ ਬੁੱਢਾ ਜਿੰਨੇ ਗੁਰੂ ਲੱਦਾ, ਤੇ ਬਾਬਾ ਗੁਰੂ ਅਮਰਦਾਸ ਜੀ ਨੇ ਬਾਬਾ ਜੀ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੰਗਤ ਜੀ ਇਹ ਸਿੱਖੀ ਕੋ ਬੋਹਿਤ ਭਾਰਾ, ਇਹ ਸਿੱਖੀ ਦਾ ਜਹਾਜ਼ ਜੇ, ਭਵਜਲ ਤੇ ਕਰ ਹੈ ਨਿਸਤਾਰਾ। ਸਿੱਖੀ ਅਵਧ ਇਹ ਸੀਮਾ ਹੈ ਸਿੱਖੀ ਦੀ। 113 ਸਾਲ ਸਿੱਖੀ ਕਮਾਣੀ, ਗੱਦੀ ਲਾਈ ਆਪਣੀ ਵੱਖਰੀ। 5 ਪਾਤਸ਼ਾਹੀਆਂ ਨੂੰ ਤਿਲਕ ਦਿੱਤਾ ਗੁਰਿਆਈ ਦਾ, 6 ਦੇ ਦਰਸ਼ਨ ਕੀਤੇ। ਜਦੋਂ ਚਲਾਣਾ ਕੀਤਾ ਉਦੋਂ ਗੁਰੂ ਹਰਿ ਸਾਹਿਬ ਤੇ ਗੁਰੂ ਤੇਗ ਬਹਾਦਰ ਦਾ ਵੀ ਆਗਮਨ ਹੋ ਚੁੱਕਾ ਸੀ। 113 ਸਾਲ 125 ਸਾਲ ਬਾਬਾ ਜੀ ਦੀ ਉਮਰ ਹੈ ਨਾ ਜੀ, 12 ਸਾਲ ਦੇ ਮਿਲੇ। 113 ਸਾਲ ਉਹਨਾਂ ਸੇਵਾ ਕੀਤੀ। ਉਹ ਮੈਨੂੰ ਦੱਸੋ ਗੁਰਮੁਖੋ, 113 ਸਾਲ ਦੀ ਸੇਵਾ 'ਚ ਕੋਈ ਖਲੋ ਕੇ ਦੱਸਦਾ ਕਿਸੇ ਨੇ ਉਂਗਲ ਬਾਬਾ ਜੀ ਦੇ ਜੀਵਨ ਤੇ ਚੁੱਕੀ ਹੋਵੇ? ਮਹਾਰਾਜ ਨੇ ਕਿਹਾ, ਸਤਿਗੁਰਾਂ ਕਿਹਾ, ਇੱਕ ਸਿੱਖੀ ਕੋ ਬੋਹਿਤ ਭਾਰਾ, ਪਵਜਲ ਤੇ ਕਰ ਹੈ ਨਿਸਤਾਰਾ। ਸਿੱਖੀ ਅਬਦ ਨਾ ਇਸ ਤੇ ਪਰੈ, ਨਾਮ ਲੈਤ ਗਨ ਬਿਗਨ ਸੋ ਹਰੈ।
ਜਿਹੜਾ ਇਹਦਾ ਨਾਮ ਲੈ ਕੇ ਕਹੇਗਾ ਧੰਨ ਧੰਨ ਬਾਬਾ ਬੁੱਢਾ ਜੀ, ਉਹਦੇ ਪਾਪ ਕੱਟੇ ਜਾਣਗੇ। ਇੱਕ ਵੱਖਰਾ ਵਿਸ਼ਾ ਵੀ, ਇਹ ਵੀ ਸਵਾਲ ਉੱਠੇਗਾ ਜੀ ਵੀ ਜਪ ਮਨ ਸਤਨਾਮ ਸਤ ਸਦਾ ਸਤਨਾਮ, ਤੇ ਭਾਈ ਸਾਹਿਬ ਕਹੇਗਾ ਬਾਬਾ ਬੁੱਢਾ ਜੀ ਨੂੰ ਧੰਨ ਕਹੋ। ਨਹੀਂ, ਸਮਝੋ ਗੁਰਮੁਖੋ, ਇਹ ਇੱਕ ਅੰਦਰ ਦੀ ਖੇਡ ਜੇ। ਉਹ ਜਿਹੜਾ ਪਰਮ ਪਿਤਾ ਪਰਮਾਤਮਾ ਹੈ, ਜਿਹੜਾ ਨਿਰਾਕਾਰ ਹੈ, ਉਹ ਜਦੋਂ ਪ੍ਰਗਟ ਹੁੰਦਾ ਤੇ ਗੁਰੂ ਦੇ ਹਿਰਦੇ ਵਿੱਚੋਂ ਸਕਾਰ ਹੋ ਕੇ ਡਲਕਾ ਮਾਰਦਾ, ਤੇ ਜਦੋਂ ਗੁਰੂ ਦੇ ਹਿਰਦੇ ਵਿੱਚੋਂ ਨਿਕਲਦਾ ਉਦੋਂ ਸਿੱਖ ਦੇ ਹਿਰਦੇ 'ਚ ਠਾਠਾ ਮਾਰਦਾ। ਜਦੋਂ ਸਿੱਖ ਨੂੰ ਕੋਈ ਕਹਿੰਦਾ ਵਾਹ ਗੁਰੂ ਕੇ ਸਿੱਖਾ ਤੂੰ ਧੰਨ, ਅੰਦਰ ਖਾਤੇ ਹੋ ਗੁਰੂ ਤੇ ਰੱਬ ਦੋਨਾਂ ਨੂੰ ਕਹਿ ਜਾਂਦਾ। ਇਸੇ ਨੂੰ ਗੁਰੂ ਨੇ ਕਿਹਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸਿਕ। ਐਵੇਂ ਥੋੜਾ ਵੀ ਚਮੜੀ ਵੇਖਿਓ, ਕਿਉਂ ਉਹਦੇ 'ਚ ਅੰਦਰ ਸਤਿਗੁਰੂ ਕਹਿੰਦਾ ਨਾਮ ਲਿਓ ਤੇ ਦੁੱਖ ਕੱਟੇ ਜਾਣਗੇ। ਪਿਆਰਿਓ, ਅੱਜ ਸਮਾਂ ਆ ਗਿਆ, 1631 ਆਇਆ। ਰਮਦਾਸ ਗੁਰੂ ਹਰਗੋਬਿੰਦ ਸਾਹਿਬ ਕਹੇ ਧੰਨ ਬਾਬਾ ਬੁੱਢਾ ਸਾਹਿਬ, ਬਸ ਆ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਬਾਬਾ ਬੁੱਢਾ ਸਾਹਿਬ ਜੀ ਸਵੇਰੇ ਸਰੀਰ ਤਿਆਗਣਾ। ਵਾਹ, ਮੈਂ ਕਹਿੰਦਾ ਸਤਿਗੁਰੂ ਸਾਨੂੰ ਸਮਤ ਦੇ। ਮੌਤ ਤੋਂ ਲੋਕ ਭੈ ਖਾਂਦੇ ਨੇ, ਮੌਤ ਤੋਂ ਲੋਕ ਤਰਿੰਦੇ ਨੇ। ਧੰਨ ਤੇਰੀ ਸਿੱਖੀ, ਸਿੱਖ ਨੇ ਅੰਮ੍ਰਿਤ ਵੇਲੇ ਚੋਲਾ ਛੱਡਣਾ, ਤੇ ਅੱਜ ਗੁਰੂ ਤੇ ਸਿੱਖ ਇਕੱਠੇ ਹੋ ਗਏ ਨੇ। ਅੱਜ ਬਾਬਾ ਬੁੱਢਾ ਸਾਹਿਬ ਨੂੰ ਵਿਦਾਇਗੀ ਦੇਣੀ। ਸਾਰੀ ਰਾਤ ਸਿਮਰਨ ਚ ਲੰਘੀ, ਗੁਰੂ ਸਾਹਮਣੇ ਬੈਠੇ ਗੁਰੂ ਹਰਗੋਬਿੰਦ ਸਾਹਿਬ। ਮੈਂ ਬੇਨਤੀ ਕਰਾਂਗਾ, ਅਖੀਰ ਤੇ ਅੰਮ੍ਰਿਤ ਵੇਲੇ ਬਾਬਾ ਜੀ ਨੇ ਆ ਪਾਠ ਕੀਤਾ ਜੀ, ਜਪਜੀ ਸਾਹਿਬ ਦਾ ਪਾਠ ਕੀਤਾ। ਸ਼ਾਮ ਦੇ ਵੇਲੇ ਭਾਈ ਬਿਧੀ ਚੰਦ, ਭਾਈ ਗੁਰਦਾਸ ਜੀ, ਭਾਈ ਜੇਠਾ ਜੀ, ਸਾਰੇ ਸਿੱਖ ਸਨ। ਕਹਿੰਦੇ ਬਾਬਾ ਜੀ ਇਹ ਕਿਰਪਾ ਕਰੋ। ਗੁਰੂ ਹਰਗੋਬਿੰਦ ਸਾਹਿਬ ਕੋਲ ਬੈਠੇ ਨੇ, ਕਹਿਣ ਲੱਗੇ ਕਿਵੇਂ ਸਿੱਖੀ ਕਮਾ ਲਈ, ਸਾਨੂੰ ਉਪਦੇਸ਼ ਦਿਓ ਕੋਈ। ਬਾਬਾ ਜੀ ਨੇ ਸ਼ਬਦ ਬੜੇ ਧੀਮੀ ਆਵਾਜ਼ 'ਚ ਕਹਿਣ ਲੱਗੇ ਗੁਰੂ ਕੇ ਸਿੱਖੋ, ਸੂਰਜਾਂ ਦਾ ਸੂਰਜ ਨਿਕਲਿਆ ਇਸ ਕਮਰੇ 'ਚ। ਗੁਰੂ ਹਰਗੋਬਿੰਦ ਸਾਹਿਬ ਵੱਲ ਇਸ਼ਾਰਾ ਕਰਕੇ, ਮੇਰੇ ਤੋਂ ਕੀ ਪੁੱਛਦੇ ਹੋ। ਸਿੱਖ ਚੁੱਪ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਚੁੱਪ ਨੂੰ ਤੋੜਿਆ, ਕਹਿਣ ਲੱਗੇ ਬਾਬਾ ਜੀ ਗੁਰੂ ਨਾਨਕ ਸਾਹਿਬ ਦਾ ਪਿਆਰ ਲਿਆ ਤੁਸੀਂ। 12 ਸਾਲ ਦੀ ਉਮਰ ਸੀ ਤੁਹਾਡੀ ਜਿਸ ਦਿਨ ਤੁਹਾਨੂੰ ਗੁਰੂ ਸਾਹਿਬ ਨੇ ਸੀਨੇ ਨਾਲ ਲਾਇਆ। 1518 ਤੋਂ ਲੈ ਕੇ ਤੇ 1539 ਤੱਕ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੀ ਸੰਗਤ ਮਾਣੀ। ਤੁਹਾਨੂੰ ਸੀਨੇ ਨਾਲ ਲਾਇਆ, ਤੁਸੀਂ ਦਰਸ਼ਨ ਕੀਤੇ, ਸਭ ਕੌਤਕ ਦੇਖੇ। ਕਰਤਾਰਪੁਰ ਦੀ ਧਰਮਸ਼ਾਲਾ ਤੁਸੀਂ ਦੇਖੀ, ਸਭ ਕੁਝ ਆਪ ਕਰਦੇ ਰਹੇ। ਗੁਰੂ ਅੰਗਦ ਦੇਵ ਸਭ ਕੁਝ ਤੁਸੀਂ ਦੱਸੋ। ਗੁਰਸਿੱਖ ਵਿੱਚੋਂ ਬੋਲੋ ਪਏ ਸਤਿਗੁਰੂ ਜੀ ਮਹਾਰਾਜ ਕਿਰਪਾ ਕਰੋ, ਕੋਈ ਦੱਸੋ ਸਾਨੂੰ ਜ਼ਿੰਦਗੀ ਦਾ ਤੱਤ ਨਿਚੋੜ। ਬਸ ਆਹ ਗੱਲ ਸਮਝਣ ਵਾਲੀ ਜੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਕਹਿਣ ਲੱਗੇ ਜਪ ਕਰੋ ਬਾਣੀ ਦਾ, ਤਪ ਕਰੋ ਸੇਵਾ ਦਾ। ਬਾਬਾ ਜੀ ਕਹਿੰਦੇ ਨੇ ਜਪ ਕਰੋ ਬਾਣੀ ਦਾ, ਤਪ ਕਰੋ ਸੇਵਾ ਦਾ, ਸੰਯਮ ਰੱਖੋ ਇੰਦਰੀਆਂ ਦਾ। ਜਪ ਤਪ ਤੋਂ ਬਿਨਾਂ ਸੰਯਮ ਨਹੀਂ ਹੋ ਸਕਦਾ। ਜਪ ਕਰੋ ਸ਼ਬਦ ਦਾ, ਤਪ ਕਰੋ ਸੇਵਾ ਦਾ, ਸੰਯਮ ਰੱਖੋ ਇੰਦਰੀਆਂ ਦਾ। ਬਾਣੀ ਪੜੋ, ਬੰਦਗੀ ਕਰੋ, ਸੇਵਾ ਕਰੋ, ਪਰ ਸਭ ਕੁਝ ਕਰਨ ਤੋਂ ਬਾਅਦ ਆਪਣਾ ਦਾਵਾ ਛੱਡ ਦਿਓ। ਭਾਗ ਤਾਂ ਲੱਗੇਗਾ ਜੇ ਇਹਦੀ ਨਦਰ ਹੋਵੇਗੀ ਤਾਂ। ਕਿਰਪਾ ਦੀ ਕਾਲ ਘਾਲੋ, ਕਿਰਪਾ ਮੰਗੋ, ਤਰਸ ਮੰਗੋ। ਕਹਿੰਦੇ ਸਭ ਕੁਝ ਕਰੋ ਪਰ ਇਹਦੀ ਨਦਰ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਮੈਂ ਬੇਨਤੀ ਕਰਾਂ ਗੁਰਮੁਖੋ, ਆ 38ਵੀਂ ਪੌੜੀ ਦੀ ਇੱਕ ਵਾਰੀ ਅਸੀਂ ਇੱਥੇ ਕਥਾ ਕਰਕੇ ਗਏ ਕਈ ਸਾਲ ਪਹਿਲਾਂ। 7 ਗੁਣ ਨੇ ਬਹੁਤ ਵੱਡੇ, ਨਦਰ ਤੋਂ ਬਿਨਾਂ ਤਾਂ ਉਹ ਵੀ ਨਹੀਂ ਕਮਾਏ ਜਾਂਦੇ। ਜਤ ਪਹਾਰਾ, ਧੀਰ ਸੁਨਿਆਰ, ਐਰਨ ਮਤ, ਵੇਦ ਹਥਿਆਰ, ਭਉ ਖਲਾ, ਅਗਨ ਤਪਤਾਓ, ਭਾਂਡਾ ਪਾਓ, ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸਤੀ ਟਕਸਾਲ। ਅੱਗੇ ਕੀ ਹੈ? ਜਿਨ ਕੋ ਨਦਰ ਕਰਮ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਸਿੱਖ ਕਮਾਈ ਦਾ ਦਾਵਾ ਨਹੀਂ ਕਰਦਾ, ਉਹ ਕਿਰਪਾ ਦਾ ਦਾਵਾ ਕਰਦਾ। ਮੇਰਾ ਗੁਰੂ ਬੜਾ ਬੇਅੰਤ ਹੈ, ਮੇਰਾ ਗੁਰੂ ਮੈਨੂੰ ਤਾਰੇਗਾ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਆਲ। ਬਾਣੀ ਰੋਜ਼ ਗਾਉਨੇ ਆ ਪਰ ਸਿੱਖੀ ਕਹਿੰਦੀ ਹੈ ਕਰਮ ਤੋਂ ਬਿਨਾਂ ਬਾਣੀ ਅੰਦਰ ਨਹੀਂ ਵਸਦੀ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਸਿੱਖੀ ਸਿੱਖਿਆ ਗੁਰ ਵਿਚਾਰ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸਿੱਖੀ ਸਿੱਖਿਆ ਗੁਰ ਵਿਚਾਰ
ਨਦਰੀ ਕਰਮ ਲੰਘਾਏ ਪਾਰ। ਇਸ ਭਵ ਸਾਗਰ ਤੋਂ ਜੇ ਕਿਸੇ ਨੇ ਪਾਰ ਕਰਨਾ ਹੈ, ਇਹ ਸਤਿਗੁਰੂ ਦੀ ਨਦਰ ਨੇ, ਗੁਰੂ ਦੀ ਕਿਰਪਾ ਨੇ। ਮੈਂ ਇਹ ਤੁਕ ਤੇ ਬਹੁਤ ਜ਼ੋਰ ਤਾਂ ਦਿੱਤਾ ਹੈ, ਮਤਾਂ ਇਹ ਸਾਰੀਆਂ ਰਾਸਧਾਰੀਆਂ ਦੀਆਂ ਗੱਲਾਂ ਕਰਕੇ ਕਿਤੇ ਅੰਦਰ ਖਿੰਡਾ ਨਾ ਬਣਦਾ ਰਹੇ। ਕਿਉਂਕਿ ਜਦੋਂ ਤੁਸੀਂ ਕਿਸੇ ਦੂਜੇ ਦੇ ਗੱਲ ਕਰੋਗੇ ਮਨ ਜਾਏਗਾ। ਕਈਆਂ ਨੂੰ ਚੇਤੇ ਕਰਦਾ ਹੋਣਾ ਰਾਤ ਬੈਠਾ ਵੀ ਫਲਾਣਿਆਂ ਦਾ ਵੀ ਜ਼ਿਕਰ ਆ ਗਿਆ, ਫਲਾਣੇ ਦੇ। ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਭਾਈ ਨਦਰ ਇਹ ਜੇ ਸੱਚ ਧਰਮ। ਮਹਾਰਾਜ ਆ ਜਿਹੜੇ ਭਵੰਟਲੀਆਂ ਲੈਂਦੇ ਨੇ, ਫੇਰੀਆਂ ਪਾਉਂਦੇ, ਘੁੰਮਣ ਘੇਰੀਆਂ ਲੈਂਦੇ ਨੇ। ਉਹ ਸਾਡੇ 'ਚੋਂ ਇੱਕ ਫਿਰਕਾ ਉੱਠਿਆ ਸੀ, ਉਹ ਘੁੰਮ ਕੇ ਕੀਰਤਨ ਕਰਦੇ ਨੇ। ਉਹ ਇੰਨੀ ਸਪੀਡ ਫੜਦੇ ਨੇ ਵੀ ਜਦੋਂ ਰਾਸ ਧਾਰੀਏ ਨਾ, ਜਿਵੇਂ ਮੈਂ ਕਹਿੰਦਾ ਵੀ ਗੋਲ ਕਤਾਈ 'ਚ ਜਿਵੇਂ ਪੱਖਾ ਘੁੰਮਦਾ ਇਸ ਤਰ੍ਹਾਂ। ਉਹ ਫਿਰ ਚੇਲੇ ਕਹਿੰਦੇ ਨੇ ਵਾਹ ਵਾਹ ਕਮਾਲ ਹੋ ਗਈ, ਤੁਸੀਂ ਦੇਖਿਆ ਇੱਕ ਸੁਰ ਹੋ ਗਿਆ ਸਾਹਿਤ ਦੇ ਨਾਲ, ਕਿੰਨਾ ਘੁੰਮਿਆ। ਉਹ ਜਿਹੜਾ ਜ਼ਿਆਦਾ ਘੁੰਮਦਾ ਉਹਨੂੰ ਬ੍ਰਹਮ ਗਿਆਨੀ ਕਹਿਣ ਲੱਗ ਪਏ। ਸਤਿਗੁਰੂ ਨੇ ਕਿਹਾ ਮੈਂ ਤੁਹਾਨੂੰ ਘੁੰਮਣ ਵਾਲਿਆਂ ਦੀ ਲਿਸਟ ਦੇ ਦੇਣਾ, ਕੋਈ ਨਹੀਂ ਜੇ ਬ੍ਰਹਮ ਗਿਆਨੀ ਬਣੇ। ਹੁਣ ਸਤਿਗੁਰੂ ਫਿਰ ਸ਼ੁਰੂ ਕਰਦੇ ਨੇ ਰਾਸ ਧਾਰੀਆਂ ਬਾਰੇ। ਉੱਥੇ ਫਿਰ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਨੇ ਕੋਲੂ, ਚਰਖਾ, ਚੱਕੀ, ਚੱਕ, ਇਹ ਚਾਰੇ ਘੁੰਮਦੇ ਪਏ ਨੇ। ਕੋਲੂ ਆ ਤੇਲ ਜਿਹ 'ਚ ਆਪਾਂ ਕੱਢਦੇ ਹਾਂ, ਸਰੋਂ ਦਾ ਪਾਓ 'ਚ ਤਿਲ ਪਾਏ। ਕੋਲੂ ਜਿਹੜਾ ਹੈ ਉਹਦੇ ਚਾਰ ਚੁਫੇਰੋਂ ਲੱਠ ਘੁੰਮਦੀ ਪਈ ਹੈ ਨਾ। ਸਤਿਗੁਰੂ ਕਹਿੰਦੇ ਨੇ ਜਿੱਦਣ ਦੀ ਬਣੀ ਹੈ ਉਦੋਂ ਦਾ ਹੀ ਕੋਲੂ ਘੁੰਮਦਾ ਪਿਆ। ਇਹਨੂੰ ਕੰਨ ਲਾ ਕੇ ਪੁੱਛੋ ਬ੍ਰਹਮ ਗਿਆਨੀ ਬਣ ਗਏ। ਸਿਰਫ ਮੈਂ ਫਿਜ਼ੀਕਲ ਤੌਰ ਤੇ ਘੁੰਮ ਰਿਹਾ, ਅੰਦਰ ਮੇਰਾ ਸੁੱਕਾ ਹੈ, ਅੰਦਰ ਖੁਸ਼ਕੀ, ਅੰਦਰ ਰਸ ਨਹੀਂ। ਬਾਹਰ ਦਾ ਘੁੰਮਣਾ ਕੀ ਅਰਥ ਰੱਖੇਗਾ? ਕਿਉਂਕਿ ਕੋਲੂ ਦੀ ਲੱਠ ਘੁੰਮੀ ਜਾ ਰਹੀ। ਲੱਠ ਸ਼ਬਦ ਆਪਾਂ ਸਮਝ ਗਏ ਨਾ ਜੀ, ਲੱਠ ਘੁੰਮਦੀ ਪਈ ਹੈ, ਤੇਲ ਨਿਕਲਦਾ ਪਿਆ। ਉਹ ਨਰਜਿੰਦ ਉਹ ਤਾਂ ਉੱਥੇ 50 ਸਾਲ ਪਹਿਲਾਂ ਵੀ ਕਹਾਣੀ ਪੀੜਦਾ ਸੀ ਤੇ ਹੁਣ ਵੀ ਕਹਾਣੀ ਪੀੜਦਾ ਦੀ ਕੀ ਅਵਸਥਾ ਬਣ ਗਈ। ਕੋਲੂ, ਚਰਖਾ, ਹੁਣ ਆ ਚਰਖਾ ਬੀਬੀਆਂ ਜਦੋਂ ਕੱਤਦੀਆਂ ਸਨ ਉਹ ਵੀ ਘੁੰਮਦਾ ਹੈ, ਕਿੰਨੀ ਸਪੀਡ ਹੈ ਉਹਦੀ। ਮਹਾਰਾਜ ਕਹਿੰਦੇ ਚੱਕੀ, ਆ ਜਦੋਂ ਦਾਣੇ ਪੀਂਦੇ ਸਾਂ ਹੱਥ ਵਾਲੀ ਚੱਕੀ ਜਿਹੜੀ ਉਹ ਘੁੰਮਦੀ ਹੈ, ਦੂਜੀ ਚੱਕੀ ਵੀ ਜਦੋਂ ਦਾਣਾ ਪੀਂਦੇ ਉਹ ਗੁਲਾਈ 'ਚ ਘੁੰਮ ਰਹੀ। ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਰਾਸ ਮੰਡਲ ਦਾ ਅਰਥ ਹੈ ਗੋਲ ਦਾਇਰੇ ਦੇ ਵਿੱਚ ਘੁੰਮਣਾ, ਗੁਰਿਤਾਕਾਰ ਗੁਲਾਈ 'ਚ ਘੁੰਮਣਾ। ਕੋਲੂ, ਚਰਖਾ, ਚੱਕੀ, ਚੱਕ। ਚੱਕ ਦਾ ਅਰਥ ਹੈ ਜੀ ਚੱਕਣਾ ਨਹੀਂ, ਚੱਕ ਦਾ ਅਰਥ ਹੈ ਘੁਮਾਰ ਦਾ ਉਹ ਚੱਕ ਜਿਹਨੂੰ ਘੁਮਾ ਕੇ ਉੱਤੇ ਭਾਂਡੇ ਕਾ ਬਣਾਉਂਦਾ ਪਿਆ, ਉਹ ਵੀ ਘੁੰਮੀ ਜਾ ਰਿਹਾ। ਤੁਹਾਨੂੰ ਪਤਾ ਜੀ ਉਹ ਆਪਾਂ ਵੇਖਣੇ ਪਿੰਡਾਂ 'ਚ ਉਹ ਚੰਗੀ ਤਰ੍ਹਾਂ ਸੋਟੀ ਨਾਲ ਘੁਮਾਉਂਦਾ ਪੂਰੀ ਸਪੀਡ ਤੇ, ਜਦੋਂ ਘੁੰਮਦਾ ਫਿਰ ਉਹ ਗੁਲਾਈ 'ਚ ਭਾਂਡਾ। ਮਹਾਰਾਜ ਕਹਿੰਦੇ ਨੇ ਆ ਚੱਕ ਤਾਂ ਘੁਮਾਰ ਦਾ ਕਿੰਨੇ ਸਾਲਾਂ ਦਾ ਘੁੰਮਦਾ ਪਿਆ, ਇਹਦੇ 'ਚ ਤਾਂ ਕੁਝ ਨਿਕਲਿਆ ਨਹੀਂ, ਭਾਂਡੇ ਹੀ ਕਰਦਾ ਪਿਆ ਨਾ। ਇਹਦਾ ਮਤਲਬ ਨਰਜਿੰਦ ਘੁੰਮੀ ਜਾਣਾ। ਕਿੱਡੇ ਕਮਾਲ ਦਾ ਲੋਜ਼ਕ ਹੈ। ਕੋਲੂ, ਚਰਖੀ, ਚਰਖਾ, ਚੱਕੀ, ਚੱਕ। ਅੱਗੇ ਮਹਾਰਾਜ ਕਹਿੰਦੇ ਥਲ, ਵਾਰੋਲੇ। ਵਰੋਲਾ ਪਾਠ ਨਹੀਂ ਕਰਨਾ, ਲੱਲੇ ਤੇ ਇੱਕ ਲਾਂ ਲੱਗੀ। ਥਲ, ਵਾਰੋਲੇ, ਜਿਹਨੂੰ ਵਾਵਰੋਲਾ ਕਹਿੰਦੇ ਆ ਜੀ। ਥਲ ਦਾ ਅਰਥ ਸਮਝ ਕੇ ਰੇਤ ਜੀ। ਕਈ ਵਾਰੀ ਆਪਣੇ ਜੀ ਟਰਨੈਡੋ ਕਹਿੰਦੇ ਨੇ ਜਿਹੜਾ ਵਾਵਰੋਲਾ ਹੁੰਦਾ ਹੈ ਨਾ, ਉਹ ਇੰਨਾ ਉੱਠਣਾ ਧੂੜ ਹੈ ਅਸਮਾਨ ਤੱਕ, ਕਈ ਵਾਰੀ ਚੁੱਕ ਜਾਂਦੇ। ਅਮਰੀਕਾ 'ਚ ਤੇ ਇੰਨੇ ਹੁੰਦੇ ਨੇ ਘਰ ਵੀ ਚੁੱਕ ਕੇ ਲੈ ਜਾਂਦੇ ਨੇ ਵਾਵਰੋਲੇ, ਕਾਰਾਂ ਐ ਘੁੰਮਦੀਆਂ ਨੂੰ ਉੱਤੇ। ਬਾਬਾ ਜੀ ਕਹਿੰਦੇ ਨੇ ਆ ਵਾਵਰੋਲਾ ਦੇਖੋ ਜਿੰਨੀ ਸਪੀਡ 'ਚ ਘੁੰਮਦਾ ਪਿਆ, ਕਦੀ ਕੋਈ ਰਾਸਤਾਰੀ ਇੰਨਾ ਤੇਜ਼ ਘੁੰਮਿਆ। ਸਤਿਗੁਰੂ ਕਹਿੰਦੇ ਨੇ ਇਸ ਵਾਵਰੋਲੇ ਵੀ ਚੱਕਰ 'ਚ ਘੁੰਮ ਰਹੇ ਨੇ, ਕੀ ਫਾਇਦਾ ਇਹਨਾਂ ਦਾ। ਚੋਲੂ, ਕੋਲੂ, ਚੱਖਾ, ਚੱਕੀ, ਚੱਕ, ਥਲ, ਵਾਰੋਲੇ, ਬਹੁਤ ਅਨੰਤ ਚੱਕਰ ਕੱਟੀ ਜਾ ਰਹੇ ਨੇ। ਲਾਟੂ, ਆ ਨਿਆਣੇ ਨਹੀਂ ਰੱਸੀ ਪਾ ਕੇ ਲਾਟੂ ਘੁਮਾਉਂਦੇ, ਮਹਾਰਾਜ ਕਹਿੰਦੇ ਉਹ ਵੀ ਤਾਂ ਘੁੰਮਦਾ ਪਿਆ, ਨਿਆਣਾ ਰੋਜ਼ ਘੁਮਾਈ ਜਾਂਦਾ। ਲਾਟੂ, ਮਾਧਾਣੀਆਂ ਨਹੀਂ, ਮੰਮੇ ਨੂੰ ਕਰਨਾ ਲੱਗਾ। ਲਾਟੂ, ਆ ਮਧਾਣੀ ਜਦੋਂ ਬੀਬੀਆਂ ਰਿੜਕਦੀਆਂ ਸਨ ਉਹ ਫੁੱਲ ਵੀ ਉਹਦਾ ਘੁੰਮਦਾ ਹੀ ਹੈ ਨਾ। ਲਾਟੂ, ਮਾਧਾਣੀਆਂ, ਅੰਨ ਗਾਹ। ਇਹਦੇ ਪਾਠ ਵੱਖਰਾ ਜੇ ਕਰਾਂਗੇ। ਅੰਨ ਗਾਹ ਦਾ ਅਰਥ ਹੁੰਦਾ ਫਲੇ ਵੀ ਘੁੰਮਦੇ ਸਨ ਨਾ ਜੀ। ਅੰਨ ਗਾਉਣ ਲੱਗਿਆ, ਕਣਕ ਝਾੜਨ ਲੱਗਿਆ, ਫਲਾ ਵੀ ਚਾਰ ਚੁਫੇਰੇ ਘੁੰਮਦਾ ਪਿਆ। ਫਲਾ ਉਹ ਘੁੰਮਣ ਵਾਲਾ ਕਿਹੜਾ ਬ੍ਰਹਮ ਗਿਆਨੀ ਬਣ ਗਿਆ ਜਿਹੜਾ ਬਲਦਾਂ ਦੇ ਪਿੱਛੇ ਲੱਗਾ। ਲਾਟੂ, ਮਾਧਾਣੀਆਂ, ਅੰਨ ਗਾਹ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਨੇ ਪੰਖੀ, ਭੌਂਦੀਆਂ। ਇੱਥੇ ਪਾਠ ਭੌਂਦੀਆਂ, ਅੱਗੇ ਭੌਂਦਿਆਂ ਆਏਗਾ। ਇੱਕ ਥਾਂ ਬਿਹਾਰੀ, ਇੱਕ ਥਾਂ ਸਿਹਾਰੀ। ਪੰਖੀ, ਭੌਂਦੀਆਂ, ਲੈਣ ਨਾ ਸਾਹ। ਹੁਣ ਜ਼ਮੀਨ ਤੋਂ ਉੱਠੀ ਇੱਲ, ਮੈਂ ਇਹਦੇ ਅਰਥ ਹੀ ਕਰਾਂਗਾ। ਉਹ ਅਸਮਾਨ ਦੇ ਵਿੱਚ ਚਲੀ ਗਈ ਤੇ ਉਹ ਘੁੰਮੀ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਪੰਖੀ। ਕਈਆਂ ਨੇ ਇਹਦਾ ਭੌਂਦੀਆਂ ਦਾ ਅਰਥ ਤਿਤਲੀ ਵੀ ਕੀਤਾ ਜੀ।
ਕਈਆਂ ਨੇ ਭੌਂਦੀ ਭੌਂਦੀ ਭਵ ਥਕੀ ਉਹਦਾ ਅਰਥ ਮੱਖੀ ਵੀ ਕੀਤਾ, ਮਤਲਬ ਸਿੱਧਾ ਜਿਹਾ ਸਰਲ, ਕਿਉਂਕਿ ਇਸਤਰੀ ਲਿੰਗ ਸ਼ਬਦ ਦੇ ਪੰਖੀ ਭੌਂਦੀਆਂ। ਇੱਲਾਂ ਮੰਨ ਲਓ ਪੰਛੀ ਘੁੰਮਦੇ ਪਏ ਨੇ, ਇੱਲ ਭੌਂਦੀ ਪਈ ਹੈ, ਉਹ ਸਾਹ ਵੀ ਨਹੀਂ ਲੈਂਦੀ ਜਿੱਦਣ ਦੀ ਚੜੀ। ਮੈਂ ਅੱਗੇ ਅਰਜ਼ ਕੀਤੀ, ਇੰਨੀ ਭੌਣ ਵਾਲੀ ਖਾਂਦੀ ਤੇ ਪਿੰਜਰ ਪਈ ਹੈ ਨਾ, ਕਿ ਉਹਨੂੰ ਅਸਰ ਹੋਇਆ। ਪੰਖੀ ਭੌਂਦੀਆਂ ਲੈਣ ਨਾ ਸਾ ਸੂਵੈ ਚਾੜ ਪਵਾਈਆਂ ਜੰਤ। ਸੂਲੀ ਦੇ ਉੱਤੇ ਜੰਤ ਕਮਾਇਆ ਜਾਂਦਾ। ਹੁਣ ਇਹ ਜੀ ਕਈ ਵਾਰੀ ਨਾ ਉਹ ਹਵਾ ਦੱਸਣ ਵਾਸਤੇ ਨਾ ਆਪਣੇ ਲੱਗੇ ਹੁੰਦੇ ਸਨ ਜੀ। ਇੱਥੇ ਵੀ ਇੱਕ ਥਾਂ ਮੈਂ ਦੇਖਿਆ, ਸੁਆ ਜਿਹਾ ਗੱਡ ਕੇ ਨਾ ਜੀ ਉੱਤੇ ਉਹ ਖੰਭ ਜਿਹਾ ਬਣਾ ਕੇ, ਜੇ ਮੋਰ ਜਿਹਾ ਚਾਰਕ ਬਣਾ ਦਿੰਦੇ ਨਾ, ਉਹ ਘੁੰਮਦਾ ਜਦੋਂ ਪਤਾ ਲੱਗ ਜਾਂਦਾ ਹਵਾ ਕਿਸ ਤਰ੍ਹਾਂ। ਜਾਂ ਇਉਂ ਕਹਿ ਲਓ, ਅਸੀਂ ਨਿੱਕੇ ਨਿੱਕੇ ਜਦੋਂ ਹੁੰਦੇ ਸਾਂ ਨਾ, ਸੂਲ ਲੈ ਕੇ ਨਾ ਉੱਤੇ ਕਿੱਕਰ ਦੀ ਜਿਹੜੀ ਫਲੀ ਜਿਹੀ ਹੁੰਦੀ ਸੀ, ਉਹਨੂੰ ਭਾ ਕੇ ਘੁਮਾਈ ਜਾਣਾ। ਇਹਦਾ ਮਤਲਬ ਸੂਬੇ ਦੇ ਉੱਤੇ ਰੱਖੀ ਹੋਈ ਥਾਲੀ ਵੀ ਘੁਮਾਉਂਦੇ ਹੁੰਦੇ ਸਨ ਕਈ। ਯਾਦ ਹੈ ਜੀ, ਡੰਗਰ ਚਾਰਨ ਜਾਣਾ, ਥੱਲਿਓਂ ਸੋਟੀ ਫੜ ਲੈਣੀ ਤੇ ਉੱਤੋਂ ਥਾਲੀ ਘੁਮਾਣੀ। ਤੇ ਅੱਜ ਮੈਂ ਮਹਾਰਾਜ ਸੱਚੇ ਪਾਤਸ਼ਾਹ ਵੇਖਿਆ ਹੋਣਾ ਨਾ, ਸਤਿਗੁਰੂ ਮੱਝਾਂ ਚਾਰੀਆਂ ਮਹਾਰਾਜ ਨੇ, ਕਿਤੇ ਰੋਟੀ ਗਈ ਹੋਣੀ ਤੇ ਥਾਲੀ ਘੁਮਾਈ ਹੋਣੀ ਉੱਤੇ। ਸਤਿਗੁਰੂ ਕਹਿੰਦੇ ਉਹ ਸੂਬੇ ਤੇ ਰੱਖੀ ਹੋਈ ਚੀਜ਼ ਜਿਹੜੀ ਘੁੰਮਦੀ ਪਈ ਏ, ਕਿ ਉਹ ਘੁੰਮਣ ਨਾਲ ਕਿਸੇ ਅਵਸਥਾ ਤੇ ਪਹੁੰਚ ਗਈ। ਸੂਬੇ ਚਾੜ ਪਵਾਈਆਂ ਜੰਤ, ਉਹਨਾਂ ਨੂੰ ਪਵਾਇਆ ਜਾਂਦਾ। ਕਈ ਸੱਜਣ ਕਹਿੰਦੇ ਨੇ ਸੂਲੀ ਤੇ ਚਾੜ ਕੇ ਜੀਵ ਨੂੰ ਘੁਮਾਇਆ ਗਿਆ। ਨਾਨਕ ਪਾਉਂਦਿਆਂ ਗੰਤ ਨਾ ਅੰਤ। ਕਿੰਨੇ ਕੁ ਘੁੰਮਣ ਘੇਰੀਆਂ 'ਚ ਪਏ ਨੇ, ਕੋਈ ਅੰਤ ਥੋੜ੍ਹਾ ਆ ਸਕਦਾ। ਨਾਨਕ ਪਾਉਂਦਿਆਂ ਗੰਤ ਨਾ ਅੰਤ। ਅੱਗੇ ਸਤਿਗੁਰੂ ਫਿਰ ਦੇਖੋ ਸੁਰਤ ਚੁੱਕੀ, ਸਭ ਕੁਝ ਦੱਸ ਵੀ ਗਏ। ਕਹਿਣ ਲੱਗੇ ਬੰਧਨ ਬੰਦ ਪਵਾਏ ਸੋਏ। ਵਾਹਿਗੁਰੂ ਜੀ, ਇਹ ਰਾਸਧਾਰੀ ਮਾਇਆ ਦੇ ਬੰਧਨ 'ਚ ਬੱਧੇ ਨੇ, ਤੇ ਭਵਾਉਣ ਵਾਲਾ ਤੂੰ ਹੀ ਹੈ ਨਾ, ਨਚਾਈ ਜਾਂਦਾ ਜਿਸ ਤਰ੍ਹਾਂ ਤੇਰੀ ਮਰਜ਼ੀ। ਬੰਧਨ ਬੰਦ ਪਵਾਏ ਸੋਏ, ਪੈ ਕਿਰਤ ਨਚੈ ਸਭ ਕੋਏ। ਕਹਿੰਦੇ ਤੂੰ ਪੂਰਬਲਾ ਲਿਖ ਦਿੱਤਾ ਇਹਨਾਂ ਵਿਚਾਰਿਆਂ ਆਡੀਆਂ ਭੰਨ ਭੰਨ ਕੀ ਰੋਟੀ ਖਾਣੀ, ਤੂੰ ਕਿਰਤ ਲਿਖੀ ਨਾ, ਇਹ ਤੇਰੇ ਬਣਾਏ ਨੇ, ਤੇਰਾ ਨਾਚ ਕਰਦੇ ਨੇ। ਫਿਰ ਦੇਖੋ ਇੱਥੇ ਉਹਨਾਂ ਦੇ ਨਾਚ ਵਿੱਚੋਂ ਵੀ ਸੁਰਤ ਚੁੱਕ ਕੇ ਲੈ ਗਏ ਉਸ ਕਰਤੇ ਵਾ ਜੀ, ਜਾਂ ਕਾ ਕੀਆ ਸਗਲ ਜਹਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੈ ਕਿਰਤ ਨਚੈ ਸਭ ਕੋਏ, ਨੱਚ ਨੱਚ ਹੱਸੈ ਚੱਲੈ ਸੇ ਰੋਏ। ਨੱਚ ਨੱਚ ਹੱਸੈ, ਜਿਹੜੇ ਰਾਸਤਾਰੀ ਨੱਚਦਿਆਂ ਹੱਸਦੇ ਸਨ, ਬੜਾ ਸਵਾਦ ਆਇਆ। ਲੋਕਾਂ ਹੱਸਣਾ ਕਮਾਲ ਕਰ ਦਿੱਤੀ। ਕਹਿੰਦੇ ਨੇ ਅੱਜ ਮੌਤ ਆਈ, ਬੰਦਗੀ ਹੈ ਨਹੀਂ ਸੀ, ਸਿਮਰਨ ਹੈ ਨਹੀਂ। ਹੁਣ ਅੰਦਰੋਂ ਬਿਲਕੁਲ ਥੋਤੇ ਸਨ, ਤੁਰਨ ਲੱਗੇ ਚੱਲੈ ਸੇ ਰੋਏ। ਮਰਨ ਲੱਗਿਆਂ ਚੇਤੇ ਆ ਗਿਆ, ਮੈਂ ਕੰਮ ਤਾਂ ਚੰਗਾ ਕੋਈ ਨਹੀਂ, ਜਿਹੜੇ ਸਾਰੀ ਜ਼ਿੰਦਗੀ ਲੋਕਾਂ ਨੂੰ ਹਸਾਉਂਦੇ ਰਹੇ, ਆਪ ਦੁਨੀਆ ਤੋਂ ਉਤਰ ਲੱਗਿਆ, ਰੋਏ। ਹੁਣ ਮੈਂ ਬੇਨਤੀ ਕਰਾਂਗਾ, ਸੱਚੀ ਗੱਲ ਡਰ ਲੱਗਦਾ ਜੇ ਤੁਕ ਪੜ ਕੇ ਨਾ, ਵੀ ਮਣਾ ਹੁਣ ਇੱਥੇ ਕਥਾ ਠਾਠਾ ਕਰੀ ਜਾਂਦੇ ਆ, ਜਿੱਥੇ ਕਿਤੇ ਟੀਵੀ ਦੇ ਉੱਤੇ, ਕੱਲ੍ਹ ਨੂੰ ਕੀ ਬਣੇਗਾ? ਚੱਲਣ ਲੱਗਿਆ ਸਾਡੇ ਪੱਲੇ ਕੀ ਏ? ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਸ਼ਬਦ ਹੈ ਸਾਡਾ ਸਵਾਰਥ। ਸੱਚੀ ਗੱਲ, ਜੇ ਬੰਦਾ ਸਵਾਰਥੀ ਨਹੀਂ ਬਣ ਸਕਿਆ, ਅਸੀਂ ਸਵਾਰਥੀ ਦੇ ਅਰਥ ਕਰਨੇ ਆ ਜਿਹੜਾ ਆਪਣੇ ਲਈ ਸਭ ਕੁਝ ਸੋਚਦਾ। ਅਸਲ 'ਚ ਸਵਾਰਥੀ ਦਾ ਅਰਥ ਹੈ ਸਵੈਮ ਅਰਥ। ਆਪਣੇ ਲਈ ਤੂੰ ਕੀ ਕਮਾਇਆ? ਘਰ ਬਣਾਇਆ ਔਲਾਦ ਲਈ, ਸਵਾਰਥ ਲਈ ਤੇ ਨਹੀਂ। ਸਵੈਮ ਅਰਥ ਦਾ ਅਰਥ ਤੇਰੀ ਆਤਮਾ ਵਾਸਤੇ ਕੀ ਹੈ, ਤੇਰੇ ਆਪਣੇ ਲਈ ਕੀ ਹੈ। ਸਤਿਗੁਰੂ ਕਹਿੰਦੇ ਨੇ ਨੱਚ ਨੱਚ ਹੱਸੈਂ। ਜਿਹੜੇ ਨੱਚ ਨੱਚ ਕੇ ਲੋਕਾਂ ਨੂੰ ਹੱਸਦੇ ਸਨ, ਹਸਾਉਂਦੇ ਸਨ, ਆਪ ਹੱਸਦੇ ਸਨ, ਹੁਣ ਕੀ ਹੋਇਆ? ਚੱਲੈ ਸੇ ਰੋਏ, ਤੁਰੇ ਤੇ ਭੁੱਬਾਂ ਨਿਕਲ ਗਈਆਂ, ਸਾਰੀ ਜ਼ਿੰਦਗੀ ਕੱਢ ਲਈ, ਪੱਲੇ ਕੁਛ ਨਹੀਂ ਪਿਆ। ਅੱਗੇ ਸਤਿਗੁਰੂ ਕਹਿੰਦੇ ਨੇ ਉੱਡ ਨਾ ਜਾਹੀਂ ਸਿੱਧ ਨਾ ਹੋਏ। ਉੱਡ ਨਾ ਜਾਹੀਂ ਨਿਵੇ, ਨੱਚਣ ਦੇ ਨਾਲ ਕੀ ਮਿਲ ਜਾਏਗਾ? ਇਹਦੇ ਨਾਲ ਨਾ ਸਿੱਧਤਾ ਵੀ ਨਹੀਂ ਮਿਲਣੀ। ਉੱਡ ਨਾ ਜਾਹੀਂ, ਇਹਨਾਂ ਨੇ ਉੱਡ ਕੇ ਆਤਮਿਕ ਮੰਡਲਾਂ ਵਿੱਚ ਵੀ ਨਹੀਂ ਪਹੁੰਚਣਾ। ਅੱਗੇ ਸਤਿਗੁਰੂ ਕਹਿੰਦੇ ਨੇ ਮਹਾਰਾਜ ਸਾਨੂੰ ਇਹ ਦੱਸੋ, ਆਹ ਲੋਕੀ ਜਿਹੜੇ ਧਰਮ ਨਾਲ ਨੱਚਣਾ ਨੁੱਚਣਾ ਜੀ, ਆਹ ਸਾਡੇ ਬੰਦੇ ਵੀ ਇਹ ਤੁਕਾਂ ਵਰਦੇ ਨੱਚ ਨੁੱਚ ਭੰਗੜਾ ਪੂਣਾ ਪਾ ਕੇ। ਮਹਾਰਾਜ ਬਾਣੀ 'ਚ ਕਹਿ ਕੇ ਗਏ ਨੱਚਣ ਕੁੱਦਣ ਮਨ ਕਾ ਚਾਓ। ਪਰ ਅਗਲੀ ਤੁਕ ਚੇਤੇ ਰੱਖਿਓ, ਪਿਛਲੀਆਂ ਜਿਹੜੀਆਂ ਪੜ੍ਹ ਕੇ ਆਏ ਆ, ਉੱਡ ਉੱਡ ਰਾਵਾ ਝਾਟੇ ਪਾਏ, ਨੱਚਣ ਕੁੱਦਣ ਮਨ ਕਾ ਚਾਓ। ਸਤਿਗੁਰੂ ਕਹਿੰਦੇ ਨੇ ਆਪਣੀਆਂ ਮੌਜਾਂ ਮਾਣ, ਤੂੰ ਮੌਜ ਮੇਲੇ ਕਰ। ਮਨ ਕਾ ਚਾਓ ਤੇਰੀ ਆਪਣੀ ਬਿਰਤੀ ਹੈ, ਗੁਰੂ ਕਾ ਚਾਓ ਤਾਂ ਨਹੀਂ ਨਾ। ਨੱਚਣ ਕੁੱਦਣ ਮਨ ਕਾ ਚਾਓ, ਪ੍ਰੇਮ ਕਾ ਚਾਓ ਵੀ ਨਹੀਂ। ਸਤਿਗੁਰੂ ਨੇ ਇੱਕ ਸ਼ਬਦ ਵੀ ਵਰਤਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਇਹ ਮਨ ਕਾ ਚਾਓ ਹੈ। ਮਨ ਕਾ ਚਾਓ ਮਨ ਮਤੀਆ ਹੁੰਦਾ ਹੈ, ਗੁਰੂ ਦਾ ਚਾਓ ਜਿਹੜਾ ਵੱਖਰਾ ਹੁੰਦਾ। ਨੱਚਣ ਕੁੱਦਣ ਮਨ ਕਾ ਚਾਓ। ਮਹਾਰਾਜ ਅੱਗੇ ਕਹਿੰਦੇ ਨੇ ਪਿਆਰਿਓ,
ਚੇਤੇ ਰੱਖਿਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਭਾਉ ਡਰ ਹੈ, ਸੱਚ ਹੈ ਉਹਨਾਂ ਦੇ ਅੰਦਰ ਰੱਬ ਦਾ ਪ੍ਰੇਮ ਹੈ। ਮੈਂ ਸੰਖੇਪ ਫਿਰ ਬੇਨਤੀ ਕਰਦਿਆਂ ਕਿ ਇਹ ਰਾਸਧਾਰੀ, ਚਲੋ ਗੁਰੂ ਸਾਹਿਬ ਨੇ ਤੈਨੂੰ ਕਿਹਾ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ। ਨਾਚ ਰੇ ਮਨ ਗੁਰ ਕੇ ਆਗੇ, ਨਿਰਤ ਕਰੀ। ਜੇ ਨੱਚਣਾ ਹੈ ਤੇ ਆਪਣੇ ਮਨ ਨੂੰ ਗੁਰੂ ਅੱਗੇ ਨਚਾ। ਪਰ ਸਤਿਗੁਰੂ ਨੇ ਅੱਜ ਦੇਖੋ ਕਿੱਡੀ ਸੁਰਤ ਸਾਡੀ ਚੁੱਕੀ, ਕਹਿੰਦੇ ਨਹੀਂ ਬੰਦਗੀ ਵਾਲੇ ਬਹੁਤ ਨੇ, ਪਰ ਇਹ ਨੱਚਣਾ ਕੁੱਦਣਾ ਸਾਡੇ ਮਨ ਦੀਆਂ ਖੇਡਾਂ ਨੇ। ਇਸੇ ਨੂੰ ਮਨੋਰੰਜਨ ਕਿਹਾ ਗਿਆ, ਗੁਰੂ ਰੰਜਨ ਨਹੀਂ ਕਿਹਾ ਗਿਆ। ਜਿਹੜਾ ਮਨ ਨੂੰ ਖੁਸ਼ ਕਰਦਾ ਹੋਵੇ, ਮਨ ਨੂੰ ਲੁਭਾਏਮਾਨ ਕਰਦਾ, ਕਿਉਂਕਿ ਕਰੀਏ ਕਿ ਇੱਕ ਅਵੈੜਾ ਕਾਬੂ ਨਹੀਂ ਹੁੰਦਾ। ਇਹ ਬਜ਼ੁਰਗ ਬਣ ਕੇ ਵੀ ਨਿਆਣਾ ਬਣ ਕੇ ਨੱਚਣ ਲੱਗ ਪੈਂਦਾ ਜੀ। ਇਹ ਮਨ ਦੀ ਕੀ ਕਰਾਂਗੇ ਸੱਚੀ ਗੱਲ, ਕਿਉਂਕਿ ਸਾਡੀ ਗੱਲ ਕਿਹੜੀ ਸਾਡੇ ਸਾਰੇ ਜੀਆਂ ਨੂੰ ਚੰਗੀ ਲੱਗਦੀ ਏ। ਸਾਡੇ ਜਦੋਂ ਕੋਈ ਵਿਆਹ ਹੁੰਦਾ ਕਹਿੰਦੇ ਨੇ ਵੀ ਪਿੰਦਰਪਾਲ ਸਿੰਘ ਇੱਥੇ ਸਾਰੇ ਜਿਵੇਂ ਸੋਗ ਪਿਆ ਚੁੱਪ ਕਰਕੇ ਬੈਠੇ ਰਹਿੰਦੇ ਆ ਵੀ ਘੂਰੂਗਾ। ਫਿਰ ਮੈਂ ਸੋਚਣਾ ਵੀ ਕਰਮ ਤੇ ਆਪੋ ਆਪਣੇ ਨੇ। ਨੱਚਣ ਕੁੱਦਣ ਮਨ ਕਾ ਚਾਓ, ਇਹ ਗੁਰੂ ਦਾ ਚਾਓ ਨਹੀਂ ਜੇ, ਪ੍ਰੇਮ ਕਾ ਚਾਓ ਨਹੀਂ ਜੇ। ਪਰ ਜਿਨ੍ਹਾਂ ਦੇ ਮਨ ਵਿੱਚ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਭਾਉ ਦਾ ਅਰਥ ਪ੍ਰੇਮ। ਜਿਨ੍ਹਾਂ ਦੇ ਅੰਦਰ ਗੁਰੂ ਦਾ ਡਰ ਹੈ ਉਹਨਾਂ ਦੇ ਅੰਦਰ ਗੁਰੂ ਦਾ ਪ੍ਰੇਮ ਹੈ। ਉਸ ਦਿਨ ਕਿਹਾ ਸੀ ਦੁਨੀਆ ਦਾ ਡਰ ਦੂਰੀ ਬਣਾਉਂਦਾ ਹੈ, ਗੁਰੂ ਤੇ ਰੱਬ ਦਾ ਡਰ ਨੇੜਤਾ ਬਣਾਉਂਦਾ ਹੈ। ਬੰਦਾ ਬੰਦੇ ਤੋਂ ਡਰੇ ਤੇ ਦੂਰ ਜਾਏਗਾ, ਸਿੱਖ ਗੁਰੂ ਤੋਂ ਡਰੇ ਪਿਆਰਿਓ ਨੇੜੇ ਆਏਗਾ। ਗੁਰੂ ਦਾ ਡਰ ਪ੍ਰੇਮ 'ਚ ਬਦਲ ਜਾਂਦਾ ਹੈ, ਗੁਰੂ ਦਾ ਅਦਬ ਸ਼ਰਧਾ 'ਚ ਬਦਲ ਜਾਂਦਾ ਹੈ, ਗੁਰੂ ਦਾ ਡਰ ਸੱਚ ਐਵੇਂ ਅੰਗ ਸੰਗਤਾ ਵਿੱਚ ਬਦਲ ਜਾਂਦਾ ਹੈ। ਇਸੇ ਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ। ਫਿਰ ਜਿਹੜੇ ਭੈ ਚ ਰਹਿੰਦੇ ਨੇ ਕਹਿੰਦੇ ਭੈ ਵਿੱਚ ਬੈਸੈਂ ਭੈ ਰਹੇ, ਭੈ ਵਿੱਚ ਕਮਾਵੈ ਕਾਰ, ਇੱਥੇ ਸੁਖ ਵਡਿਆਈਆਂ ਦਰਗਹਿ ਮੋਖ ਦੁਆਰ। ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਪ੍ਰੇਮ ਤਾਂ ਪੈਦਾ ਹੋਵੇਗਾ ਜੇ ਅਦਬ ਹੋਵੇਗਾ, ਅਦਬ ਤੋਂ ਬਿਨਾ ਪ੍ਰੇਮ ਨਹੀਂ ਪੈਦਾ ਹੋ ਸਕਦਾ। ਇਸ ਵਿਚਾਰ ਨੂੰ ਕੱਲ ਦੇ ਦੀਵਾਨ 'ਚ ਮੈਂ ਸੰਪੰਨਤਾ ਕਰਾਂਗਾ। ਟਾਈਮ ਮੈਂ ਅੱਜ ਤੁਹਾਡਾ ਪੌਣੇ 2 ਘੰਟੇ ਲਾਇਆ ਪੂਰੇ, ਮੈਨੂੰ ਬਖਸ਼ ਜ਼ਰੂਰ ਦਿਆ ਜੇ। ਕੋਈ ਨਹੀਂ, ਮੈਂ ਕਿਹੜਾ ਹੁਣ ਦੁਬਾਰਾ ਸੁਣਨਾ, ਕੱਲ ਨੂੰ ਮੈਂ ਤਾਂ ਤੁਰ ਜਾਣਾ। ਪਿੱਛੋਂ ਤੁਸੀਂ ਗੱਲਾਂ ਕਰੋ ਗੱਲ ਵੱਖਰੀ, ਤੇ ਮੈਨੂੰ ਬਖਸ਼ ਦਿਆ ਜੇ, ਮੇਰੇ ਤੋਂ ਰਿਹਾ ਨਹੀਂ ਜਾਂਦਾ। ਮੇਰਾ ਗੁਰੂ ਐਡਾ ਵੱਡਾ, ਸਾਰੀ ਜ਼ਿੰਦਗੀ ਤੂੰ ਸਿਫਤ ਕਰਾਈ ਜਾ ਦਾਤਾ। ਕੱਲ ਨੂੰ ਮੇਰਾ ਸਤਿਗੁਰੂ ਇੱਕ ਬਖਸ਼ਿਸ਼ ਕਰੇਗਾ। ਮੇਰਾ ਦਾਤਾ ਕਮਾਲ ਕਰ ਦਿੱਤੀ। ਕਹਿਣ ਲੱਗੇ ਤੂੰ ਉਦਾਸ ਨਾ ਹੋਵੀਂ ਵੀ ਡਰ ਲੱਗਦਾ ਪਿਆ ਹੁਣ ਬਣੇਗਾ ਕਿ ਨੱਚਨੇ ਸੱਚੇ ਚੱਲੇ ਸੇ ਰੋਏ। ਕਹਿੰਦੇ ਤੈਨੂੰ ਨਹੀਂ ਰੋਣ ਦਿੰਦੇ, ਤੂੰ ਇੱਕ ਕੰਮ ਕਰੀ ਕਿ ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ। ਤੂੰ ਨਰਕਾਂ 'ਚ ਨਹੀਂ ਜਾਏਗਾ ਜਦੋਂ ਬੰਦਗੀ ਕਰੇਗਾ। ਸਭ ਦਾ ਧੰਨਵਾਦ ਜੀ। ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਿਓ ਜੀ।